ਸਵਾਗਤ ਹੈ ਤੁਹਾਡਾ ਕ੍ਰੀਏਟਿਵ ਮਾਈਂਡ YouTube ਚੈਨਲ ਦੇ ਉੱਤੇ। ਤੇ ਮੈਰੀਟੋਰੀਅਸ ਸਕੂਲ ਦੇ ਐਗਜ਼ਾਮ ਦੇ ਲਈ ਅੱਜ ਆਪਾਂ ਮੈਥ ਦੇ ਕੁਝ ਕੁਐਸਚਨ ਕਰਾਂਗੇ ਐਂਡ ਇਹ ਤੁਹਾਡੇ ਐਗਜ਼ਾਮ ਦੇ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੋਣ ਵਾਲੇ ਆ, ਜਿਹਦੇ ਅੰਦਰ ਆਪਾਂ ਜਿੰਨਾ ਵੀ ਸਿਲੇਬਸ ਹੋ ਸਕਿਆ ਸਾਰਾ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ। ਸਾਇੰਸ ਦੇ ਵੀ ਮੈਂ ਜਲਦੀ ਲੈ ਕੇ ਆਊਂਗਾ, ਮੈਥ ਦੇ ਲਈ ਪੋਸੀਬਲ ਹੋ ਸਕਿਆ ਸੀ, ਇਸ ਕਰਕੇ ਮੈਂ ਮੈਥ ਦੇ ਹੀ ਲੈ ਕੇ ਆ ਰਿਹਾ ਹਾਂ। ਮੈਨੂੰ ਪਤਾ ਹੈ ਕਿ ਸਾਇੰਸ ਦੇ ਕਾਫੀ ਜ਼ਿਆਦਾ ਚੈਪਟਰਸ ਰਹਿ ਗਏ ਨੇ, ਬਟ ਫਿਰ ਵੀ ਇੱਕ ਵਾਰ ਆਪਾਂ ਮੈਥ ਦੇ ਕਰ ਲਈਏ ਕਵਰ, ਉਸ ਤੋਂ ਬਾਅਦ ਆਪਾਂ ਸਾਇੰਸ ਦੇ ਕਵਰ ਕਰ ਲਾਂਗੇ। ਤਾਂ ਫਸਟ ਕੁਐਸਚਨ ਆਪਣੇ ਕੋਲ ਯੂਕਲਿਡ ਐਂਡ ਇਹ ਸੈਸ਼ਨ ਮੈਂ ਆਫਲਾਈਨ ਤਾਂ ਲੈ ਕੇ ਆ ਰਿਹਾ ਕਿਉਂਕਿ ਫਾਸਟ ਹੋ ਜਾਣਗੇ ਥੋੜ੍ਹੇ। ਅਕੋਰਡਿੰਗ ਟੂ ਯੂਕਲਿਡ ਡਿਵੀਜ਼ਨ ਲਾਈਮਾ A is equal to BQ plus R where A and B are a positive whole number, which statement is a true? ਕਿਹੜੀ ਸਟੇਟਮੈਂਟ ਇਹਨਾਂ ਦੇ ਵਿੱਚੋਂ ਟਰੂ ਆ? ਹੁਣ ਇਹ ਤੋਂ ਥੋੜਾ ਧਿਆਨ ਦੇ ਨਾਲ ਦੇਖੋ, ਜੇਕਰ ਆਪਾਂ ਇਹਨੂੰ ਇਸ ਟਾਈਪ ਦੇ ਵਿੱਚ ਲਿਖਣ ਦੀ ਕੋਸ਼ਿਸ਼ ਕਰੀਏ ਤਾਂ ਜਿਹੜਾ ਆਪਣੇ ਕੋਲ A ਹੁੰਦਾ ਇਹ ਅੰਦਰ ਲਿਖਿਆ ਜਾਂਦਾ, ਉਸ ਤੋਂ ਬਾਅਦ ਜਿਹੜਾ Q ਹੁੰਦਾ ਆਪਣੇ ਕੋਲ ਕੋਸ਼ੀਐਂਟ ਹੁੰਦਾ, ਐਂਡ ਜਿਹੜਾ B ਹੁੰਦਾ ਡਿਵੀਜ਼ਰ ਹੁੰਦਾ, ਡਿਵੀਡੈਂਡ ਹੁੰਦਾ A, ਐਂਡ ਜਿਹੜਾ ਰਿਮਾਈਂਡਰ ਹੁੰਦਾ ਉਹ ਆਪਣੇ ਕੋਲ ਥੱਲੇ R ਹੁੰਦਾ। ਹੁਣ ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਜਿਹੜੀ B ਦੀ ਵੈਲਿਊ ਹੁੰਦੀ ਹੈ, ਜਿਹੜੀ R ਦੀ ਵੈਲਿਊ ਹੁੰਦੀ ਹੈ, ਇਹ ਯਾਦ ਰੱਖਿਓ ਕਿ ਜਿਹੜਾ R ਹੁੰਦਾ ਉਹ B ਦੇ ਨਾਲੋਂ ਹਮੇਸ਼ਾ ਛੋਟਾ ਹੁੰਦਾ। ਜਿਹੜਾ R ਹੁੰਦਾ ਉਹ B ਦੇ ਨਾਲੋਂ ਹਮੇਸ਼ਾ ਛੋਟਾ ਹੁੰਦਾ। B ਦੇ ਇਕੁਅਲ ਨਹੀਂ ਹੋ ਸਕਦਾ, ਕਿਉਂਕਿ ਜੇ B ਦੇ ਇਕੁਅਲ ਆ ਗਿਆ ਤਾਂ ਫਿਰ ਆਪਾਂ ਸਿੰਪਲੀ ਡਿਵਾਈਡ ਕਰ ਸਕਦੇ ਹਾਂ ਅੱਗੇ। ਜਿਵੇਂ ਆਪਾਂ ਇੱਕ ਐਗਜ਼ਾਮਪਲ ਲਈਏ, ਮੈਂ ਇੱਥੇ ਇੱਕ ਐਗਜ਼ਾਮਪਲ ਲੈਣਾ, ਜਿਵੇਂ ਆਪਾਂ ਮੰਨ ਲਓ ਆਪਣੇ ਕੋਲ 5 ਆ, ਉਹਨੂੰ ਆਪਾਂ 3 ਤੇ ਡਿਵਾਈਡ ਕਰਦੇ ਹਾਂ ਤਾਂ ਇਹ 1 ਤੇ ਜਾਊਗਾ ਐਂਡ 3 ਤੇ ਡਿਵਾਈਡ ਹੋ ਜਾਊਗਾ ਤਾਂ ਆਪਣੇ ਕੋਲ 2 ਆ ਜਾਊਗਾ। ਤਾਂ ਇਹ ਜਿਹੜਾ 2 ਆਊਗਾ ਰਿਮਾਈਂਡਰ, ਇਹ ਹਮੇਸ਼ਾ ਆਪਣੇ ਕੋਲ ਕੀ ਹੋਊਗਾ, ਜਿਹੜਾ 3 ਹੋਊਗਾ ਇਹਦੇ ਨਾਲੋਂ ਛੋਟਾ ਹੋਊਗਾ। ਮਤਲਬ ਕਿ ਜੋ ਆਪਣੇ ਕੋਲ ਡਿਵੀਜ਼ਰ ਹੋਊਗਾ ਇਹਦੇ ਨਾਲੋਂ ਹਮੇਸ਼ਾ ਛੋਟਾ ਹੋਊਗਾ। ਜੇ ਆਪਣੇ ਕੋਲ 3 ਆ ਗਿਆ ਫਿਰ ਤਾਂ ਸਿੰਪਲ ਡਿਵਾਈਡ ਹੀ ਹੋ ਜਾਊਗਾ, ਇਹ ਛੋਟਾ ਹੁੰਦਾ ਤਾਂ ਕਰਕੇ ਆਪਾਂ ਇਹਨੂੰ ਅੱਗੇ ਡਿਵਾਈਡ ਨਹੀਂ ਕਰ ਸਕਦੇ। ਤਾਂ ਯਾਦ ਰੱਖਿਓ ਕਿ ਜਿਹੜਾ R ਹੁੰਦਾ ਉਹ B ਦੇ ਨਾਲੋਂ ਹਮੇਸ਼ਾ ਛੋਟਾ ਹੁੰਦਾ। ਜਿਹੜਾ R ਹੈ ਆਪਣੇ ਕੋਲ 0 ਵੀ ਆ ਸਕਦਾ, ਤਾਂ ਮਤਲਬ R ਆਪਣੇ ਕੋਲ 0 ਵੀ ਹੋ ਸਕਦਾ ਅਤੇ B ਜਿਹੜਾ ਵਾ ਉਹਦੇ ਨਾਲੋਂ ਛੋਟਾ ਹੁੰਦਾ ਵਾ। ਅਤੇ ਇੱਥੇ ਆਪਾਂ ਜੇਕਰ ਕੰਡੀਸ਼ਨ ਦੇਖੀਏ ਤਾਂ ਕਿੱਥੇ ਲਿਖਿਆ ਹੋਇਆ, ਦੇਖੋ ਇੱਥੇ B ਦੇ ਇਕੁਅਲ ਲਿਖਿਆ ਹੋਇਆ, ਇਹਦਾ ਮਤਲਬ ਇਹ ਪੋਸੀਬਲ ਹੀ ਨਹੀਂ। B ਦੇ ਇਕੁਅਲ ਆ ਗਿਆ ਤਾਂ ਡਿਵਾਈਡ ਹੋ ਜਾਂਦਾ ਹੁੰਦਾ, ਐਂਡ ਇੱਥੇ ਆਪਣੇ ਕੋਲ ਲਿਖਿਆ ਹੋਇਆ ਇਹਦਾ ਮਤਲਬ B ਆਪਣੇ ਕੋਲ ਇਹਦਾ ਸਹੀ ਆਨਸਰ ਆਊਗਾ। ਠੀਕ ਆ, ਇੱਥੇ ਵੀ ਗਲਤ ਆਨਸਰ ਆ। ਰੀਜ਼ਨ ਕੀ ਆ ਕਿ B ਜਿਹੜਾ R ਵਾ ਉਹ 0 ਵੀ ਹੋ ਸਕਦਾ ਵਾ, ਇੱਥੇ ਲਿਖਿਆ 0 ਤੋਂ ਹਮੇਸ਼ਾ ਵੱਡਾ ਹੋਊਗਾ, 0 ਵੀ ਹੋ ਸਕਦਾ। ਐਂਡ ਸਿਮਿਲਰਲੀ ਇਹ ਸਟੇਟਮੈਂਟ ਵੀ ਗਲਤ ਹੋ ਜੂਗੀ, ਤਾਂ ਆਪਣੇ ਕੋਲ ਜਿਹੜੀ ਸਹੀ ਸਟੇਟਮੈਂਟ ਹੋਊਗੀ ਉਹ ਹੋਊਗੀ ਆਪਣੇ ਕੋਲ B ਸਟੇਟਮੈਂਟ। ਸੈਕਿੰਡ ਕੁਐਸਚਨ ਦੇਖਦੇ ਹਾਂ। ਸੈਕਿੰਡ ਕੁਐਸਚਨ ਦੇ ਵਿੱਚ ਕੀ ਦਿੱਤਾ ਹੋਇਆ, ਆਪਣੇ ਕੋਲ ਪਰਮੇਯ ਸੰਖਿਆ ਦਿੱਤੀ ਹੋਈ ਹੈ, ਇੱਕ ਰੈਸ਼ਨਲ ਨੰਬਰ ਦਿੱਤਾ ਹੋਇਆ ਵਾ, ਐਂਡ ਇਹਨਾਂ ਨੇ ਲਿਖਿਆ ਹੋਇਆ ਕਿ ਟਰਮੀਨੇਟ ਆਫਟਰ ਹਾਊ ਮੈਨੀ ਡਿਜਿਟ, ਕਿੰਨੇ ਡਿਜਿਟ ਦੇ ਬਾਅਦ ਇਹ ਟਰਮੀਨੇਟ ਹੋਊਗਾ, ਕਿੰਨੇ ਪਦਾਂ ਦੇ ਬਾਅਦ ਇਹ ਸਮਾਪਤ ਹੋਊਗਾ। ਤਾਂ ਆਪਾਂ ਥੱਲੇ ਦੇਖਣਾ ਹੁੰਦਾ 2 and 5 ਕਿੰਨੇ ਵਾਰੀ ਆ। ਜਿਹੜੇ 2 and 5 ਹੈ ਡਿਸਾਈਡ ਕਰਦੇ ਹੁੰਦੇ ਆ ਕਿ ਆਪਣੇ ਕੋਲੇ ਕਿੰਨੇ ਪਦ ਦੇ ਬਾਅਦ ਇਹ ਟਰਮੀਨੇਟ ਹੋਊਗਾ। ਤਾਂ 2 and 5 ਆਪਣੇ ਕੋਲੇ 3 ਵਾਰੀ ਆ, ਦੋਨੇ 3 ਵਾਰੀ ਹੈ, ਤਾਂ ਇਹਦਾ ਮਤਲਬ ਥੱਲੇ ਆਪਣੇ ਕੋਲੇ ਕੀ ਆ ਜਾਊਗਾ, 1000 ਆ ਜਾਊਗਾ। ਜੇ 1000 ਆ ਜਾਊਗਾ ਤਾਂ ਇਹਦਾ ਮਤਲਬ 3 ਡਿਜਿਟ ਦੇ ਬਾਅਦ ਆਪਣੇ ਕੋਲੇ ਟਰਮੀਨੇਟ ਹੋ ਜਾਊਗਾ, ਤਾਂ ਆਨਸਰ ਆਪਣੇ ਕੋਲੇ ਕੀ ਆ ਜਾਊਗਾ 3। ਜੇਕਰ ਦੋ ਸੰਖਿਆਵਾਂ ਦਾ ਗੁਣਨਫਲ, ਜੇਕਰ ਆਪਣੇ ਕੋਲੇ ਪ੍ਰੋਡਕਟ ਆ ਦੋ ਨੰਬਰ ਦਾ ਉਹ 80 ਆ, ਐਂਡ ਉਹਨਾਂ ਦਾ ਲੱਲਾ ਸੱਸਾਵਾ ਵਾ ਜਾਂ LCM ਹੈਗਾ ਆਪਣੇ ਕੋਲੇ 20, ਤਾਂ ਮੰਮਾ ਸੱਸਾਵਾ ਪਤਾ ਕਰੋ। ਆਪਾਂ ਨੂੰ ਪਤਾ ਇਹਦਾ ਫਾਰਮੂਲਾ ਦੇਖੋ, ਪ੍ਰੀਵੀਅਸ ਵੀਡੀਓ ਦੇ ਅੰਦਰ ਜਿਹੜਾ ਮੇਰੇ ਲਿਖਿਆ ਬਣੀਆਂ ਹੋਈਆਂ ਉਹਦੇ ਅੰਦਰ ਤੁਹਾਨੂੰ ਇਹਦੇ ਫਾਰਮੂਲੇਜ਼ ਵਗੈਰਾ ਮਿਲ ਜਾਣਗੇ, ਐਂਡ ਇੱਥੇ ਮੈਂ ਥੋੜਾ ਜਲਦੀ ਕਰਨ ਦੀ ਕੋਸ਼ਿਸ਼ ਕਰਾਂਗਾ। ਦੇਖੋ ਇਹਦਾ ਸਿੰਪਲੀ ਆਪਾਂ ਕੀ ਕਰਾਂਗੇ, 80 ਨੂੰ 20 ਤੇ ਡਿਵਾਈਡ ਕਰ ਦਾਂਗੇ। 80 ਨੂੰ ਜੇਕਰ ਆਪਾਂ 20 ਤੇ ਡਿਵਾਈਡ ਕਰਾਂਗੇ ਤਾਂ ਸਿੰਪਲੀ ਕੈਂਸਲ ਆਊਟ ਕਰਾਂਗੇ ਤਾਂ ਆਨਸਰ ਆਪਣੇ ਕੋਲ ਕੀ ਆ ਜਾਊਗਾ 4। ਤਾਂ ਇਹ ਆਨਸਰ ਆਪਣੇ ਕੋਲ ਕੀ ਆ ਜਾਊਗਾ 4। ਤਾਂ 4 ਆਪਣੇ ਕੋਲ ਕੀ ਹੋਊਗਾ, ਇੱਥੇ ਕਰੈਕਟ ਆਨਸਰ ਹੋਊਗਾ। ਨੈਕਸਟ ਅੱਗੇ ਆਪਾਂ ਦੇਖਦੇ ਹਾਂ, ਇਹ ਦੱਸੋ ਕਿਹੜੀ ਸੰਖਿਆ ਵਾ, ਇਹ ਆਪਣੇ ਕੋਲੇ ਕਿਹੜਾ ਸੰਖਿਆ ਹੈ, ਆਪਣੇ ਕੋਲੇ ਪਰਮੇਯ, ਅਪਰਮੇਯ, ਪੂਰਨ ਜਾਂ ਸੰਪੂਰਨ ਆ। ਤਾਂ ਜੇਕਰ ਆਪਾਂ √16 ਦੀ ਗੱਲ ਕਰੀਏ ਤਾਂ √16 ਆਪਣੇ ਕੋਲੇ ਕਿਹਦੀ ਇਕੁਅਲ ਹੁੰਦਾ, 4 ਦੀ ਇਕੁਅਲ ਹੁੰਦਾ। +-4 ਦੋਨਾਂ ਦੀ ਇਕੁਅਲ ਹੁੰਦਾ, ਠੀਕ ਆ, ਬਟ ਆਪਾਂ ਇਹਦੇ +4 ਮੰਨ ਕੇ ਚੱਲਾਂਗੇ। ਐਂਡ ਜੇਕਰ ਆਪਾਂ ਦੇਖੀਏ ਤਾਂ ਇੱਥੇ ਹੈਗਾ -3, ਤਾਂ ਇਹਨਾਂ ਦੋਨਾਂ ਨੂੰ ਜੇਕਰ ਆਪਾਂ ਸੋਲਵ ਕਰੀਏ ਤਾਂ ਆਨਸਰ ਆਪਣੇ ਕੋਲੇ ਜਾਂ ਤਾਂ ਫਿਰ ਜੇ ਆਪਾਂ ਪੋਜ਼ੀਟਿਵ ਮੰਨ ਕੇ ਚੱਲਾਂਗੇ, ਜੇ ਇਹਨੂੰ ਪੋਜ਼ੀਟਿਵ ਮੰਨ ਕੇ ਚੱਲਾਂਗੇ ਤਾਂ ਆਨਸਰ ਆਪਣੇ ਕੋਲੇ +1 ਆ ਜਾਊਗਾ। ਜੇਕਰ ਆਪਾਂ ਨੈਗੇਟਿਵ ਮੰਨ ਕੇ ਚੱਲਾਂਗੇ ਤਾਂ ਆਨਸਰ ਆਪਣੇ ਕੋਲੇ -7 ਆ ਜਾਊਗਾ। ਮਤਲਬ ਕਿ ਇਹ +1 ਵੀ ਆਨਸਰ ਆ ਸਕਦਾ, -7 ਵੀ ਆ ਸਕਦਾ। ਤਾਂ ਪਹਿਲੀ ਚੀਜ਼ ਤਾਂ ਇਹਨਾਂ ਨੇ ਇਹ ਕਿਹਾ ਕਿ ਅਪਰਮੇਯ ਸੰਖਿਆ ਤਾਂ ਨਹੀਂ ਗੀ, ਪੂਰਨ ਸੰਖਿਆ ਵਾ। ਪੂਰਨ ਸੰਖਿਆ ਆਪਾਂ ਨੂੰ ਪਤਾ ਹੋਲ ਨੰਬਰ ਕਿਹੜੇ 0 ਤੋਂ ਸਟਾਰਟ ਹੁੰਦੇ, ਸਾਰੇ ਪੋਜ਼ੀਟਿਵ ਨੰਬਰ ਹੁੰਦੇ ਆ। ਹੋ ਸਕਦਾ ਇਹ ਵੀ, ਬਟ ਇੱਥੇ ਨੈਗੇਟਿਵ ਨੰਬਰ ਆ ਤਾਂ ਕਰਕੇ ਇਹ ਵੀ ਨਹੀਂ ਹੋ ਸਕਦਾ। ਸੰਪੂਰਨ ਸੰਖਿਆ ਆਪਣੇ ਕੋਲੇ ਆਪਾਂ ਇਹਨਾਂ ਨੂੰ ਕੱਟ ਕੇ ਪਰਮੇਯ ਲਵਾਂਗੇ, ਕਿਉਂਕਿ ਪਰਮੇਯ ਦੇ ਵਿੱਚ ਸਾਰੀਆਂ ਸੰਖਿਆਵਾਂ ਹੀ ਆ ਜਾਣਗੀਆਂ, ਭਾਵੇਂ ਨੈਗੇਟਿਵ ਦੇ ਵਿੱਚ ਹੋਣ ਭਾਵੇਂ ਪੋਜ਼ੀਟਿਵ ਦੇ ਵਿੱਚ ਹੋਣ। ਤਾਂ ਆਪਣੇ ਕੋਲ ਜਿਹੜਾ ਆਨਸਰ ਆਊਗਾ ਉਹ ਕੀ ਹੋਊਗਾ, ਪਰਮੇਯ ਸੰਖਿਆ। ਉਸ ਤੋਂ ਬਾਅਦ ਅੱਗੇ ਆਪਾਂ ਦੇਖਦੇ ਹਾਂ, ਬਿਨਾਂ ਲੰਬੀ ਵੰਡ ਪ੍ਰਕਿਰਿਆ ਦਾ ਪਰਮੇਯ ਸੰਖਿਆ ਜਿਹੜੀ ਆਪਣੇ ਕੋਲ ਦਿੱਤੀ ਹੈ, ਦਸ਼ਮਲਵ ਪ੍ਰਸਾਰ ਦੱਸਣਾ ਆਪਣੇ ਕੋਲੇ। ਹੁਣ ਦਸ਼ਮਲਵ ਪ੍ਰਸਾਰ ਦੇ ਵਿੱਚ ਸਿੰਪਲ ਜੀ ਗੱਲ ਤੁਸੀਂ ਇਹ ਯਾਦ ਰੱਖਿਓ, ਦੇਖੋ ਜਿਹੜੀ ਥੱਲੇ 0 ਲਿਖੀ ਹੁੰਦੀ ਆ, 0 ਦਾ ਤਾਂ ਹਮੇਸ਼ਾ ਟਰਮੀਨੇਟ ਹੀ ਹੁੰਦਾ। ਉਸ ਤੋਂ ਬਾਅਦ ਜੇਕਰ ਆਪਣੇ ਕੋਲੇ ਥੱਲੇ 4 ਲਿਖਿਆ ਹੋਇਆ ਤਾਂ 4 ਨੂੰ ਆਪਾਂ ਲਿਖ ਸਕਦੇ ਹਾਂ 2 × 2। ਤਾਂ ਜੇ ਡਿਨੋਮੀਨੇਟਰ ਦੇ ਵਿੱਚ 2 ਆ ਜੇ ਜਾਂ ਡਿਨੋਮੀਨੇਟਰ ਦੇ ਵਿੱਚ 5 ਆ ਜੇ ਤਾਂ ਇਹਦਾ ਮਤਲਬ ਕਿ ਉਹ ਟਰਮੀਨੇਟਿੰਗ ਹੁੰਦਾ। ਤਾਂ ਆਪਣੇ ਕੋਲੇ B ਆਨਸਰ ਆ ਜਾਊਗਾ ਕਿ ਟਰਮੀਨੇਟਿੰਗ ਆ, ਕਿਉਂਕਿ ਕਦੇ ਵੀ ਡਿਨੋਮੀਨੇਟਰ ਦੇ ਵਿੱਚ 2 ਜਾਂ 5 ਜਾਂ 2 ਤੇ 5 ਦੋਨੇ ਆ ਜਾਣ ਤਾਂ ਹਮੇਸ਼ਾ ਟਰਮੀਨੇਟਿੰਗ ਹੁੰਦਾ।
ਇਹਨਾਂ ਵਿੱਚ ਸਿਫਰਾਂ ਦਾ ਜੋੜਫਲ ਦੱਸੋ। ਕੀ ਲਿਖਿਆ? ਸਮ ਆਫ ਜ਼ੀਰੋ। ਸਮ ਆਫ ਜ਼ੀਰੋ ਇੱਥੇ ਆਪਾਂ ਫਾਈਂਡ ਆਊਟ ਕਰਾਂਗੇ ਤਾਂ ਸਮ ਆਫ ਜ਼ੀਰੋ ਇੱਥੇ ਕੀ ਆਊਗਾ? ਦੇਖੋ ਸਮ ਆਫ ਜ਼ੀਰੋ ਦਾ ਫਾਰਮੂਲਾ ਆਪਣੇ ਕੋਲ ਕੀ ਹੁੰਦਾ? -b/a। ਤਾਂ -b/a ਜੇਕਰ ਆਪਾਂ ਇਹ ਤੋਂ ਫਾਈਂਡ ਆਊਟ ਕਰੀਏ ਤਾਂ b ਕਰਾਂਗੇ, b ਦੀ ਵੈਲਿਊ -4 ਆ ਐਂਡ -b ਕਰਾਂਗੇ ਤਾਂ 4 ਐਂਡ a ਦੀ ਵੈਲਿਊ ਆਪਣੇ ਕੋਲ ਕਿੰਨੀ ਆ? 3। ਇਹ ਤੋਂ ਦੇਖ ਸਕਦੇ ਆਪਾਂ ਤਾਂ 4/3 ਆਪਣੇ ਕੋਲ ਕੀ ਆਊਗਾ? ਇਹਦਾ ਸਹੀ ਕਰੈਕਟ ਆਂਸਰ ਆ ਜਾਊਗਾ। ਦੋ ਘਾਤੀ ਬਹੁਪਦ ਸਿਫਰਾਂ ਦਾ ਜੋੜ ਆਪਣੇ ਕੋਲੇ ਐਂਡ ਸਿਫਰਾਂ ਦਾ ਗੁਣਨਫਲ, ਮਤਲਬ ਕਿ ਸਮ ਐਂਡ ਪ੍ਰੋਡਕਟ ਆਫ ਜ਼ੀਰੋਜ਼ ਆਪਣੇ ਕੋਲੇ ਦਿੱਤਾ ਹੋਇਆ ਤਾਂ ਪੋਲੀਨੋਮੀਅਲ ਫਾਈਂਡ ਆਊਟ ਕਰਨ ਵਾਸਤੇ ਕਿਹਾ ਹੋਇਆ ਵਾ। ਤਾਂ ਪੋਲੀਨੋਮੀਅਲ ਦਾ ਆਪਣੇ ਕੋਲੇ ਫਾਰਮੂਲਾ ਕੀ ਹੁੰਦਾ? x² ਮਾਈਨਸ ਸਮ ਆਫ ਜ਼ੀਰੋ। ਤਾਂ ਸਮ ਆਫ ਜ਼ੀਰੋ ਜੇਕਰ ਆਪਾਂ ਇੱਥੋਂ ਦੇਖੀਏ ਤਾਂ ਸਮ ਆਫ ਜ਼ੀਰੋ ਆਪਣੇ ਕੋਲੇ ਕੀ ਹੈ? -3। ਤਾਂ -3 ਇੱਥੇ ਪੁੱਟ ਕਰ ਦਾਂਗੇ। ਇਸ ਤੋਂ ਬਾਅਦ ਕੀ ਹੁੰਦਾ? ਪ੍ਰੋਡਕਟ ਆਫ ਜ਼ੀਰੋ। ਪ੍ਰੋਡਕਟ ਆਫ ਜ਼ੀਰੋ ਆਪਣੇ ਕੋਲੇ ਕੀ ਹੈ? 2। ਮਾਈਨਸ ਨਾਲ ਮਾਈਨਸ ਕੈਂਸਲ ਕਰਾਂਗੇ ਤਾਂ ਆਪਣੇ ਕੋਲੇ ਕੀ ਆ ਜਾਊਗਾ? x² + 3x + 2। ਦਾ x² + 3x + 2 ਆਪਣੇ ਕੋਲੇ 4th ਦੇ ਵਿੱਚ ਦਿੱਤਾ ਹੋਇਆ, ਆਪਣੇ ਕੋਲੇ ਸਹੀ ਆਂਸਰ ਆ। ਦੋ ਘਾਤੀ ਬਹੁਪਦ ਦੀ ਘਾਤ ਕਿੰਨੀ ਹੋਵੇਗੀ? ਦੋ ਘਾਤੀ ਲਿਖਿਆ ਜੀ, ਦੋ ਘਾਤੀ ਹੋਇਆ ਤਾਂ ਇਹਦੀ ਘਾਤ ਦਾ ਮਤਲਬ 2 ਹੀ ਹੋਊਗੀ, ਠੀਕ ਹੈ। ਤਿੰਨ ਘਾਤੀ ਦੀ 3 ਹੋਊਗੀ, ਜਿੰਨੇ ਘਾਤੀ ਸਮੀਕਰਨ ਉਨੀ ਉਹਦੀ ਘਾਤ ਹੋਊਗੀ, ਠੀਕ ਹੈ, ਉਨੀ ਉਹਦੀ ਡਿਗਰੀ ਹੋਊਗੀ। ਇੱਕ ਦੋ ਘਾਤੀ ਬਹੁਪਦ ਪਤਾ ਕਰੋ ਜਿਸ ਦੀਆਂ ਸਿਫਰਾਂ 2 ਅਤੇ 3 ਆ। ਸਿਫਰਾਂ ਆਪਣੇ ਕੋਲੇ 2 ਅਤੇ 3 ਆ, ਆਪਾਂ ਇਹਦਾ ਜੋੜ ਪਤਾ ਕਰ ਲਾਂਗੇ, ਉਹ 5 ਆ ਜਾਊਗਾ। ਸਿਫਰਾਂ ਦੀ ਗੁਣਾ ਪਤਾ ਕਰ ਲਾਂਗੇ, ਉਹ 6 ਆ ਜੂਗੀ। ਉਸ ਤੋਂ ਬਾਅਦ ਆਪਾਂ ਸਿੰਪਲੀ ਫਾਈਂਡ ਆਊਟ ਕਰ ਲਾਂਗੇ ਜਿਹੜਾ ਆਪਾਂ ਉੱਪਰ ਫਾਰਮੂਲਾ ਲਿਖਿਆ ਹੋਇਆ, ਠੀਕ ਆ। ਤਾਂ x² ਮਾਈਨਸ ਸਮ ਆਫ ਜ਼ੀਰੋ ਪਲੱਸ ਪ੍ਰੋਡਕਟ ਆਫ ਜ਼ੀਰੋ ਐਂਡ ਇਹ ਆਪਣੇ ਕੋਲੇ ਜੇ ਦੇਖਾਂਗੇ ਤਾਂ ਆਪਣੇ ਕੋਲੇ b ਇਹਦਾ ਕਰੈਕਟ ਆਂਸਰ ਹੋ ਜਾਊਗਾ। ਦੋ ਘਾਤੀ ਸਮੀਕਰਨ ਦੀਆਂ ਸਿਫਰਾਂ ਹਨ, ਇਹਦੀਆਂ ਕਿੰਨੀਆਂ ਸਿਫਰਾਂ ਹਨ? ਦੇਖੋ ਯਾਦ ਰੱਖਿਓ, ਜਿੰਨੀ ਉਹਦੀ ਘਾਤ ਹੋਵੇ ਸਿਫਰਾਂ ਉਨੀਆਂ ਹੀ ਹੁੰਦੀਆਂ। ਤਾਂ ਇਹਦੇ ਵਿੱਚ ਆਪਣੇ ਕੋਲ ਇਹਦੀ ਘਾਤ ਕਿੰਨੀ ਆ? ਇਹਦੀ ਘਾਤ ਹੈਗੀ ਆਪਣੇ ਕੋਲੇ 2। ਇਹਦਾ ਮਤਲਬ ਦੀਆਂ 2 ਸਿਫਰਾਂ ਹੋਣਗੀਆਂ। ਤਾਂ ਉਹਨਾਂ ਨੇ ਸਿਫਰਾਂ ਦੀ ਗਿਣਤੀ ਨਹੀਂ ਪੁੱਛੀ, ਸੌਰੀ, ਉਹਨਾਂ ਨੇ ਇਹ ਪੁੱਛਿਆ ਕਿ ਕਿਹੜੀਆਂ ਸਿਫਰਾਂ ਹੋਣਗੀਆਂ, ਤਾਂ ਇੱਥੇ ਆਪਣੇ ਕੋਲ ਆਂਸਰ ਆ ਜਾਊਗਾ A। ਪਲੱਸ ਤੇ -2 ਆਪਣੇ ਕੋਲੇ ਸਿਫਰਾਂ ਹੋਣਗੀਆਂ। ਕਿਵੇਂ ਹੋਊਗਾ ਦੇਖੋ ਇਹਨੂੰ ਥੋੜ੍ਹਾ ਧਿਆਨ ਨਾਲ ਜੇਕਰ ਆਪਾਂ ਦੇਖੀਏ ਤਾਂ ਆਪਣੇ ਕੋਲ ਕੀ ਹੈ? x² - 7 = 0 ਸਮੀਕਰਨ, ਹਾਂ ਸਹੀ ਆ। ਤਾਂ 7 ਜਦੋਂ ਇਸ ਸਾਈਡ ਜਾਊਗਾ ਤਾਂ ਇਹ ਪਲੱਸ 'ਚ ਹੋ ਜਾਊਗਾ, ਤਾਂ ਆਪਣੇ ਕੋਲ ਕੀ ਬਣ ਜਾਊਗਾ? x² = 7। ਤਾਂ ਇਸ ਤੋਂ ਬਾਅਦ ਦੇਖੋ ਥੋੜ੍ਹਾ ਧਿਆਨ ਦੇ ਨਾਲ, ਜਦੋਂ ਆਪਣੇ ਕੋਲੇ ਦੋਨੇ ਸਾਈਡ ਆਪਾਂ ਰੂਟ ਲਵਾਂਗੇ, ਦੋਨੇ ਸਾਈਡ ਰੂਟ ਲਵਾਂਗੇ ਤੇ ਇਹ ਬਣ ਜਾਊਗਾ x ਐਂਡ ਇਹ ਬਣ ਜਾਊਗਾ ਆਪਣੇ ਕੋਲੇ ±√7, ਕਿਉਂਕਿ ਰੂਟ ਦੇ ਵਿੱਚ ਹਮੇਸ਼ਾ ਜਿਹੜੀ ਵੈਲਿਊ ਹੁੰਦੀ ਉਹ ਪਲੱਸ ਮਾਈਨਸ ਵਿੱਚ ਆਉਂਦੀ ਹੁੰਦੀ ਹੈ, ਤਾਂ ਕਰਕੇ ਦੋ ਵੈਲਿਊਜ਼ ਹੋਣਗੀਆਂ, ਇੱਕ ਪਲੱਸ ਵਾਲੀ ਇੱਕ ਮਾਈਨਸ ਵਾਲੀ। ਤਾਂ ਇਦਾਂ ਵੀ ਆਪਾਂ ਫਾਈਂਡ ਆਊਟ ਕਰ ਸਕਦੇ ਹਾਂ, ਠੀਕ ਹੈ, ਸਿੰਪਲ ਜਿਹੇ ਤਰੀਕੇ ਦੇ ਨਾਲ। ਜਾਂ ਫਿਰ ਤੁਸੀਂ ਜਿਹੜੇ ਤੁਹਾਡੇ ਕੋਲੇ b² - 4ac ਦਾ ਫਾਰਮੂਲਾ ਤੁਸੀਂ ਉਹਦੇ ਨਾਲ ਵੀ ਫਾਈਂਡ ਆਊਟ ਕਰ ਸਕਦੇ ਹਾਂ, ਠੀਕ ਹੈ। b² - 4ac, ਠੀਕ ਹੈ, ਉਹਦੇ ਨਾਲ ਵੀ ਤੁਸੀਂ ਫਾਈਂਡ ਆਊਟ ਕਰ ਸਕਦੇ ਹੋ /2a। ਤਾਂ ਉਹ ਥੋੜਾ ਲੈਂਥੀ ਹੋ ਜਾਊਗਾ, ਟਾਈਮ ਵੇਸਟ ਹੋਊਗਾ, ਤਾਂ ਕਰਕੇ ਤੁਸੀਂ ਸਿੰਪਲ ਮੈਥਡ ਨਾਲ ਵੀ ਇੱਥੇ ਸੋਲਵ ਕਰ ਸਕਦੇ ਆ। ਥੋੜਾ ਅੱਗੇ ਚੱਲਦੇ ਹਾਂ। ਜੇਕਰ ਸਮੀਕਰਨਾਂ ਦੇ ਵਿੱਚ ਇੱਕ ਵਿਲੱਖਣ ਹੱਲ ਹੈ, ਜੇਕਰ ਇਹਦਾ ਇੱਕ ਯੂਨੀਕ ਸੋਲੂਸ਼ਨ ਆ ਤਾਂ k ਦੀ ਵੈਲਿਊ ਫਾਈਂਡ ਆਊਟ ਕਰੋ। ਯੂਨੀਕ ਸੋਲੂਸ਼ਨ ਆ, ਯੂਨੀਕ ਸੋਲੂਸ਼ਨ ਦੇ ਪਹਿਲਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਕੀ ਹੁੰਦਾ ਆਪਣੇ ਕੋਲੇ a1/a2 not equal to b1/b2 ਹੁੰਦਾ। ਤਾਂ ਇਹ ਆਪਣੇ ਕੋਲੇ ਕੰਡੀਸ਼ਨ ਬਣਨੀ ਚਾਹੀਦੀ ਆ। ਇਹਦੇ ਵਾਸਤੇ ਆਪਣੇ ਕੋਲੇ ਕੀ ਆ, k ਦੀ ਵੈਲਿਊ ਕੀ ਆਊਗੀ? ਦੇਖੋ ਪਹਿਲਾਂ ਆਪਾਂ y ਦੀ ਵੈਲਿਊ ਐਂਡ ਇਹਦੀ ਚੈੱਕ ਕਰ ਲੈਣੀ। ਇਹ ਆਪਣੇ ਕੋਲੇ 1/2 ਆਊਗਾ। ਤਾਂ ਜੇਕਰ ਇਹ 1/2 ਆਊਗਾ ਤਾਂ ਆਪਾਂ ਸੌਰੀ ਇੱਥੋਂ ਵੈਲਿਊਜ਼ ਇੱਕ ਵਾਰੀ ਪੁੱਟ ਕਰ ਲਈਏ, ਮੈਨੂੰ ਅਰੇਜ਼ ਕਰਕੇ ਥੋੜੀ ਵੈਲਿਊ ਪੁੱਟ ਕਰ ਦੇਣਾ ਇੱਥੇ। ਤਾਂ ਜੇਕਰ ਆਪਾਂ ਇਹ ਤੋਂ ਥੋੜਾ ਧਿਆਨ ਨਾਲ ਦੇਖੀਏ ਤਾਂ ਇੱਥੋਂ ਆਪਣੇ ਕੋਲ a1 ਦੀ ਵੈਲਿਊ ਹੈਗੀ k ਐਂਡ ਸਿਮਿਲਰਲੀ ਇੱਧਰ ਹੈਗੀ ਆਪਣੇ ਕੋਲੇ 6। ਇਹ ਇਕੁਅਲ ਨਹੀਂ ਆਊਗਾ ਕਿਹਦੇ? ਜੇਕਰ ਆਪਾਂ ਇਹ ਤੋਂ y ਦੀ ਵੈਲਿਊ ਦੇਖੀਏ ਤਾਂ ਆਊਗੀ -1। ਸਿਮਿਲਰਲੀ ਇੱਥੋਂ ਆਪਾਂ b2 ਦੀ ਵੈਲਿਊ ਦੇਖੀਏ ਤਾਂ ਆਊਗੀ ਆਪਣੇ ਕੋਲੇ -2। ਕੈਂਸਲ ਆਊਟ ਕਰ ਦਿਓ ਐਂਡ ਕ੍ਰੋਸ ਮਲਟੀਪਲਾਈ ਕਰੋ। ਕ੍ਰੋਸ ਮਲਟੀਪਲਾਈ ਕਰਾਂਗੇ ਤਾਂ ਆਪਣੇ ਕੋਲ ਕੀ ਆ ਜਾਊਗਾ? ਕ੍ਰੋਸ ਮਲਟੀਪਲਾਈ ਰਹਿਣ ਹੀ ਦਿਓ, ਕੀ ਆਪਾਂ ਇੱਧਰ ਰੱਖਦੇ ਹਾਂ 2 ਨੂੰ ਇੱਧਰ ਹੀ ਰਹਿਣ ਦਿਓ, ਡਿਵਾਈਡ ਕਰ ਦਾਂਗੇ। 6 ਨੂੰ ਇਕੱਲਾ ਮਲਟੀਪਲਾਈ ਕਰ ਲਓ ਤੇ ਬਣ ਜਾਊਗਾ ਆਪਣੇ ਕੋਲੇ 6/2। ਇੱਧਰ ਰਹਿ ਜਾਊ ਆਪਣੇ ਕੋਲੇ k not equal to, ਤੇ ਇਹਨੂੰ ਕੈਂਸਲ ਆਊਟ ਕਰ ਲਓ, ਆਪਣੇ ਕੋਲ ਆ ਗਿਆ k not equal to 3, ਠੀਕ ਹੈ। k ਦੀ ਵੈਲਿਊ 3 ਨਹੀਂ ਆ ਸਕਦੀ, ਬਾਕੀ ਜਿਹੜੀ ਮਰਜ਼ੀ ਵੈਲਿਊ ਲੈ ਲਓ ਤਾਂ ਆਪਣੇ ਕੋਲੇ ਇਹ ਯੂਨੀਕ ਸੋਲੂਸ਼ਨ ਹੋ ਜਾਊਗਾ, ਠੀਕ ਹੈ। ਤਾਂ ਜੇਕਰ ਆਪਣੇ ਕੋਲੇ ਸਾਰੇ ਤਿੰਨੇ a1/a2 b1/b2 c1/c2 ਸਾਰੇ ਇਕੁਅਲ ਆ ਜਾਣ ਤਾਂ ਕਿਹੜਾ ਰੂਲ ਸੈਟੀਸਫਾਈ ਕਰੂਗਾ? ਤਾਂ ਆਪਾਂ ਨੂੰ ਪਤਾ ਕਿ ਜਦੋਂ ਆਪਣੇ ਕੋਲੇ ਕੰਡੀਸ਼ਨ ਆ ਜੇ, ਇਟ ਮੀਨਸ ਇਹ ਹੁੰਦਾ ਕਿ ਆਪਣੇ ਕੋਲ ਜਿਹੜੀ ਇੱਕ ਲਾਈਨ ਆ ਐਂਡ ਜਿਹੜੀ ਦੂਜੀ ਲਾਈਨ ਆ ਉਹ ਦੋਨੇ ਲਾਈਨ ਇੱਕ ਦੂਜੇ ਦੇ ਉੱਪਰ ਆ, ਠੀਕ ਆ। ਤਾਂ ਇਹਦਾ ਮਤਲਬ ਕਿੰਨੇ ਸੋਲੂਸ਼ਨ ਹੋਣਗੇ? ਆਪਣੇ ਕੋਲ ਇਨਫਾਈਨਾਈਟ ਸੋਲੂਸ਼ਨ ਹੋਣਗੇ। ਸੋਲੂਸ਼ਨ ਕਿੱਥੋਂ ਪਤਾ ਲੱਗਦਾ ਹੁੰਦਾ ਕਿ ਕਿੰਨੇ ਪੁਆਇੰਟ ਦੇ ਉੱਪਰ ਇਹ ਕੱਟ ਕਰ ਰਿਹਾ, ਤੇ ਸਾਰੇ ਪੁਆਇੰਟਾਂ ਦੇ ਕੱਟ ਕਰ ਰਿਹਾ, ਤਾਂ ਕਰਕੇ ਆਪਣੇ ਕੋਲ ਇਨਫਾਈਨਾਈਟ ਨੰਬਰ ਆਫ ਸੋਲੂਸ਼ਨ ਹੋਣਗੇ, ਠੀਕ ਆ। ਐਂਡ ਇਹ ਜਿਹੜੀ ਲਾਈਨ ਹੁੰਦੀ ਆ ਇਹਨੂੰ ਆਪਾਂ ਕੋਇਨਸੀਡੈਂਟ ਲਾਈਨ ਕਹਿੰਦੇ ਹੁੰਦੇ ਆ, ਠੀਕ ਆ। ਐਂਡ ਇਹਦੇ ਅੰਦਰ ਆਪਣੇ ਕੋਲੇ ਇਨਫਾਈਨਾਈਟ ਨੰਬਰ ਆਫ ਸੋਲੂਸ਼ਨ ਹੋਣਗੇ। ਯੂਨੀਕ ਆਪਾਂ ਨੂੰ ਪਤਾ ਵਾ ਜਿਹਦੇ ਅੰਦਰ ਆਪਣੇ ਕੋਲੇ ਇਹ ਨਾਟ ਇਕੁਅਲ ਆ ਜਾਂਦਾ ਹੁੰਦਾ, a1 ਨਾਟ ਇਕੁਅਲ ਆਪਾਂ ਸਾਈਨ ਪਾ ਦਾਂਗੇ। ਐਂਡ ਕੋਈ ਵੀ ਹੱਲ ਉਦੋਂ ਹੁੰਦਾ ਜਦੋਂ ਆਪਣੇ ਕੋਲੇ ਦੋ ਲਾਈਨਾਂ ਪੈਰਲਲ ਹੋ ਜਾਣ, ਮਤਲਬ ਕਿ ਦੋ ਲਾਈਨਾਂ, ਜੇ ਇੱਕ ਇਹ ਲਾਈਨ ਆ ਐਂਡ ਸੈਕੰਡ ਆਪਣੇ ਕੋਲੇ ਇਹ ਲਾਈਨ ਆ, ਇਹ ਦੋਨੇ ਪੈਰਲਲ ਹੋ ਗਈਆਂ ਤਾਂ ਕੋਈ ਵੀ ਕਾਮਨ ਪੁਆਇੰਟ ਨਹੀਂ ਆਊਗਾ, ਠੀਕ ਆ। ਉਹਦੇ ਅੰਦਰ ਆਪਣੇ ਕੋਲੇ ਕੀ ਹੁੰਦਾ, ਜਿਹੜਾ ਥਰਡ ਵਾਲਾ ਹੁੰਦਾ c1, ਉੱਥੇ ਆਪਣੇ ਕੋਲੇ ਨਾਟ ਇਕੁਅਲ ਟੂ ਹੁੰਦਾ, ਪਹਿਲੇ ਦੋਨਾਂ ਦੇ ਵਿੱਚ ਇਕੁਅਲ ਹੁੰਦਾ। ਰੇਖਾਵਾਂ ਆਪਣੇ ਕੋਲੇ ਦੋ ਦਿੱਤੀਆਂ ਗਈਆਂ, ਠੀਕ ਆ। ਐਂਡ ਇਹ ਦੱਸੋ ਕਿ ਇਹ ਆਪਣੇ ਕੋਲੇ ਕਾਟਵੀਆਂ ਵਾ, ਸਮਾਨਾਂਤਰ ਆ, ਸੰਗਾਮੀ ਕੋਇਨਸੀਡੈਂਟ ਆ, ਜਾਂ ਫਿਰ ਆਪਣੇ ਕੋਲੇ ਨਨ ਆਫ ਦੀਜ਼ ਆ। ਨਨ ਆਫ ਦੀਜ਼ ਤਾਂ ਆਂਸਰ ਆ ਨਹੀਂ ਸਕਦਾ ਕਿਉਂਕਿ ਇਹਨਾਂ ਤਿੰਨਾਂ ਦੇ ਵਿੱਚੋਂ ਕੋਈ ਨਾ ਕੋਈ ਆਂਸਰ ਆਊਗਾ।
ਤਾਂ ਇੱਥੋਂ ਆਪਾਂ ਜੇਕਰ ਦੇਖੀਏ ਤਾਂ a1/a2 ਦੀ ਵੈਲਿਊ ਫਾਈਂਡ ਆਊਟ ਕਰਾਂਗੇ। a1 ਹੈਗਾ 3, a2 ਹੈਗਾ ਆਪਣੇ ਕੋਲੇ 6 ਤੇ ਬਣ ਜੂਗਾ ਆਪਣੇ ਕੋਲੇ 3/6 ਤਾਂ ਕੈਂਸਲ ਆਊਟ ਕਰਾਂਗੇ 1/2 ਤਾਂ a1/a2 ਆਪਣੇ ਕੋਲੇ 1/2 ਆਇਆ। ਸਿਮਿਲਰਲੀ b ਦੀ ਵੈਲਿਊ ਇੱਥੋਂ ਜੇਕਰ ਆਪਾਂ ਚੈੱਕ ਕਰੀਏ b1 ਹੈਗਾ -2 ਐਂਡ ਇੱਥੋਂ ਆਪਾਂ b2 ਦੀ ਵੈਲਿਊ ਕਰਾਂਗੇ ਤਾਂ ਉਹ ਬਣ ਗਿਆ ਆਪਣੇ ਕੋਲੇ -4 ਕੈਂਸਲ ਆਊਟ ਕਰਾਂਗੇ ਤਾਂ 1/2 ਤਾਂ ਇਟ ਮੀਨਸ ਇਹ ਹੋ ਗਿਆ ਕਿ ਕਾਂਟਨੀ ਤਾਂ ਹੋ ਨਹੀਂ ਸਕਦੀ ਕਿਉਂਕਿ ਦੋਨੇ ਇਕੁਅਲ ਆ ਗਏ। ਹੁਣ ਦੋ ਚਾਂਸਸ ਆ, ਜਾਂ ਤਾਂ ਫਿਰ ਆਪਣੇ ਕੋਲੇ ਤੀਜਾ ਵੀ ਇਕੁਅਲ ਆ ਗਿਆ ਤਾਂ ਕੋਇਨਸੀਡੈਂਸ ਹੋ ਜਾਊਗਾ, ਜਾਂ ਫਿਰ ਤੀਜਾ ਇਕੁਅਲ ਨਾ ਆ ਗਿਆ ਤਾਂ ਸਮਾਨਾਂਤਰ ਹੋ ਜਾਊਗਾ। ਬਟ ਜੇਕਰ ਆਪਾਂ ਤੀਜੀ ਵੈਲਿਊ c1/c2 ਧਿਆਨ ਨਾਲ ਦੇਖੀਏ ਤਾਂ ਆਪਣੇ ਕੋਲੇ 5/7 ਬਣਦਾ ਐਂਡ 5/7 1/2 ਦੇ ਇਕੁਅਲ ਨਹੀਂ ਹੋਊਗਾ। ਇਟ ਮੀਨਸ ਕਿ ਆਪਣੇ ਕੋਲੇ ਕੀ ਹੈ, ਪੈਰਲਲ ਲਾਈਨਸ ਆ। ਤਾਂ ਆਨਸਰ ਆਪਣੇ ਕੋਲੇ ਕੀ ਆ ਜਾਊਗਾ c, ਸਮਾਨਾਂਤਰ ਰੇਖਾਵਾਂ। ਹੇਠਾਂ ਦਿੱਤੀ ਆਪਣੇ ਕੋਲੇ ਇੱਕ ਸਮੀਕਰਨ ਦਿੱਤੀ ਹੋਈ ਆ, ਇਹਦਾ ਕਿਹੜਾ ਹੱਲ ਹੈ, ਇਹਦਾ ਆਪਾਂ ਹੱਲ ਫਾਈਂਡ ਆਊਟ ਕਰਨਾ। ਉਹਦੇ ਦੋ ਤਰੀਕੇ ਹੁੰਦੇ ਆ, ਜਾਂ ਤਾਂ ਇਹਨੂੰ ਸੋਲਵ ਕਰ ਲਓ ਜਾਂ ਫਿਰ ਤੁਸੀਂ ਕੀ ਕਰੋ, ਵੈਲਿਊ ਪੁੱਟ ਕਰਕੇ ਦੇਖ ਲਓ ਜੇਕਰ ਟਾਈਮ ਘੱਟ ਆ ਤਾਂ। ਦੇਖੋ ਇੱਥੇ x ਤੇ y ਨੂੰ ਐਡ ਕਰਨ ਤੇ 7 ਬਣਦਾ, ਤਾਂ ਇਹਨੂੰ ਐਡ ਕਰਕੇ ਵੀ 7 ਬਣਦਾ, ਇਹਨੂੰ ਵੀ ਐਡ ਕਰਕੇ 7 ਬਣਦਾ, ਇਹਨੂੰ ਵੀ ਐਡ ਕਰਕੇ 7 ਬਣਦਾ, ਇਹਨੂੰ ਵੀ ਐਡ ਕਰਕੇ 7 ਬਣਦਾ। ਇਹਦਾ ਮਤਲਬ ਫਸਟ ਇਕੁਏਸ਼ਨ ਤਾਂ ਸੈਟੀਸਫਾਈ ਸਾਰਿਆਂ ਨੂੰ ਕਰਦੀ ਆ। ਸੈਕਿੰਡ ਦੇ ਵਿੱਚ ਇਹ ਦਿੱਤਾ ਹੋਇਆ ਕਿ ਜੇਕਰ ਆਪਾਂ x ਨੂੰ 2 ਨਾਲ ਮਲਟੀਪਲਾਈ ਕਰੀਏ, ਉਹਦੇ ਵਿੱਚੋਂ y ਨੂੰ ਮਾਈਨਸ ਕਰ ਦਈਏ ਤਾਂ 5 ਆਉਣਾ ਚਾਹੀਦਾ। ਤਾਂ ਇੱਥੇ ਆਪਾਂ ਜੇਕਰ 6 ਨੂੰ 2 ਨਾਲ ਮਲਟੀਪਲਾਈ ਕਰੀਏ ਤਾਂ ਬਣ ਜਾਊਗਾ 6, ਉਹਦੇ ਵਿੱਚੋਂ 4 ਮਾਈਨਸ ਕਰਾਂਗੇ ਤਾਂ 1, ਇਹਦਾ ਮਤਲਬ ਇਹ ਆਨਸਰ ਨਹੀਂ ਹੋ ਸਕਦਾ। ਸਿਮਿਲਰਲੀ ਇੱਥੇ ਆਪਾਂ 5 ਨੂੰ 2 ਨਾਲ ਮਲਟੀਪਲਾਈ ਕਰਾਂਗੇ, 10 ਉਹਦੇ ਵਿੱਚੋਂ 2 ਮਾਈਨਸ ਕਰਾਂਗੇ ਤਾਂ ਆਪਣੇ ਕੋਲੇ 8 ਆ ਜਾਊਗਾ, ਇਹ ਵੀ ਆਨਸਰ ਆਪਣੇ ਕੋਲੇ ਨਹੀਂ ਹੋ ਸਕਦਾ। ਸਿਮਿਲਰਲੀ ਆਪਾਂ 4 ਨੂੰ ਜੇਕਰ 2 ਨਾਲ ਮਲਟੀਪਲਾਈ ਕਰੀਏ ਤਾਂ 8 ਆ ਜਾਊਗਾ, ਉਹਦੇ ਵਿੱਚੋਂ 3 ਮਾਈਨਸ ਕਰਾਂਗੇ ਤਾਂ ਆਪਣੇ ਕੋਲੇ 5 ਆ ਜਾਊਗਾ, ਇਹਦਾ ਮਤਲਬ ਇਹੀ ਆਨਸਰ ਹੈ। ਤੇ ਇਹ ਆਪਣੇ ਕੋਲੇ ਕੀ ਇਹਦਾ ਕਰੈਕਟ ਆਨਸਰ ਹੈ। ਤੁਸੀਂ ਇਹਨੂੰ ਸੋਲਵ ਵੀ ਕਰ ਸਕਦੇ ਆ ਜਾਂ ਫਿਰ ਸਿੰਪਲੀ ਤੁਸੀਂ ਦੋਨੇ ਇਕੁਏਸ਼ਨ ਦੇ ਵਿੱਚ ਵੈਲਿਊ ਪੁੱਟ ਕਰਕੇ ਸੈਟੀਸਫਾਈ ਵੀ ਕਰਾ ਸਕਦੇ ਹੋ। ਅੱਗੇ ਦੇਖਦੇ ਹਾਂ, ਇੱਥੇ ਆਪਣੇ ਕੋਲੇ ਇਕੁਏਸ਼ਨ ਦਿੱਤੀਆਂ ਹੋਈਆਂ ਵਾ 2, ਤਾਂ ਉਹਨਾਂ ਨੇ ਪੁੱਛਿਆ ਹਾਊ ਮੈਨੀ ਸੋਲਿਊਸ਼ਨਸ ਆਫ ਇਕੁਏਸ਼ਨਸ ਹੈਜ਼, ਇਹਦੇ ਕਿੰਨੇ ਸੋਲਿਊਸ਼ਨ ਆ। ਤਾਂ ਇਹ ਮੈਂ ਤੁਹਾਡੇ ਲਈ ਛੱਡਾਂਗਾ ਕਿਉਂਕਿ ਆਪਾਂ ਕਾਫੀ ਇਹਦੇ ਨਾਲ ਦੇ ਸੋਲਵ ਕਰ ਲਏ। ਬਟ ਇੱਕ ਚੀਜ਼ ਯਾਦ ਰੱਖਿਓ, ਇੱਥੇ ਕਈ ਬੱਚਿਆਂ ਨੂੰ ਇੱਥੇ ਪ੍ਰੋਬਲਮ ਹੋ ਸਕਦੀ ਹੈ ਕਿ 5/2 ਲਿਖਿਆ ਹੋਇਆ ਤਾਂ ਫਿਰ ਕੀ ਕਰੀਏ। ਤਾਂ ਦੇਖੋ ਜੇ 5/2 ਲਿਖਿਆ ਹੋਇਆ ਤੁਸੀਂ ਇਹਦੇ ਦੋ ਤਰੀਕੇ ਯੂਜ਼ ਕਰ ਸਕਦੇ ਹੋ। ਇੱਥੇ ਦੇਖੋ ਪਹਿਲਾਂ ਤਾਂ ਇਹ ਆ ਕਿ ਸਾਰੀ ਇਕੁਏਸ਼ਨ ਨੂੰ 2 ਨਾਲ ਮਲਟੀਪਲਾਈ ਕਰ ਦਿਓ ਤਾਂ ਕਿ ਡਿਨੋਮੀਨੇਟਰ ਵਾਲਾ 2 ਕੈਂਸਲ ਹੋ ਜੇ। ਦੇਖੋ ਜੇ ਮੈਂ ਇਹਨੂੰ ਵੀ 2 ਨਾਲ ਮਲਟੀਪਲਾਈ ਕਰ ਦੂੰਗਾ, ਸਿਮਿਲਰਲੀ ਇਹਨੂੰ ਵੀ 2 ਨਾਲ ਮਲਟੀਪਲਾਈ ਕਰ ਦੂੰਗਾ, ਇਹਨੂੰ ਵੀ 2 ਨਾਲ ਮਲਟੀਪਲਾਈ ਕਰ ਦੂੰਗਾ, ਤਾਂ ਮੇਰੇ ਕੋਲੇ ਕੀ ਹੋ ਜਾਊਗਾ, ਫਸਟ ਇਕੁਏਸ਼ਨ ਜੇਕਰ ਮੈਂ ਦੇਖਾਂ ਤਾਂ ਮੇਰੇ ਕੋਲੇ ਬਣ ਜੂਗੀ, ਇਹਨੂੰ ਮਲਟੀਪਲਾਈ ਕਰਾਂਗੇ ਤਾਂ ਮੇਰੇ ਕੋਲੇ 4x ਬਣ ਜੂ, ਇੱਥੇ ਕੈਂਸਲ ਆਊਟ ਹੋ ਜਾਊਗਾ ਤਾਂ ਮੇਰੇ ਕੋਲੇ ਬਣ ਜੂਗਾ 5y ਐਂਡ ਇੱਥੇ ਮੇਰੇ ਕੋਲੇ ਬਣ ਜੂਗਾ 6। ਤੁਸੀਂ ਇਕੁਏਸ਼ਨ ਨੂੰ ਚੇਂਜ ਕਰਕੇ ਉਸ ਤੋਂ ਬਾਅਦ ਇਹਦੇ ਨਾਲ ਮੈਚ ਕਰ ਲਓ। ਵੈਸੇ ਦੋਨੇ ਇਕੁਏਸ਼ਨ ਸੇਮ ਹੀ ਬਣ ਗਈਆਂ, ਜੇ ਦੋਨੇ ਸੇਮ ਬਣ ਗਈਆਂ ਤਾਂ ਇਟ ਮੀਨਸ ਮੇਰੇ ਕੋਲੇ ਕੀ ਹੈ, ਇਹ ਇਨਫਾਈਨਾਈਟ ਨੰਬਰ ਆਫ ਸੋਲਿਊਸ਼ਨ ਹੋਣਗੇ ਤਾਂ C ਆਨਸਰ ਆ ਜਾਊਗਾ ਕਿਉਂਕਿ ਦੋਨੇ ਸੇਮ ਹੀ ਹੈ ਮੇਰੇ ਕੋਲੇ। ਠੀਕ ਹੈ, ਤਾਂ ਤੁਸੀਂ ਇਦਾਂ ਵੀ ਕਰ ਸਕਦੇ ਹੋ, ਉਹ ਡਿਪੈਂਡ ਕਰੂਗਾ ਤੁਹਾਡੇ ਉੱਪਰ, ਜਾਂ ਤੁਸੀਂ ਸਿੰਪਲੀ ਵੈਲਿਊ ਪੁੱਟ ਕਰਕੇ ਵੀ ਕਰ ਸਕਦੇ ਹੋ। ਹਮੇਸ਼ਾ ਆਨਸਰ ਆ ਜਿਹੜਾ ਉਹ ਸੇਮ ਹੀ ਆਊਗਾ ਦੋਨੇ ਤਰੀਕਿਆਂ ਦੇ ਨਾਲ। ਤਾਂ ਅੱਗੇ ਚੱਲਦੇ ਹਾਂ, ਆਪਣੇ ਕੋਲ ਇੱਕ ਪੁਆਇੰਟ, ਇੱਕ ਬਿੰਦੂ ਆ 3 - 2, ਉਹਨਾਂ ਨੇ ਕਿਹਾ ਓਰੀਜਨ ਤੋਂ ਇਹਦਾ ਮੂਲ ਬਿੰਦੂ ਤੋਂ ਇਹਦਾ ਡਿਸਟੈਂਸ ਫਾਈਂਡ ਆਊਟ ਕਰੋ। ਕਿੰਨਾ ਮੂਲ ਬਿੰਦੂ ਕੀ ਹੁੰਦਾ, ਇਹ ਵੀ ਯਾਦ ਰੱਖਿਓ, ਕਦੇ ਕਦੇ ਇਹ ਵੀ ਪੁੱਛ ਲਿਆ ਜਾਂਦਾ। ਮੂਲ ਬਿੰਦੂ ਦਾ ਮਤਲਬ ਹੁੰਦਾ 0 0, ਤਾਂ 0 0 ਦਾ ਡਿਸਟੈਂਸ ਫਾਈਂਡ ਆਊਟ ਕਰੋ। ਉਹਦਾ ਤਾਂ ਬਹੁਤ ਹੀ ਜ਼ਿਆਦਾ ਸਿੰਪਲ ਜਿਹਾ ਤਰੀਕਾ ਹੁੰਦਾ ਕਿ ਇਹਨਾਂ ਦੋਨਾਂ ਦਾ ਸਕੁਅਰ ਕਰਕੇ ਇਹਨੂੰ ਐਡ ਕਰ ਦਿਓ ਤੇ ਉਹਦਾ ਰੂਟ ਲੈ ਲਓ। ਤਾਂ 3 ਦਾ ਸਕੁਅਰ ਮੇਰੇ ਕੋਲੇ 9 ਹੁੰਦਾ ਐਂਡ 4 ਦਾ ਜਿਹੜਾ ਸਕੁਅਰ ਹੁੰਦਾ ਉਹ ਮੇਰੇ ਕੋਲੇ ਕਿੰਨਾ ਹੁੰਦਾ, 2 ਦਾ ਸਕੁਅਰ ਹੁੰਦਾ ਮੇਰੇ ਕੋਲੇ 4 ਦਾ ਰੂਟ ਲੈ ਲਓ, ਤਾਂ ਉਹ ਮੇਰੇ ਕੋਲ ਆ ਜਾਊਗਾ √13। ਤਾਂ ਆਨਸਰ ਮੇਰੇ ਕੋਲੇ ਕੀ ਆ ਜਾਊਗਾ, C। ਤੁਸੀਂ ਸਿੰਪਲ ਫਾਰਮੂਲੇ ਨਾਲ ਵੀ ਕਰ ਸਕਦੇ ਹੋ। ਮੱਧ ਬਿੰਦੂ ਦਾ ਫਾਰਮੂਲਾ ਕੀ ਹੁੰਦਾ, ਮੱਧ ਬਿੰਦੂ ਦਾ ਆਪਾਂ ਨੂੰ ਪਤਾ ਫਾਰਮੂਲਾ ਕੀ ਹੁੰਦਾ, x1/x2 ਡਿਵਾਈਡਡ ਬਾਈ 2 ਐਂਡ y1/y2 ਡਿਵਾਈਡਡ ਬਾਈ 2। ਇਹਦੇ ਕਾਫੀ ਜ਼ਿਆਦਾ ਹੋਰ ਫਾਰਮੂਲੇ ਵੀ ਹੁੰਦੇ ਆ। ਸੈਂਟਰੋਇਡ ਦਾ ਫਾਰਮੂਲਾ ਹੁੰਦਾ, ਸੈਂਟਰੋਇਡ ਦਾ ਫਾਰਮੂਲਾ ਯਾਦ ਰੱਖ ਲਿਓ। ਉਹਦੇ ਵਿੱਚ ਆਪਣੇ ਕੋਲੇ ਕੀ ਹੁੰਦਾ, x1 + x2 + x3 ਡਿਵਾਈਡਡ ਬਾਈ 3 ਹੁੰਦਾ ਐਂਡ ਸਿਮਿਲਰਲੀ y1 + y2 + y3 ਡਿਵਾਈਡਡ ਬਾਈ 3 ਉਹ ਸੈਂਟਰੋਇਡ ਦਾ ਫਾਰਮੂਲਾ ਹੁੰਦਾ। ਐਂਡ ਇਹਦੇ ਜਿਹੜੇ ਫਾਰਮੂਲੇ ਹੁੰਦੇ ਆ ਆਪਣੇ ਕੋਲੇ, ਡਿਸਟੈਂਸ ਫਾਰਮੂਲਾ ਤੁਹਾਨੂੰ ਯਾਦ ਹੋਣਾ ਹੀ ਚਾਹੀਦਾ। ਨਾਲ ਦੀ ਨਾਲ ਤੁਹਾਡੇ ਕੋਲੇ ਜਿਹੜਾ ਸੈਕੰਡ ਫਾਰਮੂਲਾ ਹੁੰਦਾ ਜਿਹਦੇ ਅੰਦਰ ਆਪਾਂ m1/m2 ਦੀ ਵੈਲਿਊ ਫਾਈਂਡ ਆਊਟ ਕਰਦੇ ਹੁੰਦੇ, ਉਹ ਵੀ ਤੁਹਾਨੂੰ ਫਾਰਮੂਲਾ ਯਾਦ ਹੋਣਾ ਚਾਹੀਦਾ। ਉਹ ਇੰਟਰਨਲ ਤੇ ਐਕਸਟਰਨਲ ਦੋਨਾਂ ਦਾ ਪਤਾ ਹੋਣਾ ਚਾਹੀਦਾ, ਜਿਹਦੇ ਵਿੱਚ ਆਪਾਂ ਕੀ ਲਿਖਦੇ ਹੁੰਦੇ ਆ, ਲਿਖਣ 'ਚ ਪ੍ਰੋਬਲਮ ਆ ਰਹੀ। ਹਾਂ ਚਲੋ, ਮਾਰਕਰ ਨਹੀਂ ਚੱਲ ਰਿਹਾ। ਜਿਵੇਂ ਆਪਣੇ ਕੋਲ ਹੁੰਦਾ m1 x2 + x2 m1 ਐਂਡ ਥੱਲੇ ਆਪਾਂ ਲਿਖ ਦਿੰਦੇ m1 + m2। ਇਹ ਆਪਣੇ ਕੋਲ ਜਿਹੜਾ ਪਲੱਸ ਵਾਲਾ ਫਾਰਮੂਲਾ ਹੁੰਦਾ ਇਹ ਆਪਣੇ ਕੋਲ ਇੰਟਰਨਲ ਦਾ ਹੁੰਦਾ, ਬਟ ਜੇ ਐਕਸਟਰਨਲ ਲਿਖਿਆ ਜਾਏ ਤਾਂ ਤੁਸੀਂ ਇੱਥੇ ਮਾਈਨਸ ਐਡ ਕਰ ਦੇਣਾ ਹੁੰਦਾ। ਠੀਕ ਆ, ਐਂਡ ਇਹਦੇ ਨਾਲ ਤੁਹਾਡੇ ਕੋਲ ਜਿਹੜਾ ਫਾਰਮੂਲਾ ਜਿੱਥੇ ਪਲੱਸ ਉੱਥੇ ਮਾਈਨਸ ਕਰ ਦਿਓ, ਫਿਰ ਆਪਣੇ ਕੋਲ ਐਕਸਟਰਨਲ ਦਾ ਫਾਰਮੂਲਾ ਬਣ ਜਾਊਗਾ। ਥੋੜਾ ਯਾਦ ਰੱਖ ਲਓ, ਇਹਦੇ ਸਾਰੇ ਫਾਰਮੂਲੇ ਜ਼ਰੂਰ ਯਾਦ ਕਰਿਓ। ਬਾਕੀ ਮੇਰੀਆਂ ਪ੍ਰੀਵੀਅਸ ਵੀਡੀਓ ਦੇ ਵਿੱਚ ਉਹਦੀ ਇਨਫੋਰਮੇਸ਼ਨ ਤੁਹਾਨੂੰ ਅਵੇਲੇਬਲ ਹੈਗੀ ਆ, ਇੱਕ ਵਾਰ ਦੇਖ ਲਿਓ। ਇੱਥੇ ਆਪਣੇ ਕੋਲੇ ਇਹਨਾਂ 2 ਪੁਆਇੰਟ ਐਂਡ ਦੋਨਾਂ ਪੁਆਇੰਟ ਦੇ ਵਿਚਕਾਰ ਉਹਨਾਂ ਨੇ ਡਿਸਟੈਂਸ ਕਿਹਾ ਕਿੰਨਾ ਵਾ ਇਹ ਦੱਸੋ। ਤਾਂ ਬਹੁਤ ਹੀ ਜ਼ਿਆਦਾ ਸਿੰਪਲ ਜਿਹਾ ਹੁੰਦਾ ਫਾਰਮੂਲਾ, ਇਹ ਨਹੀਂ ਹੁੰਦਾ ਕਿ ਆਪਾਂ ਫਾਰਮੂਲਾ ਲੈ ਕੇ ਸੋਲਵ ਕਰਨਾ ਇਸ ਤਰ੍ਹਾਂ ਦੇ ਕੁਐਸਚਨ ਦੇ ਅੰਦਰ। ਤਾਂ 10 ਦੇ ਵਿੱਚੋਂ 7 ਨੂੰ ਮਾਈਨਸ ਕਰ ਲਓ, 3 ਹੁੰਦਾ, 3 ਦਾ ਸਕੁਅਰ ਕਿੰਨਾ ਹੁੰਦਾ 9। ਸਿਮਿਲਰਲੀ 13 ਦੇ ਵਿੱਚੋਂ 9 ਨੂੰ ਮਾਈਨਸ ਕਰ ਲਓ 4 ਐਂਡ 4 ਦਾ ਆਪਣੇ ਕੋਲੇ ਸਕੁਅਰ ਕਿੰਨਾ ਹੁੰਦਾ 16। ਦੋਨਾਂ ਨੂੰ ਐਡ ਕਰਾਂਗੇ ਕਿੰਨਾ ਆ ਗਿਆ 25, ਤੇ ਇਹਦਾ 25 ਦਾ ਰੂਟ ਲਵਾਂਗੇ ਤਾਂ ਆਪਣੇ ਕੋਲ ਆਨਸਰ ਕਿੰਨਾ ਆ ਜਾਊਗਾ 5। +- 5 ਆਊਗਾ, ਤਾਂ ਡਿਸਟੈਂਸ ਹਮੇਸ਼ਾ ਪਲੱਸ 'ਚ ਹੁੰਦਾ ਤਾਂ ਕਰਕੇ ਆਪਾਂ +5 ਲੈ ਲਾਂਗੇ।
ਤਾਂ ਇਸ ਤੋਂ ਬਾਅਦ ਆਪਣੇ ਕੋਲ ਇੱਕ ਲਿਖਿਆ ਹੋਇਆ ਕਿ 7 ਮਾਈਨਸ 7 ਐਂਡ 13 ਦੀ y ਧੁਰੇ ਤੋਂ, ਮਤਲਬ ਕਿ ਡਿਸਟੈਂਸ ਫਾਈਂਡ ਆਊਟ ਕਰਨਾ 7 13 ਦਾ y ਐਕਸਿਸ ਤੋਂ। ਤਾਂ y ਐਕਸਿਸ ਦਾ ਮਤਲਬ ਕੀ ਹੁੰਦਾ ਕਿ ਦੇਖੋ ਆਪਣੇ ਕੋਲੇ ਦੋ ਐਕਸਿਸ ਹੁੰਦੇ ਆ ਜਾਂ ਆਪਣੇ ਕੋਲੇ y ਐਕਸਿਸ ਹੁੰਦਾ। y ਐਕਸਿਸ ਦੇ ਉੱਪਰ ਇੱਕ ਚੀਜ਼ ਯਾਦ ਰੱਖਿਓ ਕਿ ਜਿਹੜੀ x ਦੀ ਵੈਲਿਊ ਹੁੰਦੀ ਉਹ 0 ਹੁੰਦੀ ਹੈ। ਇਟ ਮੀਨਸ ਇਹ ਹੋਊਗਾ ਕਿ y ਦੇ ਉੱਪਰ y ਦੀ ਵੈਲਿਊ ਤਾਂ ਹੋਊਗੀ, ਬਟ y ਦੇ ਉੱਪਰ x ਦੀ ਵੈਲਿਊ ਆਪਣੇ ਕੋਲੇ ਕੀ ਹੋ ਜੂਗੀ, 0 ਹੋ ਜੂਗੀ। ਤਾਂ y ਦੇ ਉੱਪਰ y ਦੀ ਵੈਲਿਊ ਕੀ ਹੋ ਜੂਗੀ, ਬਟ x ਦੀ ਵੈਲਿਊ ਆਪਣੇ ਕੋਲੇ ਕੀ ਹੋ ਜੂਗੀ, 0 ਹੋ ਜੂਗੀ। ਤਾਂ ਹੁਣ ਆਪਾਂ ਇਸ ਪੁਆਇੰਟ ਦੇ ਉੱਪਰ, ਇਸ ਲਾਈਨ ਦੇ ਉੱਪਰ ਡਿਸਟੈਂਸ ਫਾਈਂਡ ਆਊਟ ਕਰਨਾ ਇਹਦਾ। ਤਾਂ ਇਹ ਪੁਆਇੰਟ ਨੂੰ ਜੇਕਰ ਮੈਂ ਧਿਆਨ ਦੇ ਨਾਲ ਦੇਖਾਂ 7 13 ਨੂੰ ਇੱਥੇ ਮੈਂ ਡਰਾ ਕਰਨ ਦੀ ਕੋਸ਼ਿਸ਼ ਕਰਾਂ ਤਾਂ ਮੇਰੇ ਕੋਲ ਦੇਖੋ ਇੱਥੇ ਕਿਤੇ ਨਾ ਕਿਤੇ 4 5 6 7 ਤਾਂ ਮੇਰੇ ਕੋਲ ਇੱਥੇ 7 ਹੋਊਗਾ। ਸਿਮਿਲਰਲੀ ਜੇਕਰ ਮੈਂ ਇੱਧਰਲੀ ਸਾਈਡ ਜਾਵਾਂ ਤਾਂ ਮੇਰੇ ਕੋਲ ਕਿਤੇ ਨਾ ਕਿਤੇ ਉੱਪਰ ਜਾ ਕੇ 13 ਹੋ ਜਾਊਗਾ। ਤੇ ਜਿਹੜੇ ਇਹ ਦੋਨੇ ਪੁਆਇੰਟ ਆ, ਜੇਕਰ ਮੈਂ ਦੋਨੇ ਪੁਆਇੰਟਸ ਨੂੰ ਮਿਲਾਵਾਂ ਤਾਂ ਕਿਤੇ ਨਾ ਕਿਤੇ ਮੇਰੇ ਕੋਲ ਇੱਥੇ ਪੁਆਇੰਟ 7 13 ਹੋ ਜਾਊਗਾ। ਜੇਕਰ ਹੁਣ ਉਹਨਾਂ ਨੇ ਕੀ ਕਿਹਾ ਹੋਇਆ, ਕਹਿੰਦੇ ਫਾਈਂਡ ਆਊਟ ਕਰੋ ਇਹਦਾ ਡਿਸਟੈਂਸ ਇਸ ਲਾਈਨ ਤੋਂ, ਇਸ ਲਾਈਨ ਤੋਂ ਇਹ ਪੁਆਇੰਟ ਦਾ ਕਿੰਨਾ ਡਿਸਟੈਂਸ ਆ। ਤਾਂ ਇਸ ਪੁਆਇੰਟ ਦਾ ਜੇਕਰ ਮੈਂ ਡਿਸਟੈਂਸ ਫਾਈਂਡ ਆਊਟ ਕਰਨ ਦੀ ਕੋਸ਼ਿਸ਼ ਕਰਾਂ ਇਸ ਲਾਈਨ ਤੋਂ ਇਸ ਪੁਆਇੰਟ ਦਾ ਡਿਸਟੈਂਸ, ਤਾਂ ਇਹ ਡਿਸਟੈਂਸ ਹੀ ਹੋਊਗਾ। ਤਾਂ ਇਹ ਡਿਸਟੈਂਸ ਹੋਊਗਾ ਤਾਂ ਇਟ ਮੀਨਸ ਮੇਰੇ ਕੋਲ ਜਿਹੜਾ ਡਿਸਟੈਂਸ ਹੋ ਜਾਊਗਾ 7 ਹੋ ਜਾਊਗਾ। ਤਾਂ ਇਹਨੂੰ ਸੋਲਵ ਕਰਨ ਦੀ ਲੋੜ ਨਹੀਂ ਹੁੰਦੀ। ਤਾਂ ਇੱਥੇ ਮੇਰੇ ਕੋਲ ਡਿਸਟੈਂਸ ਕੀ ਆ ਜਾਊਗਾ ਇਹਦਾ 7। ਧਿਆਨ ਦੇ ਨਾਲ ਨੋਟ ਕਰੋ ਇਹ ਚੀਜ਼ਾਂ ਨੂੰ, ਠੀਕ ਆ। ਤਾਂ ਇਸ ਤਰ੍ਹਾਂ ਦੇ ਜਿਹੜੇ ਐਕਸ ਐਕਸਿਸ ਤੋਂ ਜਾਂ ਫਿਰ ਵਾਈ ਐਕਸਿਸ ਤੋਂ ਜਿਹੜਾ ਡਿਸਟੈਂਸ ਫਾਈਂਡ ਆਊਟ ਕਰਨ ਦਾ ਤਰੀਕਾ ਹੁੰਦਾ ਵਾ ਉਹਨੂੰ ਥੋੜ੍ਹਾ ਧਿਆਨ ਨਾਲ ਕਰਨਾ ਹੁੰਦਾ। ਕੋਆਰਡੀਨੇਟ ਫਾਈਂਡ ਆਊਟ ਕਰਨੇ ਆਪਾਂ, ਜਿਹੜਾ ਮੈਂ ਤੁਹਾਨੂੰ ਹੁਣੇ ਫਾਰਮੂਲਾ ਕਹਿ ਕੇ ਆਇਆ, ਇਹ ਤੁਸੀਂ ਖੁਦ ਹੀ ਸੋਲਵ ਕਰ ਸਕਦੇ ਹੋ ਐਂਡ ਬਹੁਤ ਜ਼ਿਆਦਾ ਸਿੰਪਲ ਜਿਹੇ ਤਰੀਕੇ ਨਾਲ ਆਪਾਂ ਇਹਨੂੰ ਸੋਲਵ ਕਰ ਸਕਦੇ। ਜਿਹੜੀ ਇਹਦੀ ਸ਼ਾਰਟ ਟ੍ਰਿਕ ਆ ਮੈਂ ਆਪਣੀ ਪ੍ਰੀਵੀਅਸ ਵੀਡੀਓ ਵਿੱਚ ਦੱਸੀ ਹੋਈ ਆ, ਜਿਹੜੀਆਂ ਚੈਨਲ ਦੇ ਉੱਪਰ ਅਵੇਲੇਬਲ ਆ, ਤੁਸੀਂ ਉੱਥੋਂ ਜਾ ਕੇ ਸ਼ਾਰਟ ਟ੍ਰਿਕ ਨਾਲ ਇਹਨੂੰ ਸੋਲਵ ਕਰ ਸਕਦੇ ਹੋ। ਅੱਗੇ ਦੇਖੋ ਆਪਣੇ ਕੋਲੇ PTQ ਦੀ ਜਿਹੜੀ ਵੈਲਿਊ ਫਾਈਂਡ ਆਊਟ ਕਰਨ ਵਾਸਤੇ ਕਿਹਾ ਹੋਇਆ ਵਾ। ਤਾਂ PTQ ਇਹਦੀ ਵੈਲਿਊ ਤਾਂ ਬਹੁਤ ਜ਼ਿਆਦਾ ਸਿੰਪਲ ਆ, ਆਪਾਂ ਨੂੰ ਪਤਾ ਕਿ ਆਂਸਰ ਇਹਦਾ ਕਿੰਨਾ ਆਜੂਗਾ 70। ਕਿਵੇਂ ਆਊਗਾ, ਪ੍ਰੀਵੀਅਸ ਵੀਡੀਓ ਦੇ ਅੰਦਰ ਇਹਦੀ ਪੂਰੀ ਇਨਫੋਰਮੇਸ਼ਨ ਅਵੇਲੇਬਲ ਆ, ਉੱਥੋਂ ਜਾ ਕੇ ਤੁਸੀਂ ਇੱਕ ਵਾਰੀ ਦੇਖ ਸਕਦੇ ਹੋ। ਮੈਂ ਥੋੜਾ ਫਾਸਟ ਕਰਵਾਉਣ ਦੀ ਕੋਸ਼ਿਸ਼ ਕਰੂੰਗਾ। ਚੱਕਰ ਦੇ ਇੱਕ ਬਾਹਰੀ ਬਿੰਦੂ ਤੋਂ ਚੱਕਰ ਦੀਆਂ ਕਿੰਨੀਆਂ ਸਪਰਸ਼ ਰੇਖਾਵਾਂ, ਕਿੰਨੇ ਟੈਂਜੈਂਟ ਆਪਾਂ ਡਰਾ ਕਰ ਸਕਦੇ ਹਾਂ। ਤਾਂ ਟੈਂਜੈਂਟ ਚੱਕਰ ਦੇ ਇੱਕ ਬਾਹਰੀ ਬਿੰਦੂ ਤੋਂ, ਦੇਖੋ ਮੇਰੇ ਕੋਲ ਚੱਕਰ ਦੇ ਇੱਥੇ ਕੋਈ ਪੁਆਇੰਟ ਆ, ਤਾਂ ਇਹਦੇ ਕਿੰਨੇ ਟੈਂਜੈਂਟ ਡਰਾ ਕੀਤੇ ਜਾ ਸਕਦੇ ਆ, ਸਿਰਫ 2 ਟੈਂਜੈਂਟ ਡਰਾ ਕੀਤੇ ਜਾ ਸਕਦੇ ਇੱਕ ਪੁਆਇੰਟ ਤੋਂ, ਠੀਕ ਆ। ਜੇਕਰ ਉਹ ਕਹਿ ਸਕਦਾ, ਜੇ ਉਹਨੇ ਇੱਥੇ ਇੱਕ ਬਾਹਰੀ ਬਿੰਦੂ ਨਾ ਲਿਖਿਆ ਹੁੰਦਾ ਤਾਂ ਟੋਟਲ ਕਿੰਨੇ ਟੈਂਜੈਂਟ ਡਰਾ ਕਰ ਸਕਦੇ, ਫਿਰ ਇਨਫਾਈਨਾਈਟ ਕਰ ਸਕਦੇ, ਬਟ ਕਿਸੇ ਵੀ ਇੱਕ ਪੁਆਇੰਟ ਤੋਂ ਆਪਾਂ 2 ਹੀ ਕਰ ਸਕਦੇ ਹਾਂ। ਤਾਂ ਆਂਸਰ 2 ਆਊਗਾ। ਇੱਕ ਬਿੰਦੂ Q ਤੋਂ ਇੰਗਲਿਸ਼ 'ਚ ਪੜ੍ਹਦੇ ਆ, ਫਰੋਮ ਅ ਪੁਆਇੰਟ Q the length of the tangent to a circle is a 4 cm and distance of a Q from the center is a 5 cm. the radius of the circle, ਇਹਦਾ ਬਹੁਤ ਜ਼ਿਆਦਾ ਸਿੰਪਲ ਜਿਹਾ ਲਿਖਿਆ ਹੋਇਆ ਵਾ ਐਂਡ ਮੈਂ ਤੁਹਾਡੀ ਡਾਇਗਰਾਮ ਡਰਾ ਕਰ ਦੇਣਾ, ਤੁਸੀਂ ਇਹਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਨੀ ਹੈ। ਕੋਈ ਪੁਆਇੰਟ Q ਆ, ਉਸ ਤੋਂ ਆਪਣੇ ਕੋਲੇ ਟੈਂਜੈਂਟ ਦਾ ਜਿਹੜਾ ਡਿਸਟੈਂਸ ਉਹ ਹੈਗਾ ਆਪਣੇ ਕੋਲੇ 4 cm ਐਂਡ ਫਰੋਮ ਪੁਆਇੰਟ Q ਦੀ ਸੈਂਟਰ ਜਿਹੜਾ ਹੈਗਾ ਆਪਣੇ ਕੋਲੇ, ਸੈਂਟਰ ਦਾ ਜਿਹੜਾ ਡਿਸਟੈਂਸ ਹੋਏਗਾ ਆਪਣੇ ਕੋਲੇ 5। ਤਾਂ ਉਹ ਕਹਿੰਦੇ ਰੇਡੀਅਸ ਫਾਈਂਡ ਆਊਟ ਕਰੋ। ਤਾਂ ਇਹ ਆਪਣੇ ਕੋਲੇ ਇਸ ਤਰ੍ਹਾਂ ਦੀ ਇਕੁਏਸ਼ਨ ਬਣ ਜੂਗੀ, ਆਪਣੇ ਕੋਲੇ 90 ਡਿਗਰੀ ਦਾ ਐਂਗਲ ਹੁੰਦਾ। ਤਾਂ ਇਹ ਆਪਾਂ ਨੂੰ ਪਤਾ ਕਿ ਜੇ 5 ਆ ਤਾਂ ਇਹ 4 ਆ, ਤਾਂ ਆਪਣੇ ਕੋਲੇ 3 ਹੁੰਦਾ। ਤਾਂ ਆਂਸਰ ਆਟੋਮੈਟਿਕਲੀ 3 ਆ ਜਾਊਗਾ। ਆਪਾਂ ਪਾਈਥਾਗੋਰਸ ਨਾਲ ਵੀ ਇੱਥੇ ਸੋਲਵ ਕਰ ਸਕਦੇ ਹਾਂ। ਅੱਗੇ ਦੇਖਦੇ ਹਾਂ ਆਪਾਂ ਨੈਕਸਟ ਕੁਐਸਚਨ 24th। 2 ਕੋਸੈਂਟਰਿਕ ਸਰਕਲ, ਸਮਕੇਂਦਰੀ ਚੱਕਰ। ਸਮਕੇਂਦਰੀ ਚੱਕਰ ਕਿਹੜੇ ਹੁੰਦੇ ਆ, ਜਿਹੜੇ ਬਿਲਕੁਲ ਇੱਕ ਦੂਜੇ ਦਾ ਜਿਹਨਾਂ ਦਾ ਕੇਂਦਰ ਸੇਮ ਹੁੰਦਾ, ਠੀਕ ਆ। ਤਾਂ ਇੱਕ ਦਾ ਰੇਡੀਅਸ ਹੈਗਾ 5 cm, ਸੈਕੰਡ ਦਾ ਰੇਡੀਅਸ ਹੈਗਾ ਆਪਣੇ ਕੋਲੇ 4 cm। ਫਾਈਂਡ ਦੀ ਲੈਂਥ ਆਫ ਕੌਰਡ ਆਫ ਦੀ ਲਾਰਜ ਸਰਕਲ ਵਿਚ ਟੱਚਸ ਦੀ ਸਮੋਲਰ ਸਰਕਲ। ਜਿਹੜੀ ਸਮੋਲਰ ਸਰਕਲ ਨੂੰ ਟੱਚ ਕਰੂਗੀ ਤੇ ਆਪਾਂ ਇੱਕ ਕੌਰਡ ਡਰਾ ਕਰਾਂਗੇ ਐਂਡ ਇਹਦਾ ਲੈਂਥ ਫਾਈਂਡ ਆਊਟ ਕਰਨੀ ਹੈ, ਟੋਟਲ ਕਿੰਨੀ ਆ। ਸਿੰਪਲ ਜੀ ਗੱਲ ਆ, ਜੇਕਰ ਇੱਥੋਂ ਮੈਂ ਡਰਾ ਕਰਾਂ ਲਾਈਨ, ਤਾਂ ਇਹ ਮੇਰੇ ਕੋਲੇ ਵੱਡੇ ਸਰਕਲ ਦਾ ਰੇਡੀਅਸ ਹੋਊਗਾ, ਜਿਹੜਾ ਮੇਰੇ ਕੋਲੇ ਕਿੰਨਾ ਦਿੱਤਾ ਹੋਇਆ ਉਹਨਾਂ ਨੇ 5 cm। ਤਾਂ ਵੱਡੇ ਚੱਕਰ ਦਾ ਜਿਹੜਾ ਮੇਰੇ ਕੋਲੇ ਰੇਡੀਅਸ ਉਹ 5 cm ਦਿੱਤਾ ਹੋਇਆ। ਛੋਟੇ ਇਹ ਜਿਹੜੀ ਮੇਰੇ ਕੋਲੇ ਲਾਈਨ ਹੈ, ਛੋਟੇ ਚੱਕਰ ਦਾ ਰੇਡੀਅਸ ਹੋ ਜਾਊਗਾ ਇਹ 4 ਹੋ ਜਾਊਗਾ, ਠੀਕ ਹੈ, ਛੋਟੇ ਸਰਕਲ ਦਾ। ਤਾਂ ਇਹ ਆਪਣੇ ਕੋਲੇ 5 ਆ, ਇਹ ਆਪਣੇ ਕੋਲੇ 4 ਆ, ਇਹ ਮੇਰੇ ਕੋਲੇ ਜਿਹੜਾ ਐਂਗਲ ਹੁੰਦਾ ਹਮੇਸ਼ਾ 90 ਦਾ ਹੁੰਦਾ। ਇਟ ਮੀਨਸ ਆਟੋਮੈਟਿਕਲੀ ਇਹ 3 ਹੋ ਜਾਊਗੀ। ਜੇ ਇਹ 3 ਆ ਤਾਂ ਫਿਰ ਇਹ ਵੀ 3 ਹੋਊਗੀ ਐਂਡ ਦੋਨੇ 3 ਮੇਰੇ ਕੋਲੇ ਕਿੰਨੇ ਆ ਜਾਊਗੇ, 6 ਆ ਜਾਊਗਾ। ਤਾਂ ਆਂਸਰ ਮੇਰੇ ਕੋਲੇ ਕੀ ਆ ਜਾਊਗਾ, 6। ਅੱਗੇ ਆਪਾਂ ਦੇਖਦੇ ਹਾਂ ਸਾਈਨ ਅੰਡਰ √3 by 2 ਐਂਡ cos ਅੰਡਰ √3 by 2 ਦੀ ਵੈਲਿਊ ਫਾਈਂਡ ਆਊਟ ਕਰੋ। ਇੱਥੇ ਆਪਣੇ ਕੋਲੇ ਦੇਖੋ ਅੰਡਰ √3 by 2, ਸਾਈਨ ਅੰਡਰ √3 by 2 ਕਿੰਨੇ ਤੇ ਹੁੰਦਾ, ਜੇਕਰ ਆਪਾਂ ਇੱਥੋਂ ਦੇਖੀਏ a plus b ਦੀ ਵੈਲਿਊ ਆਊਗੀ। ਤਾਂ ਸਾਈਨ ਜਿਹੜਾ ਹੁੰਦਾ ਅੰਡਰ √3 by 2 60 ਤੇ ਹੁੰਦਾ। cos ਜਿਹੜਾ ਅੰਡਰ √3 ਉਹ ਕਿੰਨੇ ਤੇ ਹੁੰਦਾ ਆਪਣੇ ਕੋਲੇ, ਉਹ ਹੁੰਦਾ ਆਪਣੇ ਕੋਲੇ 30 ਤੇ। ਇਹਦਾ ਇਟ ਮੀਨਸ a minus b ਦੀ ਵੈਲਿਊ ਆਪਣੇ ਕੋਲੇ ਕਿੰਨੀ ਆ ਜਾਊਗੀ, 30 ਆ ਜਾਊਗੀ। ਜਦੋਂ ਸੋਲਵ ਆਊਟ ਕਰਾਂਗੇ ਤਾਂ ਆਪਣੇ ਕੋਲੇ ਕੀ ਆ ਜਾਊਗਾ 2a, ਇਹ ਆਪਣੇ ਕੋਲੇ ਕਿਹਦੀ ਇਕੁਅਲ ਆ ਜਾਊਗਾ 90 ਦੇ ਐਂਡ ਕੈਂਸਲ ਆਊਟ ਕਰਾਂਗੇ ਤਾਂ a ਦੀ ਵੈਲਿਊ ਆਪਣੇ ਕੋਲੇ ਕਿੰਨੀ ਆ ਜਾਊਗੀ 45। ਤਾਂ a ਦੀ ਵੈਲਿਊ ਆਪਣੇ ਕੋਲੇ 45 ਆਊਗੀ ਤੇ ਇੱਥੋਂ ਫਾਈਂਡ ਆਊਟ ਕਰ ਲਾਂਗੇ b ਦੀ ਵੈਲਿਊ ਆਟੋਮੈਟਿਕਲੀ ਆਪਣੇ ਕੋਲੇ 15 ਆ ਜਾਊਗੀ। ਤਾਂ ਉਹਨਾਂ ਨੇ a ਦੀ ਵੈਲਿਊ ਫਾਈਂਡ ਆਊਟ ਕਰਨ ਵਾਸਤੇ ਕਿਹਾ, ਤਾਂ ਆਪਣੇ ਕੋਲੇ b ਦਾ ਸਹੀ ਆਂਸਰ ਆਊਗਾ। ਸਿਮਿਲਰਲੀ ਸਾਈਨ a ਦੀ ਵੈਲਿਊ ਆਪਣੇ ਕੋਲੇ 3/5 ਦਿੱਤੀ ਹੋਈ ਆ, ਤਾਂ ਉਹਨਾਂ ਨੇ tan a ਦੀ ਵੈਲਿਊ ਕਿਹਾ, ਦੱਸੋ ਕੀ ਹੋਊਗੀ। ਦੇਖੋ ਜੇਕਰ ਆਪਾਂ ਇੱਥੋਂ ਟ੍ਰਾਇੰਗਲ ਡਰਾ ਕਰੀਏ ਤਾਂ ਸਾਈਨ ਦੀ ਵੈਲਿਊ ਆਪਣੇ ਕੋਲ ਕਿਹਦੀ ਇਕੁਅਲ ਹੁੰਦੀ ਆ, ਸਾਈਨ ਹੁੰਦਾ ਆਪਣੇ ਕੋਲੇ ਪਰਪੈਂਡੀਕੂਲਰ ਬਾਈ ਹਾਈਪੋਟੇਨਿਊਸ। ਤਾਂ ਇਟ ਮੀਨਸ ਪਰਪੈਂਡੀਕੂਲਰ ਆਪਣੇ ਕੋਲ ਕਿੰਨਾ ਦਿੱਤਾ ਹੋਇਆ 3, ਹਾਈਪੋਟੇਨਿਊਸ ਕਿੰਨਾ ਦਿੱਤਾ ਹੋਇਆ 5, ਤਾਂ ਬੇਸ ਆਪਣੇ ਕੋਲ ਕਿੰਨਾ ਆਜੂਗਾ 4। ਤਾਂ tan ਦੀ ਵੈਲਿਊ ਫਾਈਂਡ ਆਊਟ ਕਰਨੀ ਪਰਪੈਂਡੀਕੂਲਰ ਬਾਈ ਬੇਸ ਹੈ, ਤਾਂ ਮਤਲਬ 3/4। ਤਾਂ ਆਂਸਰ ਆਪਣੇ ਕੋਲ ਕੀ ਆਜੂਗਾ 3।
इस तरह के सम आंसर हमेशा अपने को 10 ही आऊगा, हमेशा 10 नहीं। कहने का मतलब यह है कि जेकर आप इतों 10 कॉमन ले लेंगे तो अंदर अपने को की आऊगा सीकेंड स्क्वेयर, ठीक है, सीकेंड स्क्वेयर ए माइनस 10 स्क्वेयर ए। तो सीकेंड स्क्वेयर ए 10 स्क्वेयर ए अपने को 1 के इक्वल होंगे, तो आंसर अपने को जो बाहर लिखा हुआ 10 ही आ जाऊगा। टैन ए कॉट ए इक्वल आ, देखो टैन तो कॉट इक्वल कदों होंगे, ये सिर्फ एक वैल्यू की होंगे 45 से, तो इन्हों सॉल्व करने की लोड़ नहीं होंगी, तो आंसर अपने को आ जाऊगा सी। साइन 30 डिग्री, कॉस 60 डिग्री, टैन 45 डिग्री, यदि वैल्यू फाइंड आउट करने वास्ते क्या वैल्यू आपको पता ही है, साइन 30 की कितनी होंगी है 1/2 होंगी है, कॉस 60 की कितनी होंगी है 1/2 होंगी है, टैन 45 की कितनी होंगी है 1। ये दोनों ऐड करांगे, अद्धे अद्धा ऐड करांगे तो 1, तो 1 के 1 ऐड करांगे तो 2, तो आंसर अपने को आ जाऊगा डी। यदि वैल्यू फाइंड आउट करने वास्ते क्या बहुत ही सिंपल जी चीज़ है, देखो ये अपने को फॉर्मूला भी होंगे एंड आप इन्हू सॉल्व भी कर सकते हैं। जेकर आप इन्हू ध्यान के नाल देखिए तो आप यदि वैल्यू इतों फाइंड आउट करिए तो टैन 30 की वैल्यू अपने को कितनी होंगी है 1/√3, ठीक है। तो टैन 30 की वैल्यू अपने को कितनी होंगी है 1/√3, तो आप पुट कर देंगे 2/√3 बन जाऊगा ऊपर, ठीक है। एंड थले अपने को स्क्वेयर पाया हुआ है, मतलब जेकर आप 1/√3 का स्क्वेयर करेंगे तो वो अपने को कितना बन जाऊगा 1/3। इट मीनस अपने को क्या जाऊगा 1 + 1/3। तो 1 + 1/3 की खिलाऊंगा, मैं तुम्हें एक थोड़ी चीज़ दसदा, इतने ऐड करने की लोड़ नहीं होती। देखो 1/3 आप इन्हों इदा भी लिख सकते हैं, तो मिक्सड फ्रैक्शन आ, देखो जो प्लस का साइन आप इतों कट देंगे तो आप सिंपल इदा भी लिख सकते हैं। तो 3 ਨੂੰ 3 ਨਾਲ मल्टीप्लाई किया 1 ਨਾਲ किया 3 के 1 ऐड किया 4, तो बन जाऊगा अपने को 4/3। तो सिंपली आप जिन्होंने सॉल्व करने की कोशिश करिए तो अपने को क्या जाऊगा 2/√3 डिवाइडेड बाय 4/3, ठीक है, अपने को √3। तो इन्हों आप अगे सॉल्व करांगे तो अपने को बन जाऊगा 2/√3 मल्टीप्लाई 3/4। तो यह जोड़ा होंगे ये रेसिप्रोकल हो जाता डिनोमीनेटर, ठीक है। इतों कैंसल आउट कर देंगे 2 से एंड ये अपने को कैंसल आ जाऊगा √3, तो यह अपने को बन गया √3/2 दे। तो √3/2 वैल्यू की होंगी है आपको पता होना चाहिए। दो वैल्यू होंगी है, साइन 60 की वैल्यू भी ये होंगी है एंड अपने को cos 30 की वैल्यू भी यही होंगी है। तो साइन 60 या cos 30 जिथे भी लिखा होगा उत्थे आप चेक कर लाँगे, मैंने अरेज कर लिया, तुम स्क्रीनशॉट ले सकते हो उसका। तो साइन 60 या cos 30 तो इतों आप देखा तो साइन 60 ये पे cos 30 भी होगी, cos 30 कितने है नहीं गा, करके कट्टे जाएंगे। तो बेसिकली तुम सिंपली यदा फॉर्मूला भी याद कर सकते हो। ये अपने को इक्वल होंगे, जेकर अपने को इतने कोई भी वैल्यू लिखी हो याद रखियो, ये अपने को साइन इनू 2 मल्टीप्लाई जो भी इतने वैल्यू लिखी होंगी है वो तुम इतने पुट कर सकते हो, तो वो अपने को आंसर आ जाता होंगे, ठीक है। सिंपली फॉर्मूला भी होंगे इसका, या फिर तुम जो मैं तुम्हें सॉल्व करा के दसिया तुम वो भी कर सकते हो, तो तुहाडे डिपेंड करता तुम किहड़े फॉर्मूले नाल उसनूं सॉल्व करोगे। एक डाइस ਉਹਨੂੰ थ्रो किया वंस टाइम एंड फाइंड द प्रोबेबिलिटी ऑफ गेटिंग अ प्राइम नंबर। तो डाइस के उपर वैल्यू कितनी होंगी 1 होंगे 2 होंगे, ठीक है। सिमिलरली अपने को 3 होंगे 4 होंगे 5 होंगे एंड 6 होंगे। प्राइम नंबर किहड़े होंगे अपने को 3 होंगे 2 होंगे 3 होंगे एंड 5 होंगे। तो टोटल कितने होंगे 3, टोटल सारे नंबर कितने 6, कैंसल आउट करेंगे तो अपने को कितना आ जाऊगा 1/2। तो आंसर अपने को क्या आऊगा 1/2 ए। इन्हों विचों किहड़ी घटना की संभावना नहीं हो सकती। घटना की संभावना देखो याद रखियो 100% तो कभी याद ही नहीं होंगी, ठीक है, माइनस विच कदे नहीं होंगी एंड जिहड़ी फ्रैक्शन के वैल्यू आ वो अपने को 1 तो वड्डी कभी नहीं हो सकती, ठीक है। 100% नैगेटिव च नहीं हो सकती एंड 100% तो कभी वड्डी नहीं हो सकती। तो जेकर आप फस्ट देखिए तो पॉसीबल है क्योंकि 1 तो अपने को छोटी हुई है। जेकर आप इनू देखिए तो उपर वाला नंबर अपने को कभी भी वड्डा नहीं होना चाहिए, छोटा ही है। तो देखो जे 7/4 लिखा होंगे फिर नहीं हो सकता सी, पर 4/7 है तो पॉसीबल है। 77% की जेकर आप गल करिए तो 77% पॉसीबल है क्योंकि 100% तो छोटा वा, बट उपर वाला नंबर इतने वड्डा वा तां करके पॉसीबल नहीं। तो आंसर अपने को उही पूछा उन्हें किहड़ा नहीं हो सकता, तो नहीं हो सकता। PE की प्रोबेबिलिटी ये है, नॉट की दसो की होगी। तो आप करेंगे 1 के विचों माइनस कर देंगे, तो 1 के विचों जेकर आप माइनस करिए 0.04 नूं तो अपने को क्या आंसर आ जाएगा 69, तो 0.96, तो 0.96 अपने को इतने पिया होया। एक डब्बे के 35 कार्ड आ, तो उन्होंने उपर 1 तो 25 कार्ड आ, सॉरी 1 तो 25 तक अंक लिखे, उन्होंने एक कार्ड अचानक बाहर कढ़िया जाना, तो 5 के गुणाक वाली संख्या की संभावना आने। 5 का गुणाक मतलब 5 का टेबल, 5 का पहाड़ा। तो 5 का जेकर आप टेबल देखिए 25 तक वो किहड़े नंबर होंगे, एक 5 होंगे 5 होंगे, फिर उस तो बाद 10 होंगे, फिर 15 होंगे, फिर 20 होंगे, फिर 25 होंगे। तो टोटल आप काउंट कर लेने किन्ने 1 2 3 4 एंड 5। तो टोटल अपने को किन्ने 5 अपने को नंबर आउणगे एंड टोटल नंबर अपने को किन्ने 25 एंड 25 से डिवाइड करेंगे तो 1/5 अपने को आंसर आ जाऊगा। ताश के 52 पत्तियां की गुट्टी विचों एक पत्ता अचानक कढ़िया गया, संभावना पता करो। 52 पत्ते वो अचानक एक पत्ता कढ़िया गया, तो चित्र वाला पत्ता फेस कार्ड आउंदी, फेस कार्ड टोटल किन्ने होंदी है याद रखियो। फेस कार्ड जिहड़े होंदे आ ताश दे विच
ਉਹਨਾਂ ਨੂੰ ਉੱਪਰ ਲਿਖ ਲੈਣਾ। ਟੋਟਲ ਆਪਣੇ ਕੋਲੇ ਕਿੰਨੇ ਆ 52 ਥੱਲੇ ਲਿਖ ਲਾਂਗੇ। ਠੀਕ ਹੈ। ਫੇਸ ਕਾਰਡ ਕਿੰਨੇ ਹੁੰਦੇ ਆ? ਸਭ ਤੋਂ ਪਹਿਲਾਂ ਜੇਕਰ ਆਪਾਂ ਗੱਲ ਕਰੀਏ ਤਾਂ ਜੇ ਤੋਂ ਸਟਾਰਟ ਹੁੰਦੇ ਆ, ਜੇ ਦੇ 4 ਕਾਰਡ ਹੁੰਦੇ ਆ। ਉਸ ਤੋਂ ਬਾਅਦ ਕੇ ਆ, ਉਹਦੇ ਆਪਣੇ ਕੋਲੇ 4 ਕਾਰਡ ਹੁੰਦੇ ਆ। ਐਂਡ ਉਸ ਤੋਂ ਬਾਅਦ ਆਪਣੇ ਕੋਲੇ ਕਿਊ ਹੁੰਦੀ, ਕੁਈਨ ਹੁੰਦੀ ਆ, ਐਂਡ ਉਹਦੇ ਵੀ ਆਪਣੇ ਕੋਲੇ 4 ਕਾਰਡ ਹੁੰਦੇ ਆ। ਐਂਡ ਉਸ ਤੋਂ ਬਾਅਦ ਆਪਣੇ ਕੋਲੇ ਕਿੰਗ ਹੁੰਦਾ ਜਿਹੜਾ, ਏਸ ਹੁੰਦਾ ਜਿਹੜਾ, ਉਹਦੇ ਵੀ ਆਪਣੇ ਕੋਲੇ 4 ਕਾਰਡ ਹੁੰਦੇ ਆ। ਤਾਂ ਟੋਟਲ ਜੇਕਰ ਆਪਾਂ ਕਾਊਂਟ ਕਰੀਏ ਤਾਂ ਆਪਣੇ ਕੋਲੇ 16 ਕਾਰਡ ਹੁੰਦੇ ਆ। ਐਂਡ ਆਪਾਂ ਇਹਨੂੰ ਕੈਂਸਲ ਆਊਟ ਕਰ ਲਾਂਗੇ। ਕੈਂਸਲ ਆਊਟ ਕਰਨ 'ਤੇ ਆਪਣੇ ਕੋਲੇ 4 'ਤੇ ਕਰਾਂਗੇ ਤਾਂ ਆ ਗਿਆ 26, 4 'ਤੇ ਕੀਤਾ 13, 4 'ਤੇ ਕੀਤਾ 4, ਤਾਂ 4/13, 4/13 ਆਂਸਰ ਆ ਨਹੀਂ ਰਿਹਾ। ਇਟ ਮੀਨਸ ਇਹਨਾਂ ਨੇ 12 ਲਿਆ ਹੋਵੇ, ਸ਼ਾਇਦ ਏ ਨੂੰ ਇਨਕਲੂਡ ਨਹੀਂ ਕੀਤਾ ਹੋਣਾ, ਜਦੋਂ ਮੇਰੇ ਦਿਮਾਗ 'ਚੋਂ ਨਿਕਲ ਰਿਹਾ ਵਾ। ਤਾਂ 12 ਲਿਆਊਗਾ, 12 'ਤੇ ਕੈਂਸਲ ਆਊਟ ਕਰਾਂਗੇ 4 'ਤੇ ਤਾਂ 3 ਆ ਜਾਊਗਾ, 3/13 ਤਾਂ ਆਪਣੇ ਕੋਲੇ ਏ ਆ ਜਾਊਗਾ। ਠੀਕ ਆ, ਥੋੜ੍ਹਾ ਇਹਨੂੰ ਧਿਆਨ ਦੇ ਨਾਲ ਦੇਖ ਲਓ। ਠੀਕ ਹੈ, ਇੱਥੇ ਮੇਰੇ ਤੋਂ ਗਲਤੀ ਦੇ ਨਾਲ ਏ ਇਨਕਲੂਡ ਕੀਤਾ ਗਿਆ, ਬਟ ਆਪਾਂ ਯਾਦ ਰੱਖਿਓ ਜੇ ਇਨਕਲੂਡ ਕਰਾਂਗੇ, ਕੇ ਇਨਕਲੂਡ ਕਰਾਂਗੇ, ਐਂਡ ਕਿਊ ਇਨਕਲੂਡ ਕਰਾਂਗੇ। ਠੀਕ ਹੈ, ਜੇ ਦੇ 4, ਕੇ ਦੇ 4 ਐਂਡ ਕਿਊ ਦੇ 4, ਟੋਟਲ 12 ਫੇਸ ਕਾਰਡ ਹੁੰਦੇ ਆ। 12 'ਤੇ ਡਿਵਾਈਡ ਕਰਾਂਗੇ ਤਾਂ 3/13 ਆਂਸਰ ਆ ਜਾਊਗਾ ਆਪਣੇ ਕੋਲੇ। ਇੱਥੇ ਆਪਣੇ ਕੋਲੇ ਪੀ ਐਂਗਲ ਦਿੱਤਾ ਹੋਇਆ, ਤਾਂ ਉਹਨਾਂ ਨੇ ਕੀ ਕਿਹਾ ਵਾ, ਸੈਕਟਰ ਦਾ ਜਿਹੜਾ ਵਾ ਉਹ ਫਾਈਂਡ ਆਊਟ ਕਰੋ ਏਰੀਆ, ਸੈਕਟਰ ਦਾ ਏਰੀਆ ਫਾਈਂਡ ਆਊਟ ਕਰੋ। ਤਾਂ ਆਪਣੇ ਕੋਲੇ ਫਾਰਮੂਲਾ ਕੀ ਹੁੰਦਾ, ਜੇਕਰ ਪੀ ਐਂਗਲ ਦਿੱਤਾ ਹੋਇਆ ਤਾਂ ਆਪਣੇ ਕੋਲੇ ਫਾਰਮੂਲਾ ਹੁੰਦਾ ਪੀ ਡਿਵਾਈਡਡ ਬਾਈ 360, ਐਂਡ ਏਰੀਆ ਫਾਈਂਡ ਆਊਟ ਕਰਨਾ ਤਾਂ ਆਪਣੇ ਕੋਲ ਕੀ ਹੁੰਦਾ πr²। ਤਾਂ ਪਹਿਲਾਂ ਤਾਂ ਧਿਆਨ ਨਾਲ ਦੇਖ ਲਓ, ਜਿੱਥੇ 2πr ਲਿਖੋ ਤਾਂ ਵੈਸੇ ਹੀ ਕੱਟ ਦਿਓ। ਕਾਹ ਤੋਂ? ਕਿਉਂਕਿ ਇਹ ਤਾਂ ਆਂਸਰ ਹੋ ਹੀ ਨਹੀਂ ਸਕਦਾ, ਕਿਉਂਕਿ 2πr ਤਾਂ ਆਪਣੇ ਕੋਲੇ ਜਿਹੜਾ ਫਾਰਮੂਲਾ ਹੁੰਦਾ ਉਹ ਹੁੰਦਾ ਪੈਰੀਮੀਟਰ ਦਾ, ਤਾਂ r² ਤਾਂ ਹੋਣਾ ਹੀ ਚਾਹੀਦਾ। ਹੁਣ ਇਹਨਾਂ ਦੋਨਾਂ ਦੇ ਵਿੱਚੋਂ ਕੋਈ ਆਂਸਰ ਹੋਊਗਾ, ਆਪਾਂ ਇਹ ਦੇਖਾਂਗੇ। ਜੇਕਰ ਆਪਾਂ ਇਹਨੂੰ ਥੋੜ੍ਹਾ ਧਿਆਨ ਦੇ ਨਾਲ ਦੇਖਣ ਦੀ ਕੋਸ਼ਿਸ਼ ਕਰੀਏ ਤਾਂ ਇੱਥੇ ਆਪਣੇ ਕੋਲੇ 360 ਲਿਖਿਆ ਹੋਇਆ, ਬਟ ਇਹਨਾਂ ਦੋਨਾਂ ਦੇ ਵਿੱਚ ਕਿਤੇ ਵੀ 360 ਨਹੀਂ ਲਿਖਿਆ, ਤਾਂ ਤੁਹਾਨੂੰ ਇੱਥੇ ਕਨਫਿਊਜ਼ਨ ਹੋ ਸਕਦੀ ਥੋੜ੍ਹੀ। ਬਟ ਜੇਕਰ ਆਪਾਂ ਲਾਸਟ ਵਾਲੇ ਆਪਸ਼ਨ ਨੂੰ ਥੋੜ੍ਹਾ ਧਿਆਨ ਨਾਲ ਕੱਟਾਂਗੇ ਅਤੇ ਕੈਂਸਲ ਆਊਟ ਕਰਾਂਗੇ ਤਾਂ ਆਪਣੇ ਕੋਲ ਇੱਥੇ 360 ਆ ਜਾਊਗਾ। ਤੁਹਾਨੂੰ ਥੋੜ੍ਹਾ ਭੁਲੇਖਾ ਪਾਉਣ ਵਾਸਤੇ ਪਾਇਆ ਹੋਇਆ, ਤਾਂ ਇਹ ਤੁਹਾਡੇ NCERT ਦੇ ਵਿੱਚ ਵੀ ਅਵੇਲੇਬਲ ਆ। ਤਾਂ ਇੱਥੇ ਆਪਣੇ ਕੋਲ DA ਦਾ ਸਹੀ ਆਂਸਰ ਹੋਊਗਾ, ਇਹ ਆਂਸਰ ਸਹੀ ਨਹੀਂ ਹੋਊਗਾ। ਠੀਕ ਆ, ਅੱਗੇ ਦੇਖਦੇ ਹਾਂ ਥੋੜ੍ਹਾ। ਚੱਕਰ ਦੇ 1/4 ਦਾ ਖੇਤਰਫਲ ਕੀ ਹੋਊਗਾ? 1/4 ਦਾ ਖੇਤਰਫਲ ਉਹਦਾ ਪਰਿਮਾਪ ਆਪਾਂ ਨੂੰ ਦਿੱਤਾ ਹੋਇਆ, ਤਾਂ ਇਹਦਾ ਤੁਸੀਂ ਖੁਦ ਫਾਈਂਡ ਆਊਟ ਕਰਨਾ। ਮੈਂ ਤੁਹਾਨੂੰ ਹਿੰਟ ਦੇ ਦੇਵਾਂਗਾ ਇਸ ਦਾ। ਦੇਖੋ, ਆਪਾਂ ਫਾਈਂਡ ਆਊਟ ਕਰਨਾ 1/4 ਦਾ, ਕੁਆਡਰੈਂਟ ਦਾ ਫਾਈਂਡ ਆਊਟ ਕਰਨਾ, ਮਤਲਬ ਚੌਥਾ ਹਿੱਸਾ। ਪਰਿਮਾਪ ਉਹਦਾ ਆਪਣੇ ਕੋਲੇ ਕਿੰਨਾ ਦਿੱਤਾ ਹੋਇਆ ਵਾ 22। ਇਹਦਾ ਮਤਲਬ ਆਪਣੇ ਕੋਲੇ ਕਿਹਦੀ ਵੈਲਿਊ ਦਿੱਤੀ ਆ 2πr ਦੀ ਵੈਲਿਊ ਕਿੰਨੀ ਦਿੱਤੀ ਹੋਈ ਆ 22 ਦਿੱਤੀ ਹੋਈ ਆ। ਅਤੇ ਆਪਾਂ ਨੂੰ ਫਾਈਂਡ ਆਊਟ ਕਰਨ ਵਾਸਤੇ ਕੀ ਹੋਇਆ, ਫਾਈਂਡ ਆਊਟ ਕਰਨਾ ਆਪਾਂ πr²/4 ਇਹਦੀ ਵੈਲਿਊ ਫਾਈਂਡ ਆਊਟ ਕਰਨੀ, ਕਿਉਂਕਿ 4 'ਤੇ ਆਪਾਂ ਤਾਂ ਡਿਵਾਈਡ ਕੀਤਾ ਕਿਉਂਕਿ ਚੌਥੇ ਹਿੱਸੇ ਦੀ ਵੈਲਿਊ ਫਾਈਂਡ ਆਊਟ ਕਰਨੀ ਆ। ਇਸ ਤੋਂ ਪਹਿਲਾਂ r ਫਾਈਂਡ ਆਊਟ ਕਰ ਲਓ, ਇੱਥੇ ਪੁੱਟ ਕਰ ਦਿਓ ਐਂਡ ਫਾਈਂਡ ਆਊਟ ਕਰੋ। ਇੱਕ ਵਰਗ ਸਰਕਲ ਇਜ਼ ਇਨਸਕ੍ਰਾਈਬਡ ਇਨ ਅ ਸਕੁਏਅਰ। ਤਾਂ ਆਪਣੇ ਕੋਲ ਇੱਕ ਸਕੁਏਅਰ ਆ, ਉਹਦੇ ਅੰਦਰ ਇੱਕ ਸਰਕਲ ਨੂੰ ਇਨਸਕ੍ਰਾਈਬਡ ਕੀਤਾ ਹੋਇਆ, ਮਤਲਬ ਇੱਕ ਚੱਕਰ ਆ ਜਿਹੜਾ ਉਹ ਵਰਗ ਦੇ ਵਿੱਚ ਬਣਿਆ। ਇਹਦਾ ਰੇਡੀਅਸ ਹੈਗਾ ਆਪਣੇ ਕੋਲੇ 4 ਸੈਂਟੀਮੀਟਰ। ਫਾਈਂਡ ਦੀ ਸਾਈਡ ਆਫ ਦੀ ਸਕੁਏਅਰ। ਜੇ ਆਪਣੇ ਕੋਲੇ ਰੇਡੀਅਸ ਇਹਦਾ 4 ਸੈਂਟੀਮੀਟਰ ਆ, ਇਟ ਮੀਨਸ ਡਾਇਮੀਟਰ ਕਿੰਨਾ ਹੋਊਗਾ ਫਿਰ ਆਪਣੇ ਕੋਲੇ 8 ਹੋਊਗਾ। ਤਾਂ ਜਿੰਨਾ ਡਾਇਮੀਟਰ ਹੋਊਗਾ ਉਨੀ ਇਹਦੀ ਸਾਈਡ ਹੋਊਗੀ, ਇਟ ਮੀਨਸ ਇਹਦਾ ਆਪਣੇ ਕੋਲੇ ਜਿਹੜੀ ਸਾਈਡ ਹੋ ਜੂਗੀ ਉਹ ਕਿੰਨੀ ਹੋ ਜੂਗੀ 8 ਸੈਂਟੀਮੀਟਰ। ਚੱਕਰ ਦੀ ਵਕਰ ਸਤ੍ਹਾ, ਚੱਕਰ ਦੀ ਵਕਰ ਜਿਸ ਦਾ ਅਰਧ ਵਿਆਸ, ਇੱਕ ਵਾਰੀ ਆਪਾਂ ਇੰਗਲਿਸ਼ ਪੜ੍ਹਦੇ ਹਾਂ। ਦੀ ਕੌਰਡ ਆਫ ਅ ਸਰਕਲ ਮੇਕਸ ਅ ਰਾਈਟ ਐਂਗਲ ਔਨ ਦੀ ਸੈਂਟਰ। ਤਾਂ ਜਿਹੜੀ ਕੌਰਡ ਆ ਉਹ ਆਪਣੇ ਕੋਲੇ ਸੈਂਟਰ ਨਾਲ ਰਾਈਟ ਐਂਗਲ ਬਣਾਉਂਦੀ ਆ, ਐਂਡ ਰੇਡੀਅਸ 10 ਸੈਂਟੀਮੀਟਰ। ਫਾਈਂਡ ਦੀ ਕੋਰਸਪੋਂਡਿੰਗ ਆਰਕ। ਤਾਂ ਕੋਰਸਪੋਂਡਿੰਗ ਆਰਕ ਫਾਈਂਡ ਆਊਟ ਕਰਨ ਵਾਸਤੇ ਕਿਹਾ ਹੋਇਆ ਉਹਨਾਂ ਨੇ, ਦੀ ਕੌਰਡ ਆਫ ਅ ਸਰਕਲ ਮੇਕਸ ਅ ਰਾਈਟ ਐਂਗਲ ਟੂ ਦੀ ਸੈਂਟਰ। ਤਾਂ ਕੌਰਡ ਆ ਜਿਹੜੀ ਉਹ ਸੈਂਟਰ ਦੇ ਨਾਲ ਆਪਣੇ ਕੋਲੇ ਰਾਈਟ ਐਂਗਲ ਬਣਾ ਰਹੀ ਆ, ਐਂਡ ਜਿਹੜਾ ਸਰਕਲ ਦਾ ਰੇਡੀਅਸ ਆ ਉਹ ਆਪਣੇ ਕੋਲੇ ਕਿੰਨਾ ਵਾ 10 ਸੈਂਟੀਮੀਟਰ ਆ। ਠੀਕ ਆ, ਜੇ 10 ਸੈਂਟੀਮੀਟਰ ਆ ਐਂਡ 10 ਸੈਂਟੀਮੀਟਰ, ਤਾਂ ਉਹ ਕਹਿੰਦੇ ਫਾਈਂਡ ਆਊਟ ਕਰੋ ਤੇ 10 ਸੈਂਟੀਮੀਟਰ ਆ, ਤੇ ਇੱਧਰ ਆਪਣੇ ਕੋਲ 10 ਸੈਂਟੀਮੀਟਰ ਹੋ ਜਾਊਗਾ। ਸਿਮਿਲਰਲੀ ਆਪਣੇ ਕੋਲ ਜਿਹੜੀ ਕੌਰਡ ਇੱਥੇ ਆਪਾਂ ਡਰਾ ਕਰ ਲਾਂਗੇ, ਕੌਰਡ ਨੂੰ ਆਪਾਂ ਕਿਸੇ ਹੋਰ ਕਲਰ ਨਾਲ ਡਰਾ ਕਰ ਲੈਂਦੇ ਆ, ਐਂਡ ਕੌਰਡ ਆਪਣੇ ਕੋਲ ਜਿਹੜੀ ਆ ਉਹ ਇੱਥੇ ਬਣ ਜੂਗੀ। ਐਂਡ ਉਹਨੇ ਕੀ ਕਿਹਾ, ਫਾਈਂਡ ਦੀ ਕੋਰਸਪੋਂਡਿੰਗ ਆਰਕ। ਜਾਂ ਆਪਣੇ ਕੋਲ ਜਿਹੜੀ ਕੋਰਸਪੋਂਡਿੰਗ ਆਰਕ ਇਹ ਬਣ ਰਹੀ ਆ ਉੱਪਰ, ਇਹਦਾ ਆਪਾਂ ਡਿਸਟੈਂਸ ਫਾਈਂਡ ਆਊਟ ਕਰਨਾ, ਇਹਦੀ ਆਪਾਂ ਲੈਂਥ ਫਾਈਂਡ ਆਊਟ ਕਰਨੀ ਆ। ਤਾਂ ਬਹੁਤ ਹੀ ਇਹਦਾ ਸਿੰਪਲ ਜਿਹਾ ਤਰੀਕਾ ਵਾ। ਉਹਦੇ ਵਾਸਤੇ ਆਪਾਂ ਕੀ ਕਰਾਂਗੇ, ਐਂਗਲ ਆਪਾਂ ਨੂੰ ਦਿੱਤਾ ਹੋਇਆ 90 ਡਿਗਰੀ ਆ, ਐਂਡ ਇਹ 90 ਡਿਗਰੀ ਐਂਗਲ ਐਂਡ ਆਪਾਂ ਇੱਥੇ ਫਾਈਂਡ ਆਊਟ ਕਰਾਂਗੇ। ਤਾਂ ਸਿੰਪਲ ਆਪਣੇ ਕੋਲੇ ਫਾਰਮੂਲਾ ਕੀ ਹੁੰਦਾ 90 ਡਿਗਰੀ ਡਿਵਾਈਡਡ ਬਾਈ 360। ਇੱਥੇ ਥੀਟਾ ਹੁੰਦਾ ਹੋਵੇ ਬੇਸਿਕਲੀ ਆਪਣੇ ਕੋਲੇ, ਐਂਡ ਆਪਾਂ ਮਲਟੀਪਲਾਈ ਕਰਦੇ ਹੁੰਦੇ ਇਹਨੂੰ 2πr ਦੇ ਨਾਲ। ਜੇਕਰ ਉੱਥੋਂ ਆਪਾਂ ਕੈਂਸਲ ਆਊਟ ਕਰਨ ਦੀ ਕੋਸ਼ਿਸ਼ ਕਰੀਏ ਤਾਂ ਆਪਣੇ ਕੋਲ ਕੀ ਬਣ ਜਾਊਗਾ 1/4। 4 ਨੂੰ ਇੱਥੇ ਕੈਂਸਲ ਆਊਟ 2 ਦੇ ਨਾਲ ਕਰਾਂਗੇ ਤਾਂ ਆਪਣੇ ਕੋਲ ਕੀ ਆ ਜਾਊਗਾ πr ਡਿਵਾਈਡਡ ਬਾਈ 2। ਅਤੇ ਇਹਨੂੰ ਜੇਕਰ ਆਪਾਂ ਸੋਲਵ ਕਰੀਏ, ਪਾਈ ਦੀ ਵੈਲਿਊ ਆਪਾਂ 3.14 ਇੱਥੇ ਪੁੱਟ ਕਰ ਲੈਂਦੇ ਹਾਂ, ਆਰ ਦੀ ਵੈਲਿਊ ਆਪਣੇ ਕੋਲੇ 10 ਆ, ਐਂਡ 2 ਦੀ ਜਗ੍ਹਾ ਆਪਾਂ 2 ਪੁੱਟ ਕਰ ਦਿੰਦੇ ਹਾਂ। ਇੱਥੇ ਇਹਨੂੰ ਮਲਟੀਪਲਾਈ ਕਰ ਦਾਂਗੇ, ਡਿਵਾਈਡ ਕਰ ਦਾਂਗੇ। ਜੇ ਆਪਾਂ ਡਿਵਾਈਡ ਕਰਾਂਗੇ ਤਾਂ ਆਪਣੇ ਕੋਲੇ ਕੀ ਆ ਜਾਊਗਾ 15 ਅਤੇ ਇੱਥੇ ਬਣ ਜਾਊਗਾ 7। ਤਾਂ ਜੇ 10 ਨਾਲ ਮਲਟੀਪਲਾਈ ਕਰਾਂਗੇ ਤਾਂ ਆਪਣੇ ਕੋਲੇ ਬਣ ਜਾਊਗਾ 15.7। ਤਾਂ 15.7 ਜਿਹੜਾ ਆਪਣੇ ਕੋਲੇ ਇੱਥੇ ਸਹੀ ਆਂਸਰ ਆਊਗਾ, B ਆਪਣੇ ਕੋਲੇ ਕੀ ਇਹਦਾ ਸਹੀ ਆਂਸਰ ਆ।
ਅਗਲਾ ਦੇਖਦੇ ਹਾਂ, ਇੱਕ ਬੱਚੇ ਕੋਲ ਇੱਕ ਅਜਿਹਾ ਪਾਸਾ ਹੈ ਜਿਸ ਦੀਆਂ ਫਲਕਾਂ ਦੇ ਉੱਪਰ ਇੱਕ ਆਪਣੇ ਕੋਲੇ ਡਾਈਸ ਹੈ ਕਿਸੇ ਬੱਚੇ ਕੋਲੇ, ਇਹਦੇ ਉੱਪਰ ABCDE ਐਂਡ B ਲਿਖਿਆ ਹੋਇਆ, ਤਾਂ ਇਸ ਪਾਸੇ ਨੂੰ ਸੁੱਟਿਆ ਜਾਂਦਾ ਹੈ ਤਾਂ B ਆਉਣ ਦੀ ਪ੍ਰੋਬੇਬਿਲਿਟੀ ਫਾਈਂਡ ਆਊਟ ਕਰੋ। B ਕਿੰਨੇ ਵਾਰੀ ਆਇਆ ਆਪਣੇ ਕੋਲੇ? 2 ਵਾਰੀ ਆਇਆ, ਇਹਦਾ ਮਤਲਬ 2 ਉੱਪਰ ਆ ਜਾਊਗਾ। ਟੋਟਲ ਕਿੰਨੇ? 1 2 3 4 5 ਐਂਡ 6। ਤਾਂ ਆਪਣੇ ਕੋਲੇ ਪਤਾ ਡਾਈਸ ਦੇ ਵਿੱਚ ਟੋਟਲ 6 ਫੇਸ ਹੀ ਹੁੰਦੇ ਆ, ਤਾਂ ਆਪਾਂ ਕੈਂਸਲ ਆਊਟ ਕਰਾਂਗੇ ਤਾਂ ਆਪਣੇ ਕੋਲ ਕੀ ਆ ਜਾਊਗਾ? 1/3। ਤਾਂ 1/3 ਆਪਣੇ ਕੋਲ ਕੀ ਆ ਜਾਊਗਾ? ਇਹਦਾ ਕਰੈਕਟ ਆਂਸਰ ਹੋਊਗਾ। ਜੇਕਰ ਅੱਗੇ ਆਪਾਂ ਕੁਐਸਚਨ ਦੇਖੀਏ ਤਾਂ ਉਹਦੇ ਵਿੱਚ ਆਪਣੇ ਕੋਲੇ ਲਿਖਿਆ ਹੋਇਆ ਕਿ 98 ਨੂੰ ਅਭਾਜ ਗੁਣ ਖੰਡੀਕਰਨ ਦੇ ਰੂਪ ਵਿੱਚ ਲਿਖੋ। ਤਾਂ ਸਿੰਪਲੀ ਤੁਸੀਂ ਕਰਨਾ ਕੀ ਆ, ਇਸ ਦਾ ਸਿੰਪਲੀ ਆਪਾਂ ਕੀ ਲਵਾਂਗੇ? ਐਲਸੀਐਮ ਲੈ ਲਾਂਗੇ। ਇਹ 2 ਤੇ ਜਾਊਗਾ ਤਾਂ ਆਪਣੇ ਕੋਲ ਕਿੰਨਾ ਆ ਜਾਊਗਾ? 49 ਆ ਜਾਊਗਾ। ਸਿਮਿਲਰਲੀ ਆਪਣੇ ਕੋਲੇ 7 ਐਂਡ 2 ਵਾਰ 7 ਤੇ ਜਾਊਗਾ, ਤਾਂ 2 ਐਂਡ 7 ਦੀ ਪਾਵਰ 2, ਤਾਂ ਆਪਣੇ ਕੋਲੇ ਕੀ C ਇਹਦਾ ਕੀ ਆ ਜਾਊਗਾ? ਕਰੈਕਟ ਆਂਸਰ ਆ ਜਾਊਗਾ। ਅੱਗੇ ਉਹਨੇ ਲਿਖਿਆ ਹੋਇਆ ਕਿ ਬਿਨਾਂ ਲੰਬੀ ਪ੍ਰਕਿਰਿਆ ਕੀਤੇ ਹੋਏ ਤੁਸੀਂ 6/15 ਦਾ ਇਹ ਦੱਸੋ ਕਿ ਦਸ਼ਮਲਵ ਪ੍ਰਸਾਰ ਕਿੱਦਾਂ ਦਾ ਹੋਵੇਗਾ। ਮੈਂ ਤੁਹਾਨੂੰ ਹੁਣੀ ਪਿੱਛੇ ਦੱਸ ਕੇ ਆਇਆ ਤੁਸੀਂ ਕਿੱਦਾਂ ਫਾਈਂਡ ਆਊਟ ਕਰਨਾ ਇਹ, ਐਂਡ ਬਟ ਤੁਸੀਂ ਇਹਦਾ ਥੋੜਾ ਧਿਆਨ ਨਾਲ ਇਹ ਦੇਖਣਾ ਵਾ ਕਿ ਇੱਥੇ ਆਪਣੇ ਕੋਲੇ 3 ਕੈਂਸਲ ਆਊਟ ਹੋ ਜਾਊਗਾ। ਉੱਪਰ ਥੱਲੇ ਜਿਹੜਾ ਆਪਾਂ 3 ਆ 6 ਤੇ ਜੇਕਰ ਆਪਾਂ ਕੈਂਸਲ ਆਊਟ ਕਰਨ ਦੀ ਕੋਸ਼ਿਸ਼ ਕਰੀਏ ਉੱਪਰ 2 ਆ ਜਾਊਗਾ ਐਂਡ ਥੱਲੇ ਆਪਣੇ ਕੋਲੇ 5 ਆ ਜਾਊਗਾ, ਤੇ ਆਪਣੇ ਕੋਲੇ ਟਰਮੀਨੇਟਿੰਗ ਹੋਊਗਾ। ਇਹ ਨਾ ਦੇਖਿਓ ਥੱਲੇ ਆਪਣੇ ਕੋਲੇ 3 ਆ ਜਾਊਗਾ ਬਟ ਉੱਪਰ ਵੀ ਦੇਖੋ ਨਾ ਕੈਂਸਲ ਆਊਟ ਹੋ ਜਾਊਗਾ, ਤਾਂ ਕੈਂਸਲ ਆਊਟ ਕਰਨ ਤੋਂ ਬਾਅਦ ਦੇਖਣਾ ਵਾ, ਤਾਂ ਆਪਣੇ ਕੋਲੇ ਇਹਦਾ ਆਂਸਰ ਵੀ B ਆਊਗਾ। ਪ੍ਰੀਵੀਅਸ ਮੈਂ ਤੁਹਾਨੂੰ ਦੱਸ ਕੇ ਆਇਆ ਵਾਂ। ਇਹ ਵੀ ਆਪਾਂ ਪਿੱਛੇ ਕਰਕੇ ਆਏ ਹਾਂ ਕਿ ਆਪਣੇ ਕੋਲੇ ਜੇਕਰ ਇਹਨਾਂ ਦਾ ਲੱਲਾ ਸੱਸਾ ਵਾਵਾ ਆਪਾਂ ਨੂੰ ਪਤਾ ਵਾ ਤਾਂ ਆਪਾਂ ਮਮਾ ਸੱਸਾ ਵਾਵਾ ਕਿਵੇਂ ਫਾਈਂਡ ਆਊਟ ਕਰਾਂਗੇ? ਇਹਨਾਂ ਦੋਨੇ ਨੰਬਰ ਨੂੰ ਤੁਸੀਂ ਮਲਟੀਪਲਾਈ ਕਰ ਲੈਣਾ ਐਂਡ ਉਹਨੂੰ ਡਿਵਾਈਡ ਕਰ ਦੇਣਾ 182 ਤੇ, ਤਾਂ ਉੱਪਰ ਆਪਣੇ ਕੋਲ ਨੰਬਰ ਕਿੰਨਾ ਹੋ ਜਾਊਗਾ? 91 ਐਂਡ ਆਪਣੇ ਕੋਲ ਕੀ ਆ ਜਾਊਗਾ? 26। ਤਾਂ ਉਹਨੂੰ ਡਿਵਾਈਡ ਕਰ ਦੇਣਾ ਤੁਸੀਂ 182 ਤੇ, ਤਾਂ 182 ਤੇ ਕਰੋਗੇ ਦੇਖੋ ਇਹ 2 ਦੇ ਸਿੰਪਲੀ ਕੈਂਸਲ ਆਊਟ ਹੋ ਰਿਹਾ ਵਾ ਐਂਡ ਇਹਨੂੰ 13 ਤੇ ਕਰਾਂਗੇ ਤਾਂ ਇਹ ਆਪਣੇ ਕੋਲ ਆਂਸਰ ਆ ਜਾਊਗਾ 13। ਤਾਂ B ਆਪਣੇ ਕੋਲੇ ਕੀ ਆ ਜਾਊਗਾ? ਇਹਦਾ ਕਰੈਕਟ ਆਂਸਰ ਆ ਜਾਊਗਾ। ਸਿਮਿਲਰਲੀ ਆਪਾਂ ਪਿੱਛੇ ਕਰਕੇ ਹੀ ਆਏ ਆ ਇਸ ਟਾਈਪ ਦਾ, ਇਹ ਤੁਸੀਂ ਖੁਦ ਦੱਸਣਾ ਕਮੈਂਟ ਬਾਕਸ ਦੇ ਵਿੱਚ। ਪਰ ਮੈਂ ਤੁਹਾਨੂੰ ਥੋੜਾ ਇੱਥੇ ਇਹ ਦੱਸ ਦਵਾਂ ਕਿ ਜਿਹੜਾ ਰੂਟ ਹੁੰਦਾ, ਜੇਕਰ ਰੂਟ ਦੇ ਵਿੱਚ ਆਪਣੇ ਕੋਲ ਕੋਈ ਪ੍ਰਾਈਮ ਨੰਬਰ ਆ ਜਾਏ ਤਾਂ ਉਹ ਆਪਣੇ ਕੋਲੇ ਅਪਰਮੇਯ ਸੰਖਿਆ ਹੁੰਦੀ ਹੈ, ਇਰੈਸ਼ਨਲ ਨੰਬਰ ਹੁੰਦਾ। ਤੇ ਇਰੈਸ਼ਨਲ ਨੰਬਰ ਦੇ ਅੰਦਰ ਜੇਕਰ ਆਪਾਂ ਕਿਸੇ ਵੀ ਰੈਸ਼ਨਲ ਨੰਬਰ ਨੂੰ ਐਡ ਕਰੀਏ ਜਾਂ ਮਾਈਨਸ ਕਰੀਏ ਤਾਂ ਉਹ ਇਰੈਸ਼ਨਲ ਹੀ ਰਹਿ ਜਾਂਦਾ ਹੁੰਦਾ, ਠੀਕ ਆ, ਉਹ ਅਪਰਮੇਯ ਸੰਖਿਆ ਰਹਿ ਜਾਂਦੀ ਹੁੰਦੀ ਹੈ। ਤਾਂ ਤੁਸੀਂ ਇੱਥੇ ਖੁਦ ਦੱਸਣਾ ਜੇਕਰ ਸੰਖਿਆ 3 ਨੂੰ ਭਾਗ ਕਰਨ ਤੇ R ਬਾਕੀ ਬਚ ਜਾਵੇ ਤਾਂ R ਕੀ ਹੋਵੇਗਾ? ਦੇਖੋ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਜੇਕਰ ਕਿਸੇ ਸੰਖਿਆ ਨੂੰ 3 ਨਾਲ ਭਾਗ ਕਰਨਾ, ਜੇਕਰ ਆਪਾਂ ਕਿਸੇ ਵੀ ਸੰਖਿਆ ਨੂੰ 3 ਨਾਲ ਭਾਗ ਕਰੀਏ ਤਾਂ ਜਿਹੜਾ R ਹੁੰਦਾ ਮੈਂ ਤੁਹਾਨੂੰ ਦੱਸਿਆ ਸੀ R ਜਾਂ ਤਾਂ 0 ਹੋ ਸਕਦਾ ਜਾਂ ਫਿਰ ਜਿਹੜਾ R ਆ ਉਹ 3 ਨਾਲੋਂ ਹਮੇਸ਼ਾ ਛੋਟਾ ਹੀ ਰਹੂਗਾ। ਤਾਂ ਤੁਸੀਂ ਇੱਥੇ ਆਪਸ਼ਨ ਦੇ ਵਿੱਚੋਂ ਦੇਖ ਕੇ ਦੱਸਣਾ ਕਿ ਕੀ ਸਹੀ ਆਨਸਰ ਆਊਗਾ। ਅੱਗੇ ਆਪਾਂ ਦੇਖਦੇ ਹਾਂ 2 ਘਾਤੀ ਬਹੁਪਦ ਪਤਾ ਕਰੋ ਜਿਸ ਦੀਆਂ ਸਿਫਰਾਂ ਆਪਣੇ ਕੋਲ ਸਿਫਰਾਂ ਦਾ ਦਿੱਤੀਆਂ ਹੋਈਆਂ, ਸਿਫਰਾਂ ਦਾ ਜੋੜ ਤੇ ਸਿਫਰਾਂ ਦੀ ਗੁਣਨਫਲ ਪਤਾ ਕਰਕੇ ਤੁਸੀਂ ਸਹੀ ਆਨਸਰ ਕਮੈਂਟ ਬਾਕਸ ਦੇ ਵਿੱਚ ਟਾਈਪ ਕਰਕੇ ਦੱਸਣਾ ਕਿ ਇਹਨਾਂ ਦੋਨਾਂ ਦੇ ਵਿੱਚੋਂ ਕੀ ਆਊਗਾ। ਅੱਗੇ ਦੇਖਦੇ ਹਾਂ ਇੱਕ ਰੇਖੀ ਬਹੁਪਦ ਦੀਆਂ ਕਿੰਨੀਆਂ ਸਿਫਰਾਂ ਹੋ ਸਕਦੀਆਂ? ਰੇਖੀ ਬਹੁਪਦ ਦੀਆਂ ਕਿੰਨੀਆਂ ਸਿਫਰਾਂ ਹੋ ਸਕਦੀਆਂ? ਰੇਖੀ ਲਿਖਿਆ ਨਾ, ਰੇਖੀ ਲੀਨੀਅਰ ਆ ਤਾਂ ਉਹਦੀਆਂ ਲੀਨੀਅਰ ਦੀ ਤਾਂ ਇੱਕ ਹੀ ਹੋਊਗੀ, ਠੀਕ ਆ, ਤਾਂ 2 ਘਾਤੀ ਦਾ 2 ਹੋਣਗੀਆਂ। 2 ਘਾਤੀ ਬਹੁਪਦ ਆਪਣੇ ਕੋਲੇ ਉਹਦੇ ਸਿਫਰਾਂ ਦਾ ਜੋੜ ਤੇ ਸਿਫਰਾਂ ਦਾ ਗੁਣਨਫਲ ਪਤਾ ਕਰੋ। ਇਹ ਤੁਸੀਂ ਖੁਦ ਦੱਸਣਾ। ਇੱਕ 2 ਘਾਤੀ ਬਹੁਪਦ ਕੀ ਹੋਵੇਗਾ ਜਿਸ ਦਾ ਸਿਫਰਾਂ ਦਾ ਜੋੜ ਆਪਣੇ ਕੋਲ ਇਹ ਦਿੱਤਾ ਹੋਇਆ, ਸਿਫਰਾਂ ਦੀ ਗੁਣਨਫਲ ਦਿੱਤੀ ਹੋਈ ਹੈ, ਇਹ ਤੁਸੀਂ ਖੁਦ ਫਾਈਂਡ ਆਊਟ ਕਰਕੇ ਦੱਸੋਗੇ, ਠੀਕ ਆ। ਤਾਂ ਸਿੰਪਲ ਜੀ ਗੱਲ ਆਪਣੇ ਕੋਲ ਸਿਫਰਾਂ ਦਾ ਜੋੜ ਵਿਚਾਲੇ ਆ ਜਾਊਗਾ। ਦੇਖੋ ਆਪਣੇ ਕੋਲ ਇਹ ਬਣ ਜਾਊਗਾ ਸਿਫਰਾਂ ਦਾ ਜੋੜ ਆਪਣੇ ਕੋਲ ਕੀ ਆ ਜਾਊਗਾ √2x ਐਂਡ ਸਿਫਰਾਂ ਦੀ ਗੁਣਾ ਆਪਣੇ ਕੋਲ ਕੀ ਆ ਜਾਊਗਾ 1/3 ਤੇ ਆਪਣੇ ਕੋਲ 2, ਠੀਕ। ਤਾਂ ਇਹ ਆਪਣੇ ਕੋਲ ਇਕੁਏਸ਼ਨ ਆ ਜਾਊਗੀ ਬਟ ਤੁਸੀਂ ਦੇਖੋਗੇ ਇੱਥੇ ਕਿਤੇ ਲਿਖਿਆ ਨਹੀਂ ਹੋਇਆ ਇਦਾਂ ਦਾ, ਲਿਖਿਆ ਤਾਂ ਨਹੀਂ ਕਿਉਂਕਿ ਉਹਨਾਂ ਨੇ 3 ਨਾਲ ਮਲਟੀਪਲਾਈ ਕੀਤਾ ਸਾਰੀ ਇਕੁਏਸ਼ਨ ਨੂੰ। ਇੱਥੇ 3 ਨਾਲ ਮਲਟੀਪਲਾਈ ਕਰਾਂਗੇ ਤਾਂ ਆਪਣੇ ਕੋਲ ਕੀ ਬਣ ਜਾਊਗਾ 3x²। ਇੱਥੇ 3 ਨਾਲ ਮਲਟੀਪਲਾਈ ਕਰਾਂਗੇ 3 2 ਨਾਲ ਮਲਟੀਪਲਾਈ ਨਹੀਂ ਹੋਊਗਾ ਤੇ ਅੱਗੇ ਲੱਗ ਜਾਊਗਾ, ਇਹ ਬਣ ਜਾਊਗਾ ਆਪਣੇ ਕੋਲੇ 3 √2x। ਇੱਥੇ 3 ਨਾਲ ਮਲਟੀਪਲਾਈ ਕਰਾਂਗੇ ਤਾਂ 1 ਆ ਜਾਊਗਾ। ਇਹਦੇ ਵਿੱਚੋਂ ਸਹੀ ਆਪਸ਼ਨ ਤੁਸੀਂ ਇਹ ਸਿਲੈਕਟ ਕਰ ਸਕਦੇ ਹੋ। ਹੇਠ ਲਿਖਿਆਂ ਵਿੱਚੋਂ ਕਿਹੜੀ ਸਮੀਕਰਨ ਦਾ ਸਮੀਕਰਨ ਦੇ ਮੁੱਲਾਂ ਦਾ ਜੋੜ ਵਿਚ ਵਨ ਆਫ ਦੀ ਫੋਲੋਇੰਗ ਇਕੁਏਸ਼ਨ ਸਮ ਆਫ ਰੂਟ ਆਪਣੇ ਕੋਲੇ 3 ਕਿੰਨਾ ਦਾ? ਸਮ ਆਫ ਰੂਟ ਮਤਲਬ 0 ਦਾ, ਸਿਫਰਾਂ ਦਾ ਜੋੜ ਹੀ ਕਹਿਣਾ ਚਾਹੁੰਦਾ। ਤਾਂ ਸਿਫਰਾਂ ਦਾ ਜੋੜ ਕਿਹਦੇ ਵਿੱਚ ਆਪਣੇ ਕੋਲੇ ਕੀ ਆ? 3 ਆ। ਤਾਂ ਸਿਫਰਾਂ ਦਾ ਜੋੜ ਦਾ ਫਾਰਮੂਲਾ ਆਪਣੇ ਕੋਲ ਕਹਿੰਦਾ -b/a। ਤਾਂ -b/a ਦੇਖ ਲਓ ਕਿਹਦੇ ਵਿੱਚ ਆ? ਜਿਹਦੇ ਵਿੱਚ 3 ਬਣਦਾ ਹੋਵੇ। ਤਾਂ ਇੱਥੇ ਆਪਾਂ ਦੇਖਾਂਗੇ ਤਾਂ ਇਸ ਇਕੁਏਸ਼ਨ ਦੇ ਵਿੱਚ ਆਪਣੇ ਕੋਲੇ ਦੇਖਾਂਗੇ ਤਾਂ ਆਪਣੇ ਕੋਲੇ 3 ਬਣੂਗਾ, ਬਾਕੀ ਕਿਸੇ ਦੇ ਵਿੱਚ 3 ਨਹੀਂ ਬਣਨਾ। ਇਹਦੇ ਵਿੱਚ 2/3 ਬਣੂਗਾ, ਹੋ ਨਹੀਂ ਸਕਦਾ 2/3। ਇਹਦੇ ਵਿੱਚ ਤਾਂ ਰੂਟ ਆ ਦੋਨਾਂ ਦੇ ਵਿੱਚ ਤੇ ਤਾਂ ਪੋਸੀਬਲ ਹੀ ਨਹੀਂਗਾ। ਕੇ ਦਾ ਮੁੱਲ ਪਤਾ ਕਰੋ, ਕੇ ਦੀ ਵੈਲਿਊ ਫਾਈਂਡ ਆਊਟ ਕਰੋ ਜੇਕਰ ਇਸ ਦਾ ਕੋਈ ਵੀ ਹੱਲ ਨਾ ਹੋਵੇ। ਇਹ ਤੁਸੀਂ ਖੁਦ ਫਾਈਂਡ ਆਊਟ ਕਰਨਾ ਐਂਡ ਮੈਂ ਤੁਹਾਨੂੰ ਦੱਸਿਆ ਹੋਇਆ ਕਿਵੇਂ ਫਾਈਂਡ ਆਊਟ ਕਰਨਾ। ਕੋਈ ਵੀ ਆਪਣੇ ਕੋਲੇ ਹੱਲ ਨਹੀਂਗਾ ਤਾਂ ਕਿਹੜਾ ਫਾਰਮੂਲਾ ਹੁੰਦਾ ਤੁਸੀਂ ਇਸ ਨੂੰ ਸੋਲਵ ਕਰਕੇ ਟਰਾਈ ਕਰਨ ਦੀ ਕੋਸ਼ਿਸ਼ ਕਰਿਓ। ਨਾ ਹੋਇਆ ਤਾਂ ਮੈਂ ਡੈਫੀਨੇਟਲੀ ਅਗਲੀ ਵੀਡੀਓ 'ਚ ਕਰਵਾ ਦੇਵਾਂਗਾ, ਕਮੈਂਟ ਬਾਕਸ ਦੇ ਵਿੱਚ ਦੱਸ ਦਿਓ। ਜੇਕਰ ਆਪਣੇ ਕੋਲੇ ਦੇਖੋ k ਐਂਡ 6 ਐਂਡ k ਆ ਉਹ ਇਹਦਾ ਹੱਲ ਆ, ਸਮੀਕਰਨ ਦਾ ਹੱਲ ਆ, ਤਾਂ k ਦੀ ਵੈਲਿਊ ਦੱਸੋ। ਜੇਕਰ ਇਹ ਸਮੀਕਰਨ ਦਾ ਹੱਲ ਆ ਤਾਂ ਆਪਾਂ ਇਹਦੀ ਵੈਲਿਊ ਪੁੱਟ ਕਰ ਦਾਂਗੇ 6k, ਜਿਹੜਾ ਆਪਣੇ ਕੋਲ x ਆ ਉਹਦੀ ਜਗ੍ਹਾ 6 ਪੁੱਟ ਕਰ ਦਾਂਗੇ ਤਾਂ ਇੱਥੇ ਆਪਣੇ ਕੋਲ 6 ਪੁੱਟ ਕਰਨ ਤੇ ਕਿੰਨਾ ਬਣ ਜਾਊਗਾ 18 ਐਂਡ y ਦੀ ਜਗ੍ਹਾ ਆਪਾਂ ਕੀ ਪੁੱਟ ਕਰ ਦਾਂਗੇ k ਪੁੱਟ ਕਰ ਦਾਂਗੇ ਤਾਂ ਇੱਥੇ ਆਪਣੇ ਕੋਲ ਆ ਜਾਊਗਾ 22 ਐਂਡ 18 ਨੂੰ ਉੱਧਰ ਜਾ ਕੇ ਮਾਈਨਸ ਕਰਾਂਗੇ ਤਾਂ ਆਪਣੇ ਕੋਲੇ k ਦੀ ਵੈਲਿਊ ਕਿੰਨੀ ਆ ਜਾਊਗੀ 4। ਤਾਂ k ਆਪਣੇ ਕੋਲੇ ਕਿੰਨਾ ਆ ਜਾਊਗਾ 4। ਤਾਂ ਇਹ ਆਪਣੇ ਕੋਲੇ ਕੀ ਹੋਊਗਾ ਸਹੀ ਆਨਸਰ ਹੋਊਗਾ। ਜੇਕਰ ਰੇਖੀ ਸਮੀਕਰਨ ਦੇ ਜੋੜੇ ਦੀਆਂ ਰੇਖਾਵਾਂ ਸਮਾਨਾਂਤਰ ਹਨ ਤਾਂ ਸਥਿਤੀ ਵਿੱਚ ਸਮੀਕਰਨ ਦੇ
ਅੱਛਾ ਉਹ ਕਹਿੰਦੇ ਕਿ ਆਪਣੇ ਕੋਲੇ ਕੀ ਆ ਪੇਅਰ ਆਫ ਲੀਨੀਅਰ ਇਕੁਏਸ਼ਨ ਆਰ ਪੈਰਲਲ। ਜੇ ਪੈਰਲਲ ਆ ਤਾਂ ਕਿੰਨੇ ਸੋਲੂਸ਼ਨ ਹੋਣਗੇ, ਤਾਂ ਆਪਾਂ ਨੂੰ ਪਤਾ ਕੋਈ ਸੋਲੂਸ਼ਨ ਨਹੀਂ ਹੁੰਦਾ, ਕਿਉਂਕਿ ਦੋ ਲਾਈਨਾਂ ਹੁੰਦੀਆਂ ਆਪਣੇ ਕੋਲੇ ਇੱਕ ਦੂਜੇ ਨੂੰ ਮੀਟ ਹੀ ਨਹੀਂ ਕਰਦੀਆਂ ਕਿਤੇ, ਤਾਂ ਸੋਲੂਸ਼ਨ ਤਾਂ ਕੋਈ ਹੋ ਹੀ ਨਹੀਂ ਸਕਦਾ। ਜੇਕਰ x = a y = b ਆ ਤਾਂ ਉਹ ਕਹਿੰਦੇ ਆਪਣੇ ਕੋਲੇ ਦੋ ਸਮੀਕਰਨ ਆ, ਇਹਦੇ ਵਿੱਚ a ਤੇ b ਦਾ ਮੁੱਲ ਪਤਾ ਕਰੋ। ਤਾਂ ਸਿੰਪਲੀ ਉਹਨਾਂ ਨੇ ਕਿਹਾ ਇਹੀ ਆ ਕਿ x ਤੇ y ਫਾਈਂਡ ਆਊਟ ਕਰੋ, ਉਹੀ ਤਾਂ a b ਆ, ਤਾਂ ਆਪਾਂ ਇੱਥੋਂ x ਤੇ y ਦੀ ਵੈਲਿਊ ਫਾਈਂਡ ਆਊਟ ਕਰ ਲਾਂਗੇ ਕਿੰਨੀ ਆਊਗੀ। ਤਾਂ ਜੇਕਰ ਆਪਾਂ ਇਹਨੂੰ ਸੋਲਵ ਵੀ ਕਰਾਂਗੇ ਸਿੰਪਲੀ ਆਪਾਂ ਐਲੀਮੀਨੇਸ਼ਨ ਮੈਥਡ ਦੇ ਨਾਲ, ਤਾਂ ਆਪਣੇ ਕੋਲ x ਨਾਲ x ਕੈਂਸਲ ਹੋ ਜਾਊਗਾ, ਇਹ ਬਣ ਜਾਊਗਾ 2x ਕਿਹਦੇ ਇਕੁਅਲ ਆ ਜਾਊਗਾ 6 ਦੇ, ਤਾਂ 2x ਕਿਹਦੇ ਹੈਗਾ 6 ਦੇ ਇਕੁਅਲ, ਐਂਡ ਇਹ ਤੋਂ ਆਪਣੇ ਕੋਲ x ਦੀ ਵੈਲਿਊ ਫਾਈਂਡ ਆਊਟ ਕਰਾਂਗੇ ਤਾਂ 3 ਆ ਜਾਊਗੀ। x ਕਿਹਦੇ ਇਕੁਅਲ ਆ, x ਹੈਗਾ a ਦੀ ਇਕੁਅਲ, ਇਹਦਾ ਮਤਲਬ a ਦੀ ਵੈਲਿਊ ਆਪਣੇ ਕੋਲ ਕਿੰਨੀ ਆ ਗਈ 3 ਆ ਗਈ, ਤਾਂ a ਦੀ ਵੈਲਿਊ ਆਪਣੇ ਕੋਲੇ 3 ਆ ਜੂਗੀ। ਸਿਮਿਲਰਲੀ ਆਪਾਂ ਇੱਥੋਂ y ਦੀ ਵੈਲਿਊ ਫਾਈਂਡ ਆਊਟ ਕਰ ਲਾਂਗੇ, ਤਾਂ ਜੇ ਆਪਣੇ ਕੋਲੇ x 3 ਆ, ਜੇ ਆਪਣੇ ਕੋਲੇ ਇੱਥੇ x ਨੂੰ 3 ਪੁੱਟ ਕਰਾਂਗੇ ਤਾਂ y ਆਪਣੇ ਕੋਲੇ ਕਿੰਨਾ ਆ ਜਾਊਗਾ 1 ਆ ਜਾਊਗਾ, ਠੀਕ ਆ। ਤਾਂ x ਐਂਡ y ਦੀ ਵੈਲਿਊ ਆਪਣੇ ਕੋਲੇ ਕੀ ਆ ਗਈ 1 ਐਂਡ 3, ਤਾਂ ਉਹ ਕੀ ਕਹਿੰਦੇ ਆ a ਤੇ b ਦੀ ਵੈਲਿਊ ਫਾਈਂਡ ਆਊਟ ਕਰੋ, ਤਾਂ ਆਪਣੇ ਕੋਲੇ 1 3 c ਇਹਦਾ ਸਹੀ ਆਨਸਰ ਆ ਜਾਊਗਾ। ਇਸ ਦਾ ਆਪਣੇ ਕੋਲ ਇੱਕ ਵਿਲੱਖਣ ਹੱਲ ਹੈ, ਤੇ k ਦੀ ਵੈਲਿਊ ਫਾਈਂਡ ਆਊਟ ਕਰੋ, ਤੁਸੀਂ ਖੁਦ ਟਰਾਈ ਕਰਨਾ, ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਾ ਹੈ ਕਿੱਦਾਂ ਆਪਾਂ ਸੋਲਵ ਕਰਨਾ। ਚੱਕਰ ਨੂੰ ਦੋ ਬਿੰਦੂਆਂ ਤੇ ਕੱਟਣ ਵਾਲੀ ਰੇਖਾ ਨੂੰ ਕੀ ਕਹਿੰਦੇ ਆ, ਚੱਕਰ ਆ ਜਿਹੜਾ ਉਹਨੂੰ ਦੋ ਬਿੰਦੂਆਂ ਤੇ ਕੱਟਦੀ ਰੇਖਾ, ਠੀਕ ਆ। ਦੋ ਬਿੰਦੂ ਆ ਜਿਹੜੇ ਇਸ ਦੋ ਬਿੰਦੂਆਂ ਤੇ ਜਿਹੜੀ ਰੇਖਾ ਵਾ ਉਹ ਉਸ ਨੂੰ ਕੱਟੂਗੀ, ਠੀਕ ਆ। ਇੱਕ ਤਾਂ ਇੱਕ ਬਿੰਦੂ ਤੇ ਕੱਟਦੀ ਹੁੰਦੀ ਹੈ ਇਹ ਰੇਖਾ ਹੁੰਦੀ ਹੈ, ਇਹਨੂੰ ਤਾਂ ਆਪਾਂ ਟੈਂਜੈਂਟ ਕਹਿ ਦਿੰਦੇ ਹੁੰਦੇ ਆ, ਇੱਕ ਦੋ ਬਿੰਦੂਆਂ ਤੇ ਕੱਟਦੀ ਹੁੰਦੀ ਆ, ਠੀਕ ਆ। ਤਾਂ ਦੇਖੋ ਧਿਆਨ ਦੇ ਨਾਲ ਜੇਕਰ ਆਪਾਂ ਦੇਖੀਏ ਇੱਥੇ, ਜੇਕਰ ਆਪਾਂ ਇਹਨੂੰ ਧਿਆਨ ਦੇ ਨਾਲ ਦੇਖੀਏ ਤਾਂ ਕੋਡ ਟੈਂਜੈਂਟ ਤਾਂ ਹੋ ਨਹੀਂ ਨਾ ਸਕਦਾ ਜੇਕਰ ਆਪਾਂ ਨੂੰ ਨਹੀਂ ਵੀ ਪਤਾ। ਪੁਆਇੰਟ ਆਫ ਕੰਟੈਕਟ ਦਾ ਇੱਕ ਪੁਆਇੰਟ ਦੀ ਗੱਲ ਕਰ ਰਹੇ, ਲਾਈਨ ਦੀ ਗੱਲ ਹੀ ਨਹੀਂ ਕਰ ਰਹੇ। ਹੁਣ ਜਾਂ ਤਾਂ ਆਪਣੇ ਕੋਲੇ ਸੀਕੈਂਟ ਆਊਗਾ ਜਾਂ ਫਿਰ ਆਪਣੇ ਕੋਲੇ ਕੋਡ ਆਊਗਾ, ਇਹਨਾਂ ਦੋਨਾਂ ਦੇ ਵਿੱਚੋਂ ਇੱਕ ਆਨਸਰ ਆਊਗਾ। ਬਟ ਇੱਥੇ ਥੋੜਾ ਧਿਆਨ ਦੇ ਨਾਲ ਦੇਖਣ ਦੀ ਗੱਲ ਇਹ ਆ ਕਿ ਜਿਹੜੀ ਲਾਈਨ ਜਿਹੜਾ ਕੋਡ ਹੈ ਜਿਹੜਾ ਸੀਕੈਂਟ ਹੈ, ਉਹਨਾਂ 'ਚ ਫਰਕ ਕੀ ਹੁੰਦਾ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਇਸ ਦਾ ਆਨਸਰ ਦੇਣ ਦੇ ਲਈ। ਦੇਖਣ ਵਿੱਚ ਆਪਾਂ ਨੂੰ ਬਹੁਤ ਸਿਮਿਲਰ ਲੱਗਣਗੀਆਂ, ਬਟ ਜੇ ਆਪਾਂ ਇਸ ਪੁਆਇੰਟ ਦੀ ਗੱਲ ਕਰੀਏ ਤਾਂ ਇਹ ਆਪਣੇ ਕੋਲੇ ਕੋਡ ਹੁੰਦਾ, ਐਂਡ ਇੱਥੇ ਆਪਾਂ ਸੀਕੈਂਟ ਕਿਵੇਂ ਡਰਾਅ ਕਰ ਸਕਦੇ ਹਾਂ। ਦੇਖੋ ਇਹ ਜਿਹੜੀ ਲਾਈਨ ਡਰਾਅ ਕੀਤੀ ਆਪਣੇ ਕੋਲੇ ਸੀਕੈਂਟ ਹੁੰਦਾ, ਜਿਹੜਾ ਆਪਣੇ ਕੋਲੇ ਕੋਡ ਹੁੰਦਾ ਇਹ ਇਸ ਪੁਆਇੰਟ ਤੇ ਇੰਟਰਸੈਕਟ ਨਹੀਂ ਕਰਦਾ, ਮਤਲਬ ਕੱਟ ਕੇ ਇਹਨੂੰ ਅੱਗੇ ਨਹੀਂ ਲੰਘਦਾ। ਬਟ ਇਹ ਜਿਹੜਾ ਸੀਕੈਂਟ ਹੁੰਦਾ ਇਹ ਕੱਟ ਕੇ ਇਹਨੂੰ ਅੱਗੇ ਲੰਘ ਜਾਂਦਾ, ਇਸ ਪੁਆਇੰਟ ਤੇ ਇੰਟਰਸੈਕਟ ਕਰ ਜਾਂਦਾ। ਤਾਂ ਆਨਸਰ ਆਪਣੇ ਕੋਲੇ ਸੀਕੈਂਟ ਆਊਗਾ, ਇੱਥੇ ਕੋਡ ਨਹੀਂ ਆਊਗਾ। ਕੋਡ ਇਸ ਪੁਆਇੰਟ ਦੇ ਉੱਪਰ ਟੱਚ ਜ਼ਰੂਰ ਕਰਦਾ ਬਟ ਇਸ ਪੁਆਇੰਟ ਨੂੰ ਕੱਟਦਾ ਨਹੀਂਗਾ, ਤਾਂ ਜਿਹੜਾ ਕੱਟ ਕੇ ਅੱਗੇ ਇੰਟਰਸੈਕਟ ਨਹੀਂ ਕਰਦਾ, ਠੀਕ ਆ। ਤਾਂ ਕਰਕੇ ਆਨਸਰ ਆਪਣੇ ਕੋਲੇ ਇੱਥੇ ਸੀਕੈਂਟ ਆਊਗਾ। ਯਾਦ ਰੱਖਿਓ ਕੋਡ ਤੇ ਸੀਕੈਂਟ ਵਿੱਚ ਭੁਲੇਖਾ ਪੈ ਸਕਦਾ, ਥੋੜਾ ਇਸ ਨੂੰ ਧਿਆਨ ਦੇ ਨਾਲ ਆਪਾਂ ਸੋਲਵ ਕਰਨਾ। From a point A, the length of the tangent is the 24 cm and distance A from the center। ਇਹਦੇ ਨਾਲ ਤਾਂ ਆਪਾਂ ਪਿੱਛੇ ਪ੍ਰੀਵੀਅਸ ਕਰਕੇ ਆਏ ਹਾਂ, ਤੁਸੀਂ ਇਹਦਾ ਆਨਸਰ ਖੁਦ ਸੋਲਵ ਕਰਕੇ ਮੈਨੂੰ ਕਮੈਂਟ ਬਾਕਸ ਵਿੱਚ ਦੱਸਣਾ ਵਾ, ਐਂਡ ਇੱਥੇ ਵੀ ਤੁਸੀਂ ਫਾਈਂਡ ਆਊਟ ਕਰ ਸਕਦੇ। ਨਾ ਸੋਲਵ ਹੋਇਆ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਉਹ ਵੀ ਲਿਖ ਸਕਦੇ ਹੋ, ਬਟ ਸਾਰੇ ਬੱਚਿਆਂ ਨੇ ਇਸ ਨੂੰ ਸੋਲਵ ਜ਼ਰੂਰ ਕਰਨਾ, ਵੀਡੀਓ ਪੌਜ਼ ਕਰਕੇ ਐਂਡ ਕਮੈਂਟ ਬਾਕਸ ਵਿੱਚ ਆਨਸਰ ਲਿਖਣਾ। ਦੋ ਇਹ ਆਪਾਂ ਕਰਕੇ ਆਏ ਹਾਂ ਇਸ ਨਾਲ ਦਾ, ਠੀਕ ਹੈ। ਐਂਡ ਛੋਟੇ ਚੱਕਰ ਨੂੰ ਸਪਰਸ਼ ਕਰਦੀ ਰੇਖਾ, ਇਹਦਾ ਆਨਸਰ ਵੀ ਡਾਇਰੈਕਟਲੀ ਆਪਾਂ ਨੂੰ ਪਤਾ ਹੋਊਗਾ। ਕਿੰਨੀਆਂ ਸਪਰਸ਼ ਰੇਖਾਵਾਂ ਹੋ ਸਕਦੀਆਂ ਇੱਕ ਚੱਕਰ ਦੀਆਂ, ਮੈਂ ਤੁਹਾਨੂੰ ਪਿੱਛੇ ਦੱਸ ਕੇ ਆਇਆ ਇਨਫਾਨਾਈਟ। ਜੇਕਰ ਕੋਈ ਇੱਕ ਬਿੰਦੂ ਤੋਂ ਕਵਾਂਗੇ ਤਾਂ ਦੋ ਹੋ ਸਕਦੀਆਂ, ਬਟ ਵੈਸੇ ਉਹਨੇ ਕਿਹਾ ਕਿ ਕਿੰਨੀਆਂ ਹੋ ਸਕਦੀਆਂ, ਤਾਂ ਆਪਣੇ ਕੋਲ ਇਨਫਾਨਾਈਟ। ਮੂਲ ਬਿੰਦੂ ਤੋਂ ਦੂਰੀ ਦੱਸੋ ਕਿੰਨੀ ਹੋਊਗੀ, ਮੂਲ ਬਿੰਦੂ ਤੋਂ ਮੈਂ ਤੁਹਾਨੂੰ ਦੱਸ ਕੇ ਆਇਆ ਸੀ ਕਿ ਇਹਦਾ ਬਸ ਸਕੁਅਰ ਕਰ ਦਿਓ, ਦੋਨਾਂ ਨੂੰ ਐਡ ਕਰ ਦਿਓ, ਕੀ ਹੁੰਦਾ ਆਪਣੇ ਕੋਲ a² + b², ਤਾਂ ਆਪਣੇ ਕੋਲ ਆਨਸਰ ਕੀ ਆ ਜਾਊਗਾ D। ਤਾਂ ਆਪਣੇ ਕੋਲੇ 3 ਪੁਆਇੰਟ ਦਿੱਤੇ ਹੋਏ ਆ, ਤਿੰਨਾਂ ਪੁਆਇੰਟ ਨੂੰ ਇਹ ਦੱਸਿਆ ਹੋਇਆ ਇਹ ਦੱਸੋ ਕੋਲੀਨੀਅਰ ਆ ਕਿ ਆਪਣੇ ਕੋਲੇ ਆਈਸੋਸੇਲਸ ਟ੍ਰਾਇੰਗਲ ਦੇ ਵਰਟਿਸਸ ਆ ਕਿ ਆਪਣੇ ਕੋਲੇ ਇਕੁਇਲੇਟਰ ਟ੍ਰਾਇੰਗਲ ਦੇ ਵਰਟਿਸਸ ਆ। ਤਾਂ ਤੁਸੀਂ ਸਿੰਪਲੀ ਕੀ ਕਰ ਸਕਦੇ ਹੋ, ਸਾਰਿਆਂ ਦਾ ਡਿਸਟੈਂਸ ਫਾਈਂਡ ਆਊਟ ਕਰ ਸਕਦੇ ਹੋ, ਇਹਨਾਂ ਦੋਨਾਂ ਦਾ ਡਿਸਟੈਂਸ ਫਾਈਂਡ ਆਊਟ ਕਰੋ। ਸਿਮਿਲਰਲੀ ਅੱਗੇ ਦੋਨਾਂ ਦਾ ਡਿਸਟੈਂਸ ਫਾਈਂਡ ਆਊਟ ਕਰੋ, ਇਹਨੂੰ ਫਸਟ ਐਂਡ ਲਾਸਟ ਦਾ ਡਿਸਟੈਂਸ ਫਾਈਂਡ ਆਊਟ ਕਰੋ। ਮੈਂ ਜ਼ਿਆਦਾ ਟਾਈਮ ਵੇਸਟ ਨਹੀਂ ਕਰਨਾ ਚਾਹੁੰਦਾ ਕਿਉਂਕਿ ਤੁਹਾਡੇ ਐਗਜ਼ਾਮ ਉਹ ਨੇੜੇ ਆ, ਤਾਂ ਕਰਕੇ ਮੈਂ ਤੁਹਾਡੇ ਲਈ ਛੱਡ ਦਿੰਦਾ ਕਿ ਤੁਸੀਂ ਤਿੰਨੇ ਜਿਹੜੀਆਂ ਸਾਈਡ ਆ ਉਹਦਾ ਡਿਸਟੈਂਸ ਫਾਈਂਡ ਆਊਟ ਕਰਕੇ, ਜੇ ਤਾਂ ਤਿੰਨਾਂ ਦਾ ਵਿੱਚੋਂ ਦੋਵਾਂ ਦਾ ਇਕੁਅਲ ਆ ਗਿਆ ਤਾਂ ਆਈਸੋਸੇਲਸ ਬਣ ਜੂਗੀ, ਜੇਕਰ ਸਾਰਾ ਇਕੁਅਲ ਆ ਗਿਆ ਤਾਂ ਇਕੁਇਲੇਟਰ ਬਣ ਜੂਗੀ, ਜੇਕਰ ਆਪਣੇ ਕੋਲੇ ਦੋ ਸਾਈਡ ਨੂੰ ਐਡ ਕਰਕੇ ਤੀਜੀ ਸਾਈਡ ਦੇ ਇਕੁਅਲ ਆ ਗਿਆ ਤਾਂ ਆਪਣੇ ਕੋਲੇ ਕੋਲੀਨੀਅਰ ਬਣ ਜੂਗੀ, ਠੀਕ ਆ। ਤਾਂ ਇਹ ਤਿੰਨ ਆਪਣੇ ਕੋਲੇ ਪੁਆਇੰਟ ਆ, ਐਂਡ ਤਿੰਨਾਂ ਦੇ ਵਿੱਚੋਂ ਆਪਾਂ ਇਸ ਨੂੰ ਫਾਈਂਡ ਆਊਟ ਕਰ ਸਕਦੇ ਹਾਂ। ਤੁਸੀਂ ਕਿਸੇ ਵੀ ਦੋ ਸਾਈਡ ਨੂੰ ਐਡ ਕਰਕੇ ਤੀਜੀ ਸਾਈਡ ਦੇ ਜੇਕਰ ਇਕੁਅਲ ਆ ਗਿਆ, ਠੀਕ ਆ, ਤਾਂ ਫਿਰ ਕੋਲੀਨੀਅਰ ਹੁੰਦਾ, ਮਤਲਬ ਦੋਆਂ ਨੂੰ ਫਾਈਂਡ ਆਊਟ। ਦੇਖੋ ਇਹਨਾਂ ਦਾ ਡਿਸਟੈਂਸ ਫਾਈਂਡ ਕਰਾਂਗੇ, ਫਿਰ ਇਹਨਾਂ ਦਾ ਡਿਸਟੈਂਸ ਫਾਈਂਡ ਆਊਟ ਕਰਾਂਗੇ, ਐਂਡ ਲਾਸਟ ਦੇ ਵਿੱਚ ਫਸਟ ਤੇ ਲਾਸਟ ਦਾ ਡਿਸਟੈਂਸ ਫਾਈਂਡ ਆਊਟ ਕਰਾਂਗੇ। ਜੇਕਰ ਕਿਸੇ ਦੋ ਨੂੰ ਐਡ ਕਰਕੇ ਤੀਜੇ ਦੇ ਇਕੁਅਲ ਆ ਗਿਆ ਤਾਂ ਉਹ ਕੋਲੀਨੀਅਰ ਆਊਗਾ, ਠੀਕ ਹੈ। ਚਲੋ ਅੱਗੇ ਦੇਖਦੇ ਹਾਂ। ਇੱਕ ਆਪਣੇ ਕੋਲੇ AB ਇੱਕ ਚੱਕਰ ਦਾ ਵਿਆਸ ਹੈ ਤੇ ਚੱਕਰ ਦੇ ਕੇਂਦਰ ਦੇ ਨਿਰਦੇਸ਼ ਬਿੰਦੂ, ਚੱਕਰ ਦੇ ਕੇਂਦਰ ਦੇ ਆਪਣੇ ਕੋਲ ਇਹ ਪੁਆਇੰਟ ਦਿੱਤੇ ਆ ਐਂਡ B ਆਪਣੇ ਕੋਲ ਇਹ ਦਿੱਤਾ ਤਾਂ A ਦੇ। ਤਾਂ ਬਹੁਤ ਹੀ ਜ਼ਿਆਦਾ ਸਿੰਪਲ ਜਿਹਾ 7th ਚੈਪਟਰ ਦੇ ਵਿੱਚ ਆਪਾਂ ਪੜ੍ਹਿਆ ਹੋਇਆ ਵਾ, ਚੱਕਰ ਦੇ ਕੇਂਦਰ ਦੇ ਨਿਰਦੇਸ਼ ਬਿੰਦੂ ਆਪਾਂ ਨੂੰ ਦੇ ਦੇ ਐਂਡ ਇੱਕ ਪੁਆਇੰਟ B ਦੇਤਾ, ਤਾਂ A ਦੇ ਜਿਹੜੇ ਆਪਣੇ ਕੋਲੇ ਦੱਸਣ ਵਾਸਤੇ ਗਿਆ, A ਪੁਆਇੰਟ ਦੇ ਆਪਣੇ ਕੋਲੇ ਸੈਂਟਰ ਦੇ ਦਿੱਤੇ ਹੋਏ ਆ ਐਂਡ ਇਹ ਆਪਣੇ ਕੋਲੇ ਫਾਈਂਡ ਆਊਟ ਕਰਨ ਵਾਸਤੇ ਗਿਆ। ਹੁਣ ਕਾਫੀ ਬੱਚਿਆਂ ਨੂੰ ਇੱਥੇ ਇਹ ਪਤਾ ਨਹੀਂ ਲੱਗੂਗਾ ਕਿ ਇਹਦੀ ਰੇਸ਼ੀਓ ਕਿੰਨੀ ਹੋਊਗੀ ਲਾਈਨ ਦੀ, ਤਾਂ 1:1 ਹੋਊਗੀ ਕਿਉਂਕਿ ਇੱਥੇ ਆਪਣੇ ਕੋਲ ਜਿਹੜਾ ਸੈਂਟਰ ਦੋ ਇਕੁਅਲ ਪਾਰਟ ਦੇ ਅੰਦਰ ਡਿਵਾਈਡ ਹੀ ਕਰਦਾ ਹੁੰਦਾ। ਤਾਂ ਇਹਨੂੰ ਆਪਾਂ ਦੇਖ ਕੇ ਵੀ ਸੋਲਵ ਕਰ ਸਕਦੇ ਹਾਂ ਕਿ ਵੱਡੀ ਦੇ ਵਿੱਚ ਗੱਲ ਨਹੀਂ ਹੁੰਦੀ, ਕਾਹਤੋਂ ਕਿਉਂਕਿ ਦੇਖੋ ਇੱਥੇ 3 ਆਇਆ ਹੋਇਆ, ਤਾਂ 3 ਆਇਆ ਤਾਂ ਮਤਲਬ 3 ਦਾ ਜੇ ਆਪਾਂ ਡਬਲ ਦੇਖੀਏ ਤਾਂ 6 ਹੁੰਦਾ,
ठीक है। 3 ਦਾ ਡਬਲ 6 ਹੁੰਦਾ, ਤੇ ਇਹਦਾ ਮਤਲਬ ਇੱਥੇ ਜੇ 1 ਆ ਤਾਂ ਫਿਰ ਇੱਥੇ ਦੂਜਾ ਪੁਆਇੰਟ 5 ਹੋਊਗਾ, ਤਾਂ 5 ਇੱਥੇ ਕਿੱਥੇ ਦੇਖੋ 5 ਇਹਦੇ ਵਿੱਚ ਹੀ ਪਿਆ ਹੋਇਆ 6 ਦੇ ਵਿੱਚ ਇਕੱਲੇ 'ਚ, ਤਾਂ ਆਪਾਂ ਆਂਸਰ ਸਿੰਪਲੀ ਸੀ ਵੀ ਦੇਖ ਸਕਦੇ ਹਾਂ। ਤੁਸੀਂ ਸੋਲਵ ਵੀ ਕਰ ਸਕਦੇ ਹੋ, ਤਾਂ ਇੱਦਾਂ ਵੀ ਤੁਸੀਂ ਕਰ ਸਕਦੇ ਹੋ, ਠੀਕ ਹੈ। ਤਾਂ ਅੱਗੇ ਦੇਖਦੇ ਹਾਂ, ਕਿਸੇ ਸਮਾਨਾਂਤਰ ਤ੍ਰਿਭੁਜ ਦੇ 3 ਬਿੰਦੂ ਆ, 3 ਬਿੰਦੂ ਆਪਣੇ ਕੋਲ ਦਿੱਤੇ ਹੋਏ ਆ। ਚੌਥਾ ਬਿੰਦੂ ਡੀ ਆ, ਉਹ ਪਤਾ ਕਰੋ। ਸਮਾਨਾਂਤਰ ਚਤੁਰਭੁਜ ਹੈ ਨਾ, ਜੇ ਆਪਾਂ ਨੂੰ ਸਮਾਨਾਂਤਰ ਚਤੁਰਭੁਜ ਦੇ ਦਈਏ ਤਾਂ ਆਪਾਂ ਨੂੰ ਪਤਾ ਲੱਗ ਗਿਆ ਕਿ ਇਹਦੀਆਂ ਆਪੋਜ਼ਿਟ ਸਾਈਡ ਕੀ ਹੋਣਗੀਆਂ, ਇਕੁਅਲ ਹੋਣਗੀਆਂ। ਤਾਂ ਆਪਾਂ ਸਾਰੇ ਪੁਆਇੰਟ ਲਿਖ ਲਾਂਗੇ, ਇੱਥੇ ਏ ਲਿਖ ਲਾਂਗੇ, ਇੱਥੇ ਬੀ ਲਿਖ ਲਾਂਗੇ, ਇੱਥੇ ਸੀ ਲਿਖ ਲਾਂਗੇ, ਸਿਮਿਲਰਲੀ ਡੀ ਲਿਖ ਲਾਂਗੇ। ਤਾਂ ਆਪਣੇ ਕੋਲੇ ਡੀ ਬਿੰਦੂ ਦੀਆਂ ਜਿਹੜੇ ਵੈਲਿਊ ਫਾਈਂਡ ਆਊਟ ਕਰਨ ਵਾਸਤੇ ਕਿ ਆਪਾਂ ਨੂੰ ਐਕਸ ਵਾਈ ਲਿਖ ਕੇ ਸੋਲਵ ਕਰ ਲਾਂਗੇ। ਕਿਉਂ ਤੋਂ ਬਹੁਤ ਹੀ ਸਿੰਪਲ ਜੀ ਚੀਜ਼ ਹੈ ਇੱਥੇ, ਕਿਉਂਕਿ ਸੀ ਡੀ ਦਾ ਜਿਹੜਾ ਡਿਸਟੈਂਸ ਹੋਊਗਾ ਉਹ ਇੱਥੋਂ ਬਰਾਬਰ ਹੋਊਗਾ, ਸਿਮਿਲਰਲੀ ਜਿਹੜਾ ਬੀ ਸੀ ਦਾ ਡਿਸਟੈਂਸ ਹੋਊਗਾ ਉਹ ਇੱਥੋਂ ਬਰਾਬਰ ਹੋਊਗਾ। ਤਾਂ ਆਪਾਂ ਇੱਥੋਂ ਆਪਾਂ ਬਹੁਤ ਹੀ ਇਹਦੇ ਸਿੰਪਲ ਜਿਹੇ ਤਰੀਕੇ ਦੇ ਨਾਲ ਇਸ ਨੂੰ ਸੋਲਵ ਕਰ ਸਕਦੇ ਹਾਂ। ਤਾਂ ਇਸ ਤਰੀਕੇ ਨਾਲ ਤੁਸੀਂ ਇਸਦੀ ਜਿਹੜੀਆਂ ਵੈਲਿਊ ਐਕਸ ਐਂਡ ਜਿਹੜੀਆਂ ਡੀ ਦੀਆਂ ਉਹ ਆਪਾਂ ਐਕਸ ਵਾਈ ਲੈ ਕੇ ਇਸ ਨੂੰ ਇਸ ਤੋਂ ਸੋਲਵ ਕਰ ਲਾਂਗੇ। ਹੋਰ ਵੀ ਤਰੀਕੇ ਨੇ ਕਾਫੀ, ਤੁਸੀਂ ਇੱਥੇ ਕੋਡ ਡਰਾ ਕਰਕੇ ਇਹਦੇ ਅੰਦਰ ਜਿਹੜੇ ਆਪਣੇ ਕੋਲੇ ਡਾਇਗੋਨਲ ਡਰਾ ਕਰਕੇ ਇੱਥੋਂ ਵੀ ਵੈਲਿਊ ਫਾਈਂਡ ਆਊਟ ਕਰ ਸਕਦੇ ਹੋ। ਤਾਂ ਤੁਹਾਡੇ 'ਤੇ ਡਿਪੈਂਡ ਕਰਦਾ ਤੁਸੀਂ ਕਿਹੜੇ ਮੈਥਡ ਨਾਲ ਇਸ ਨੂੰ ਸੋਲਵ ਕਰਨਾ ਚਾਹੁੰਦੇ ਹੋ, ਕਿਉਂਕਿ ਇੱਥੇ ਵੀ ਰੇਸ਼ੋ ਆਪਣੇ ਕੋਲੇ 1:1 ਹੀ ਹੁੰਦੀ ਹੈ। ਤਾਂ ਇਸ ਮੈਥਡ ਦੇ ਨਾਲ ਵੀ ਆਪਾਂ ਇਸ ਨੂੰ ਸੋਲਵ ਕਰ ਸਕਦੇ ਹਾਂ। ਤਾਂ ਕਿਸੇ ਵੀ ਪੁਆਇੰਟ ਦੇ ਤੁਸੀਂ ਲੈ ਕੇ ਦੋਨਾਂ ਦੇ ਵਿੱਚੋਂ ਕੋਈ ਵੀ ਇੱਕ ਮੈਥਡ ਲੈ ਕੇ ਤੁਸੀਂ ਇਸ ਨੂੰ ਸੋਲਵ ਕਰ ਸਕਦੇ ਹੋ। ਕਿਸੇ ਬਿੰਦੂ ਦੇ ਨਿਰਦੇਸ਼ਾਂਕ ਪਤਾ ਕਰੋ। ਨਿਰਦੇਸ਼ਾਂਕ ਪਤਾ ਕਰਨੇ ਇਹ ਤਾਂ ਬਹੁਤ ਹੀ ਅੱਗੇ ਫਾਰਮੂਲਾ ਸਿੰਪਲ ਆਪਾਂ ਡਰਾ ਕਰ ਸਕਦੇ, ਇਹਨੂੰ ਸੋਲਵ ਕਰ ਸਕਦੇ ਹਾਂ। ਤਾਂ ਖੁਦ ਟਰਾਈ ਕਰਨਾ ਐਂਡ ਕਮੈਂਟ ਬਾਕਸ ਵਿੱਚ ਇਸ ਦਾ ਆਨਸਰ ਲਿਖਣਾ। ਇੱਥੇ ਦੇਖੋ ਆਪਣੇ ਕੋਲ ਜਿਹੜੀ ਵੈਲਿਊ ਆ ਥੀਟੇ ਦੀ ਵੈਲਿਊ ਫਾਈਂਡ ਆਊਟ ਕਰਨ ਵਾਸਤੇ ਕਹੀ ਹੋਈ ਹੈ, ਕੀ ਆਊਗੀ। ਦੇਖੋ ਜੇ ਆਪਾਂ 2 ਨੂੰ ਉੱਧਰ ਲੈ ਕੇ ਜਾਈਏ ਤਾਂ ਇਹ ਬਣ ਜੂਗਾ ਆਪਣੇ ਕੋਲ √3/2। ਤਾਂ √3/2 ਕਿੰਨੇ ਦੇ ਹੁੰਦਾ ਆਪਣੇ ਕੋਲ 60 ਦੇ ਹੁੰਦਾ। ਇਹਦੀ ਵੈਲਿਊ ਫਾਈਂਡ ਆਊਟ ਕਰਨ ਵਾਸਤੇ ਕਹੀ ਹੋਈ ਹੈ, ਕਿੰਨੀ ਆਊਗੀ। ਜੇਕਰ ਆਪਾਂ ਇਹਨੂੰ ਸਿੰਪਲੀ ਧਿਆਨ ਦੇ ਨਾਲ ਦੇਖੀਏ, ਇਹਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰੀਏ ਤਾਂ ਆਪਣੇ ਕੋਲੇ ਕੀ ਆ ਜਾਊਗਾ ਕੋਟ ਐਂਡ ਸਾਈਨ। ਜੇਕਰ ਆਪਾਂ ਸਾਈਨ ਨੂੰ ਦੇਖੀਏ ਤਾਂ ਸਾਈਨ ਕਿਹਦਾ ਰੈਸੀਪਰੋਕਲ ਹੁੰਦਾ, ਕੋਸੀਕੈਂਟ ਦਾ ਹੁੰਦਾ। ਤਾਂ ਆਪਣੇ ਕੋਲੇ ਕੀ ਆ ਜਾਊਗਾ ਕੋਟ ਸਕੁਅਰ ਥੀਟਾ ਮਾਈਨਸ ਕੋਸੀਕੈਂਟ ਸਕੁਅਰ ਥੀਟਾ। ਕੋਟ ਸਕੁਅਰ ਥੀਟਾ ਕੋਸੀਕੈਂਟ ਸਕੁਅਰ ਥੀਟਾ ਕਿਹਦੇ ਇਕੁਅਲ ਹੁੰਦਾ 1 ਦੇ ਇਕੁਅਲ ਹੁੰਦਾ। ਤਾਂ ਆਨਸਰ ਆਪਣੇ ਕੋਲੇ ਏ ਆ ਜਾਊਗਾ। ਇਹਦੀ ਵੈਲਿਊ ਫਾਈਂਡ ਆਊਟ ਕਰੋ, ਵੈਲਿਊ ਪੁੱਟ ਕਰਕੇ ਤੁਸੀਂ ਖੁਦ ਇਸ ਨੂੰ ਪਲੱਸ ਕਰਨਾ ਐਂਡ ਉਸ ਤੋਂ ਬਾਅਦ ਵੈਲਿਊ ਫਾਈਂਡ ਆਊਟ ਕਰਕੇ ਕਮੈਂਟ ਬਾਕਸ ਦੇ ਵਿੱਚ ਇਸ ਦਾ ਆਨਸਰ ਲਿਖਣਾ, ਕੀ ਆਊਗਾ 27th ਕੁਐਸਚਨ ਦਾ। ਇੱਥੇ ਆਪਣੇ ਕੋਲੇ ਸਾਈਨ ਏ ਦੀ ਵੈਲਿਊ 1/√2, ਕੋਸ ਏ ਦੀ ਵੈਲਿਊ ਕੋਸ ਬੀ ਦੀ ਵੈਲਿਊ 1 ਦਿੱਤੀ ਹੋਈ ਆ। ਤਾਂ a + b ਦੀ ਵੈਲਿਊ ਫਾਈਂਡ ਕਰੋ। ਦੇਖੋ ਜੇਕਰ ਆਪਾਂ ਇਹਦਾ a ਦੀ ਵੈਲਿਊ ਫਾਈਂਡ ਆਊਟ ਕਰੀਏ ਤਾਂ ਆਪਣੇ ਕੋਲੇ ਕਿੰਨੀ ਆ ਜੂਗੀ 45। ਜੇਕਰ ਆਪਾਂ ਇਹਦਾ b ਦੀ ਵੈਲਿਊ ਫਾਈਂਡ ਆਊਟ ਕਰੀਏ ਤਾਂ ਉਹ ਆਪਣੇ ਕੋਲੇ ਇੱਥੇ ਕਿੰਨੀ ਆ ਜੂਗੀ 0 ਡਿਗਰੀ। ਜੇਕਰ ਆਪਾਂ a ਤੇ b ਨੂੰ ਹੁਣ ਐਡ ਕਰੀਏ, ਇੱਥੇ ਐਡ ਕੀਤਾ ਹੈ ਨਾ, a ਤੇ b ਨੂੰ ਐਡ ਕਰਕੇ ਤਾਂ 45 ਆ ਜੂਗਾ। ਤਾਂ ਜੇਕਰ ਆਪਾਂ ਸਾਈਨ 45 ਦੀ ਵੈਲਿਊ ਫਾਈਂਡ ਆਊਟ ਕਰਾਂਗੇ ਤਾਂ ਆਪਣੇ ਕੋਲੇ ਕੀ ਆ ਜੂਗੀ 1/√2 ਹੀ ਆ ਜੂਗੀ। ਸਿੰਪਲ ਜਿਹੜਾ ਇੱਥੇ ਲਿਖਿਆ ਹੋਇਆ ਉਹੀ ਵੈਲਿਊ ਆ ਜੂਗੀ, ਕਿਉਂਕਿ b ਦੀ ਵੈਲਿਊ ਤਾਂ 0 ਆ ਨਾ। ਤੇ ਜੇਕਰ ਆਪਾਂ a ਤੇ b ਨੂੰ ਐਡ ਕਰਾਂਗੇ ਤਾਂ ਫਿਰ ਵੀ ਆਪਣੇ ਕੋਲੇ 45 ਹੀ ਰਹੂਗਾ। ਤਾਂ ਸਾਈਨ 45 ਦੀ ਵੈਲਿਊ ਤਾਂ ਆਪਣੇ ਕੋਲੇ 1 ਹੁੰਦੀ ਹੋਈ ਆ, ਠੀਕ ਆ। ਤਾਂ ਕਰਕੇ ਆਪਣੇ ਕੋਲੇ ਇੱਥੇ ਵੈਲਿਊ 1/√2 ਆ ਜੂਗੀ। ਇੱਥੇ ਆਪਣੇ ਕੋਲੇ ਫਾਈਂਡ ਆਊਟ ਕਰਨ ਵਾਸਤੇ ਕਿਹਾ ਕੋਸੀਕੈਂਟ ਸਕੁਅਰ ਥੀਟਾ 1 + ਕੋਸ ਥੀਟਾ 1 - ਕੋਸ ਸਕੁਅਰ ਥੀਟਾ। ਜੇਕਰ ਆਪਾਂ ਇਹਨੂੰ ਥੋੜ੍ਹਾ ਧਿਆਨ ਦੇ ਨਾਲ ਦੇਖਣ ਦੀ ਕੋਸ਼ਿਸ਼ ਕਰੀਏ ਤਾਂ ਬਹੁਤ ਹੀ ਇਹਦੇ ਸਿੰਪਲ ਜੀ ਚੀਜ਼ ਆ। ਤਾਂ ਇਹਨੂੰ ਆਪਾਂ ਜੇਕਰ ਮੈਥਡ ਲਾਈਏ ਤੇ a + b a - b ਤਾਂ ਇਹ ਆਪਣੇ ਕੋਲ ਕੀ ਬਣ ਜਾਊਗਾ 1 - ਕੋਸ ਸਕੁਅਰ ਥੀਟਾ। ਤਾਂ 1 - ਕੋਸ ਸਕੁਅਰ ਥੀਟਾ ਕਿਹਦੇ ਇਕੁਅਲ ਹੁੰਦਾ 1 - ਕੋਸ ਸਕੁਅਰ ਥੀਟਾ ਕਿਹਦੇ ਇਕੁਅਲ ਹੁੰਦਾ ਆਪਣੇ ਕੋਲੇ ਸਾਈਨ ਸਕੁਅਰ ਥੀਟੇ ਦੇ। ਤੇ ਸਾਈਨ ਤੇ ਕੋਸ ਦੋਨੇ ਇੱਕ ਦੂਜੇ ਦੇ ਰੈਸੀਪਰੋਕਲ ਹੁੰਦੇ, ਕੋਸੀਕੈਂਟ ਦੇ ਰੈਸੀਪਰੋਕਲ ਕੱਟੇ ਜਾਣਗੇ ਤਾਂ ਆਪਣੇ ਕੋਲ ਆਨਸਰ ਆ ਜਾਊਗਾ 1। ਤਾਂ ਇੱਥੇ ਆਨਸਰ ਆਪਣੇ ਕੋਲ ਕੀ ਆ ਜਾਊਗਾ ਇਹਦਾ 1 ਆ ਜਾਊਗਾ, ਠੀਕ ਆ। ਨੈਕਸਟ ਆਪਣੇ ਕੋਲ ਦਿੱਤਾ ਹੋਇਆ ਵਾ 3 cot। ਤਾਂ ਕਹਿੰਦੇ ਆਪਣੇ ਕੋਲ ਇਹਦੀ ਵੈਲਿਊ ਦੱਸੋ ਕੀ ਹੋਊਗੀ। ਦੇਖੋ ਇਹ ਬਹੁਤ ਜ਼ਿਆਦਾ ਸਿੰਪਲ ਜਿਹੀਆਂ ਚੀਜ਼ਾਂ ਹੁੰਦੀਆਂ, ਇਹਨੂੰ ਬਾਹਲਾ ਸੋਲਵ ਕਰਨ ਵਾਸਤੇ ਟਾਈਮ ਨਹੀਂ ਲੱਗਦਾ ਹੁੰਦਾ। ਮੈਂ ਇੱਥੇ ਥੋੜ੍ਹਾ ਤੁਹਾਨੂੰ ਦੱਸਦਾ। ਦੇਖੋ ਇਹਨੂੰ ਜੇਕਰ ਆਪਾਂ ਥੋੜ੍ਹਾ ਧਿਆਨ ਨਾਲ ਦੇਖੀਏ ਤਾਂ ਇੱਥੇ ਆਪਾਂ ਇਹਨੂੰ ਇਹ ਚੀਜ਼ ਤਾਂ ਫਾਈਂਡ ਆਊਟ ਕਰ ਸਕਦੇ ਹਾਂ ਨਾ ਕਿ ਜਿਹੜਾ ਮੇਰੇ ਕੋਲ ਕੋਟ ਥੀਟਾ ਉਹ ਕਿਹਦੀ ਇਕੁਅਲ ਆ ਜਾਊਗਾ 5/3 ਦੀ ਆ ਜਾਊਗਾ, ਹੈ ਨਾ। ਤਾਂ ਕਿਉਂਕਿ 3 ਉੱਧਰ ਚਲਾ ਜਾਊਗਾ ਤਾਂ 5/3 ਬਣ ਜਾਊਗਾ। ਤੁਸੀਂ ਇਹ ਸਾਰੀ ਜਿਹੜੀ ਇਕੁਏਸ਼ਨ ਆ ਇਹਨੂੰ ਡਿਵਾਈਡ ਕਰ ਦੇਣਾ ਸਾਈਨ ਦੇ ਨਾਲ। ਜੇਕਰ ਮੈਂ ਇੱਥੇ ਸਾਈਨ ਨਾਲ ਡਿਵਾਈਡ ਕਰੂੰਗਾ ਤਾਂ ਸਾਈਨ ਕੈਂਸਲ ਹੋ ਜਾਊਗਾ। ਜੇਕਰ ਮੈਂ ਇੱਥੇ ਸਾਈਨ ਨਾਲ ਡਿਵਾਈਡ ਕਰੂੰਗਾ ਤਾਂ ਇਹ ਮੇਰੇ ਕੋਲ ਕੋਟ ਬਣ ਜਾਊਗਾ, ਠੀਕ ਹੈ। ਇਹ ਮੈਨੂੰ ਸੌਰੀ ਇੱਥੇ ਮਾਈਨਸ ਆ, ਮੈਂ ਦੁਬਾਰਾ ਲਿਖਦਾ ਇਹਨੂੰ। ਜੇਕਰ ਮੈਂ ਇੱਥੇ ਸਾਈਨ ਨਾਲ ਡਿਵਾਈਡ ਕਰੂੰਗਾ ਤਾਂ ਮੇਰੇ ਕੋਲ 5 ਆ ਜਾਊਗਾ। ਜੇਕਰ ਮੈਂ ਇਸ ਜਗ੍ਹਾ ਦੇ ਉੱਪਰ ਸਾਈਨ ਨਾਲ ਡਿਵਾਈਡ ਕਰੂੰਗਾ ਤਾਂ ਮੇਰੇ ਕੋਲ ਕੀ ਬਣ ਜਾਊਗਾ ਕੋਟ ਬਣ ਜਾਊਗਾ, ਠੀਕ ਹੈ। ਕੋਟ ਥੀਟਾ ਬਣ ਜਾਊਗਾ ਐਂਡ ਕੋਟ ਥੀਟੇ ਦੀ ਵੈਲਿਊ ਮੇਰੇ ਕੋਲ ਕਿੰਨੀ ਆ 5/3। ਮੈਂ ਇੱਥੇ ਸਿੰਪਲੀ ਪੁੱਟ ਵੀ ਕਰ ਸਕਦਾ ਨਾ ਕੋਟ ਥੀਟਾ ਮੈਂ ਨਾ ਲਿਖਾਂ ਤਾਂ ਮੈਂ ਸਿੰਪਲ ਇਹਨੂੰ ਆਏ ਲਿਖਦਾ 5 - ਇਹ ਮੇਰੇ ਕੋਲ ਕੋਸ ਵਾਲਾ ਕੀ ਬਣ ਜਾਊਗਾ ਕੋਟ, ਕਿਉਂਕਿ ਮੈਂ ਸਾਈਨ ਨਾਲ ਡਿਵਾਈਡ ਕਰੂੰਗਾ ਇਹਨੂੰ ਤੇ ਮੇਰੇ ਕੋਲ ਬਣ ਜਾਊਗਾ 3 5/3। ਮੈਂ ਸਿੰਪਲ ਇਹਨੂੰ ਆਏ ਲਿਖ ਸਕਦਾ। ਸਿਮਿਲਰਲੀ ਇੱਥੇ ਵੀ ਸਾਈਨ ਹਰ ਇੱਕ ਉੱਪਰ ਥੱਲੇ ਸਾਈਨ ਨਾਲ ਡਿਵਾਈਡ ਕਰਨਾ। ਇੱਥੇ ਸਾਈਨ ਨਾਲ ਡਿਵਾਈਡ ਕਰਾਂਗੇ ਤਾਂ ਮੇਰੇ ਕੋਲ ਸਾਈਨ 5 ਰਹਿ ਜਾਊਗਾ, ਸਾਈਨ ਕੈਂਸਲ ਆਊਟ ਹੋ ਜਾਊਗਾ ਐਂਡ ਇੱਥੇ ਮੈਂ ਸਾਈਨ ਨਾਲ ਡਿਵਾਈਡ ਕਰੂੰਗਾ ਕੋਟ ਬਣ ਜਾਊਗਾ। ਤਾਂ ਕੋਟ ਦੀ ਵੈਲਿਊ ਮੇਰੇ ਕੋਲ ਕਿੰਨੀ ਆ 5/3। ਤਾਂ ਇੱਥੋਂ ਜੇਕਰ ਮੈਂ ਦੇਖਾਂ ਧਿਆਨ ਨਾਲ ਤਾਂ 3 ਨਾਲ 3 ਕੈਂਸਲ 3 ਨਾਲ 3 ਕੈਂਸਲ। 5 ਦੇ ਵਿੱਚੋਂ 5 ਨੂੰ ਮਾਈਨਸ ਕਰੂੰਗਾ ਤਾਂ ਮੇਰੇ ਕੋਲ ਆ ਜਾਊਗਾ 0 ਐਂਡ 5 ਦੇ ਵਿੱਚ ਮੈਂ 5 ਨੂੰ ਐਡ ਕਰੂੰਗਾ ਤਾਂ ਮੇਰੇ ਕੋਲ ਆ ਜਾਊਗਾ 10। ਬਟ 0 ਨੂੰ 10 ਨਾਲ ਡਿਵਾਈਡ ਕਰਾਂਗੇ ਤਾਂ ਆਨਸਰ 0 ਹੀ ਆ ਜਾਊਗਾ। ਤਾਂ ਸੀ ਆਪਣੇ ਕੋਲ ਕੀ ਹੋ ਜਾਊਗਾ ਇਹਦਾ ਕਰੈਕਟ ਆਨਸਰ ਹੋ ਜਾਊਗਾ, ਠੀਕ ਆ। ਕਈ ਵਾਰ ਇਦਾਂ ਦੇ ਸਮ ਦੇਖ ਕੇ ਆਪਾਂ ਨੂੰ ਐਂ ਲੱਗਦਾ ਹੁੰਦਾ ਪਤਾ ਨਹੀਂ ਕਿੰਨਾ ਕੁ ਡਿਫੀਕਲਟ ਆ, ਬਟ ਇਹ ਬਹੁਤ ਜ਼ਿਆਦਾ ਈਜ਼ੀ ਹੁੰਦੇ ਆ ਐਂਡ ਜ਼ਿਆਦਾ ਟੈਨਸ਼ਨ ਲੈਣ ਦੀ ਲੋੜ ਨਹੀਂ ਹੁੰਦੀ ਇਹਨਾਂ 'ਚ। ਇੱਕ ਚੱਕਰ ਦਾ ਘੇਰਾ ਐਂਡ ਖੇਤਰਫਲ
बराबर आ तो ये तुसीं खुद दसना आंसर की आऊगा। बहुत ही ज़्यादा सिंपल जी चीज़ आ। तो फॉर्मूला मैं दस देना अपने को की आ जाऊगा पाई आर स्क्वेयर इज इक्वल टू 2 पाई आर। चलो सॉल्व भी कर दें। तो पाई के नाल पाई कैंसल आर के नाल आर कैंसल, तो आंसर की आ जाऊगा 2। तो 2 इकाइयाँ। ठीक है। 7 सेंटीमीटर आर के व्यास वाले चक्कर का परिमाप है, तुसीं खुद दसना है की आऊगा। इस सम आप पिछे करके आए हैं, तुहानूं पता ही होगा। घड़ी की सूई की लंबाई अपने को दी हुई है 5 मिनट के विच कितना खेत्रफल तय करूगी, ये भी तुहानूं पता होना चाहिए। घड़ी की लंबाई है तो अपने को अर्ध व्यास हो जाऊगा। 5 मिनट के विच करना तो 5 मिनट हो गए। 1 घंटे में कितने मिनट होंगे, 60 मिनट होंगे। तो इतने फॉर्मूला ला दो पाई आर स्क्वेयर। ठीक है। पाई की वैल्यू 22/7, आर की वैल्यू अपने को कितनी दी हुई है इन्होंने 14। ठीक है। 14 वो पुट कर दो एंड इतने अपने को जो भी आंसर सॉल्व हो गया तुम इतने लिख सकते हो। किसी घटना के वापरन की वध तो वध किन्ने प्रतिशत हो सकता, मैं दस के 100% होंगे। नॉट का फाइंड आउट करना तो 1 विचों माइनस कर देंगे, ये आंसर आ जाऊगा। अभाज संख्या की आप पिछे पता करके आए थे, तो आंसर अपने को कितना आया से 1/3। लाल 3 बंटे आ, 2 अपने को नीले बंटे आ, तो थैले विचों 1 बंटा कढ़ना, काला बंटा काला तो बंटा ही है नहीं, तो करके 0। 52 पत्ते में 1 पत्ता कढ़ना, बादशाह होने की कितनी संभावना, 4 बादशाह होंगे टोटल अपने को 4। ठीक है। तो किंग अपने को 4 होंगे, उन्होंने 52 से डिवाइड कर लो एंड जो भी आंसर आऊगा। ठीक है। 1/13 अपने को आंसर आ जाऊगा। कि संभावना संभव नहीं गी, ये तुसीं खुद दसना। मैं तुहानूं पिछे दस के आया कि जी पॉसीबिलिटी वो पॉसीबल नहीं हो सकती। ठीक है। तो यह अपने को क्वेश्चन सी। अगे जेकर आप क्वेश्चन देखने की कोशिश करिए तो बहुत ही ज़्यादा सिंपल जिहा क्वेश्चन है। देखो इत्थे अपने को दिता होया कि इन्हां दे वैल्यू फाइंड आउट करनी है। देखो आप सिंपल की करना, इन्हां दोनों मल्टीप्लाई कर लो, इत्थे अपने को आ जाऊगा 10। तो 10 अपने को आंसर आ जाऊगा। जेकर दो संख्यावां का मम्मा सस्सा वावा ते लला सस्सा वावा दिता तो एक संख्या दी हुई है, तो सिंपल तो आप दूजी संख्या फाइंड आउट कर सकते हैं। ठीक है। मैं तुहानूं दस्सिया होया प्रीवियस दे विच किवें करना। इत्थे अपने को दस्सिया होया कि ये जिहड़ी संख्या इहदा दशमलव प्रसार दसो, ये अपने को डेसीमल एक्सपेंशन दसो की होगा। तुसीं खुद दसना इहदे विचों। देखो ये दो आंसर तो कट्टी जाणगे, इन्हां दोनों दे विचों की आंसर होगा ए एंड सी दे विचों। कमेंट बॉक्स दे विच तुसीं खुद दसना कि की आंसर आऊगा इसका। अशांत आऊगा, नॉन टर्मीनेटिंग रिपीटिंग आऊगा, जां अशांत आऊगा, नॉन टर्मीनेटिंग नॉन रिपीटिंग आऊगा। तुसीं कमेंट बॉक्स दे विच टाइप करके दसना। पाई की वैल्यू की होगी, देखो पाई की वैल्यू अपने को अपरमेय होंदी है, याद रखने वाली गल है। एक गैर सिफर संख्या, परमेय संख्या और अपरमेय, नॉन जीरो रैशनल नंबर तो इरैशनल नंबर, इन्होंने जेकर जोड़ांगे तो आंसर की आऊगा। कमेंट बॉक्स में लिखना, मैं इसका आंसर नहीं लिखांगा इत्थे क्योंकि मैं तुहानूं पहलां दस चुका हाँ। जेकर बहुपद दे दिते गए लेख तो सिफरां की गिनती दसनी आपां। सिफरां की गिनती किवें दस सकते हैं, देखो इत्थों काउंट कर लो टोटल कितनियां सिफर अपने को 2 आ, तो अपने को सिफरां की गिनती कितनी आ चुकी 2। ठीक है। तो अगे देखते हैं, जेकर दो घाती बहुपद के सिफरां का जोड़फल -7 है तो गुणनफल इन्ना, तो समीकरण ये भी तुसीं खुद फाइंड आउट करनी है। घात दसनी है कितनी टोटल पावर देख लो अपने को 3 है, तो अपने को आंसर 3 आ जाऊगा। जेकर दो घाती बहुपद, ये अपने दो घाती बहुपद आ, सिफर हैगी अपने को 2 तो दूजी सिफर हैगी अपने को 5, तो इसका जोड़ दसो ए की वैल्यू कहते फाइंड आउट करो। देखो ये बहुत ही ज़्यादा सिंपल जी चीज़ है, बड़ा डिफिकल्ट है नहीं। जेकर आप सिफरां की जोड़ देखिए तो अपने को कितना आ जाऊगा 7 आ जाऊगा। तो यदा मतलब इतने अपने को 7 होना चाहिए है ना, सिफरां का जोड़ तो 7 ही होना चाहिए। तो करके अपने को जेकर ए की वैल्यू देखोगे तो अपने को कितनी आ जाऊगी 2 आ जाऊगी। तो इतने अपने को बी की होगा, करैक्ट आंसर होगा। इतने अपने को सिफरां की गिनती दसण वास्ते क्या कितनी आऊगी, इतों जेकर थोड़ा जिहा ध्यान दे नाल देखीए तो सिफरां की गिनती इतों 2 आऊगी, 3 नहीं आऊगी। ਉਹਦਾ ਕਾਰਨ ਕੀ ਆ, ਉਹਦਾ ਕਾਰਨ ਇਹ ਆ ਕਿ ਜੇਕਰ ਆਪਾਂ ਇਹਨੂੰ ਖੋਲਾਂਗੇ, ਖੋਲ ਕੇ ਲਿਖਾਂਗੇ, ਠੀਕ ਆ, ਸੌਰੀ ਇੱਥੇ 3 ਆਊਗੀ, ਇੱਥੇ fx ਲਿਖਿਆ ਹੋਇਆ। ਜੇ fx ਨਾ ਲਿਖਿਆ ਹੁੰਦਾ ਮੈਨੂੰ ਇਦਾਂ ਲੱਗਾ ਕਿ ਇਜ਼ ਇਕੁਅਲ ਟੂ ਲਿਖਿਆ। ਸਿਫਰਾਂ ਦੀ ਗਿਣਤੀ ਇੱਥੇ ਆਪਣੇ ਕੋਲ ਕੀ ਆਊਗੀ 3 ਹੋਈ ਆਊਗੀ। ਠੀਕ ਬਟ ਨਹੀਂ ਸੌਰੀ 2 ਹੀ ਆਊਗੀ, ਥੋੜਾ ਇੱਥੇ ਮਿਸਟੇਕ ਹੋ ਗਈ। ਰੀਜ਼ਨ ਕੀ ਆ ਦੇਖੋ ਧਿਆਨ ਨਾਲ, ਜੇਕਰ ਆਪਾਂ ਇਹਨੂੰ ਇੱਥੇ ਓਪਨ ਕਰਾਂਗੇ, ਓਪਨ ਕਰਨ 'ਤੇ ਆਪਣੇ ਕੋਲ x ਦੀ ਵੈਲਿਊ 3 ਆਊਗੀ। ਸਿਮਿਲਰਲੀ ਇੱਥੇ -x ਦੀ ਪਾਵਰ 3 ਲਿਖਿਆ ਹੋਇਆ ਅਤੇ ਇਹ ਦੋਨੇ ਕੈਂਸਲ ਹੋ ਜਾਣਗੇ। ਜੇ ਕੈਂਸਲ ਹੋ ਜਾਣਗੇ ਤਾਂ ਆਪਣੇ ਕੋਲ x ਦੀ ਪਾਵਰ ਇਕੱਲੀ 2 ਹੀ ਬਚੂਗੀ। ਤਾਂ ਕਰਕੇ ਇੱਥੇ ਸਿਫਰਾਂ ਦੀ ਗਿਣਤੀ ਜੇਕਰ ਆਪਾਂ ਫਾਈਂਡ ਆਊਟ ਕਰਾਂਗੇ ਤਾਂ 2 ਆਊਗਾ। ਅੱਗੇ ਆਪਾਂ ਦੇਖੀਏ ਤਾਂ ਆਪਣੇ ਕੋਲ ਦੇਖੋ ਇਹ ਦੋ ਸਮੀਕਰਨਾਂ ਦਿੱਤੀਆਂ ਹੋਈਆਂ, ਤਾਂ ਸੋਲਿਊਸ਼ਨ ਦੱਸਣੇ ਆ। ਇਹ ਤੁਸੀਂ ਖੁਦ ਫਾਈਂਡ ਆਊਟ ਕਰਨਾ ਕਿੰਨੇ ਨੰਬਰ ਆਫ ਸੋਲਿਊਸ਼ਨ ਹੋਣਗੇ। ਦੋ ਸੰਖਿਆਵਾਂ, 2 ਅੰਕਾਂ ਵਾਲੀ ਸੰਖਿਆਵਾਂ ਦਾ ਜੋੜਫਲ ਆਪਣੇ ਕੋਲ 7 ਹੈਗਾ ਵਾ। 2 ਅੰਕਾਂ ਵਾਲੀ ਸੰਖਿਆਵਾਂ ਦਾ ਜੋੜਫਲ 7 ਆ। ਜੇਕਰ ਇੱਕ ਸੰਖਿਆ ਆਪਣੇ ਕੋਲ ਜੇਕਰ ਇਸ ਸੰਖਿਆ ਵਿੱਚ 27 ਜੋੜਿਆ ਜਾਵੇ ਤਾਂ ਇਸ ਦੇ ਅੰਕ ਆਪਸ ਵਿੱਚ ਬਦਲ ਜਾਂਦੇ ਹਨ। ਇਸ ਪ੍ਰਸਥਿਤੀ ਤੋਂ ਬਣੀ ਸਮੀਕਰਨ ਦੱਸੋ ਕਿਉਂ। ਦੇਖੋ ਦੋ ਅੰਕਾਂ ਵਾਲੀ ਸੰਖਿਆ ਦਾ ਜੋੜ, 2 ਅੰਕਾਂ ਵਾਲੀ ਸੰਖਿਆ ਆਪਾਂ ਇਦਾਂ ਲਿਖ ਸਕਦੇ ਹਾਂ 10x + y। ਠੀਕ ਆ, ਤਾਂ ਜੇਕਰ ਉਹ ਕਹਿੰਦੇ ਇਸ ਦੇ ਵਿੱਚ 27 ਜੋੜ ਦਿੱਤਾ ਜਾਵੇ,
ठीक है। तो ਇਹਦੀ ਜਿਹੜੀ ਪ੍ਰਸਥਿਤੀ ਉਹ ਚੇਂਜ ਹੋ ਜਾਂਦੀ ਹੈ। ਇਹਦਾ ਮਤਲਬ ਕੀ ਹੋ ਜਾਂਦਾ ਹੈ ਆਪਣੇ ਕੋਲੇ 10y ਐਂਡ x ਬਣ ਜਾਂਦਾ, ਠੀਕ ਆ। ਤਾਂ ਉਹ ਕਹਿੰਦੇ ਇਸ ਤੋਂ ਬਣੀ ਹੋਈ ਸੰਖਿਆ ਜਿਹੜੀ ਆ ਉਹਦਾ ਸਾਨੂੰ ਸਮੀਕਰਨ ਦੱਸੋ ਕਿਹੜੀ ਹੋਊਗੀ। ਐਂਡ ਇੱਥੇ ਇਹ ਵੀ ਲਿਖਿਆ ਹੋਇਆ ਕਿ ਜਿਹੜੇ ਸਮ ਆਫ ਡਿਜਿਟ ਹੈ ਇਹਨਾਂ ਦਾ ਉਹਦਾ ਜੋੜ ਹੈਗਾ ਆਪਣੇ ਕੋਲੇ 9। ਇਹਦਾ ਮਤਲਬ ਉਹਨੇ ਇਹ ਵੀ ਕਿਹਾ ਹੋਇਆ ਕਿ x ਤੇ y ਨੂੰ ਜੇਕਰ ਤੁਸੀਂ ਐਡ ਕਰੋਗੇ ਤਾਂ ਆਪਣੇ ਕੋਲੇ ਕਿੰਨਾ ਆਊਗਾ 9 ਆ ਜਾਊਗਾ, ਠੀਕ ਆ। ਤੇ ਇੱਥੋਂ ਜੇਕਰ ਆਪਾਂ ਇਕੁਏਸ਼ਨ ਬਣਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਬਹੁਤ ਹੀ ਸਿੰਪਲ ਜੀ ਇਕੁਏਸ਼ਨ ਆਪਾਂ ਇੱਥੋਂ ਬਣਾ ਸਕਦੇ ਹਾਂ। ਦੇਖੋ ਇੱਥੋਂ ਆਪਾਂ ਜੇਕਰ ਦੇਖੀਏ ਇਸ 27 ਨੂੰ ਆਪਾਂ ਦੂਸਰੀ ਸਾਈਡ ਲੈ ਜਾਈਏ ਤਾਂ ਇਸ ਸਾਈਡ 'ਤੇ ਲੈ ਜਾਈਏ ਤਾਂ ਆਪਣੇ ਕੋਲੇ ਇਕੁਏਸ਼ਨ ਜਿਹੜੀ ਬਣੂਗੀ ਇੱਥੋਂ x ਮਾਈਨਸ ਕਰ ਦਾਂਗੇ ਇੱਧਰ ਤਾਂ ਆਪਣੇ ਕੋਲ ਕੀ ਬਣ ਜਾਊਗਾ 9x। ਤਾਂ ਸਿਮਿਲਰਲੀ ਆਪਾਂ 10y ਨੂੰ ਇੱਧਰ ਲੈ ਕੇ ਆਵਾਂਗੇ ਤਾਂ ਆਪਣੇ ਕੋਲ ਕੀ ਬਣ ਜਾਊਗਾ -9y ਇਜ਼ ਇਕੁਅਲ ਟੂ -27, ਠੀਕ ਆ। ਤਾਂ ਮਾਈਨਸ ਆਪਣੇ ਕੋਲ ਕਿੰਨਾ ਆ ਜਾਊਗਾ 27। ਐਂਡ ਸਿਮਿਲਰਲੀ ਆਪਣੇ ਕੋਲ ਇੱਥੇ ਇਕੁਏਸ਼ਨ ਦਿੱਤੀ ਹੋਈ ਹੈ x + y ਇਜ਼ ਇਕੁਅਲ ਟੂ 9। ਤਾਂ ਇੱਥੇ ਆਪਾਂ ਵੈਲਿਊ ਪੁੱਟ ਕਰਕੇ x ਐਂਡ y ਦੀ ਵੈਲਿਊ ਵੀ ਇੱਥੋਂ ਫਾਈਂਡ ਆਊਟ ਬੇਸਿਕਲੀ ਆਪਾਂ ਇੱਥੋਂ ਵੈਲਿਊ ਫਾਈਂਡ ਆਊਟ ਕਰ ਲਾਂਗੇ ਤੇ x ਐਂਡ y ਦੀ, ਕਿਉਂਕਿ ਆਪਣੇ ਕੋਲ ਇਕੁਏਸ਼ਨ ਦਿੱਤੀ ਹੋਈ ਆ। ਇੱਥੇ ਆਪਾਂ 9 ਨਾਲ ਡਿਵਾਈਡ ਕਰਾਂਗੇ ਤਾਂ ਆਪਣੇ ਕੋਲ ਕੀ ਆ ਜਾਊਗਾ, ਇਹ ਬਣ ਜਾਊਗਾ x - y ਇਜ਼ ਇਕੁਅਲ ਟੂ -3, ਠੀਕ ਆ। ਐਂਡ ਇਹਨੂੰ ਆਪਾਂ ਸੋਲਵ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਆਪਣੇ ਕੋਲ ਕੀ ਬਣ ਜਾਊਗਾ 2x ਇਜ਼ ਇਕੁਅਲ ਟੂ 6 ਐਂਡ x ਇਜ਼ ਇਕੁਅਲ ਟੂ 3। x ਦੀ ਵੈਲਿਊ ਜੇਕਰ ਆਪਾਂ 3 ਆ ਜੂਗੀ ਤਾਂ ਇਹਦਾ ਮਤਲਬ ਕਿ y ਦੀ ਵੈਲਿਊ ਆਪਣੇ ਕੋਲ ਕਿੰਨੀ ਆ ਗਈ 6। ਤਾਂ x ਦੀ ਵੈਲਿਊ 3 ਐਂਡ y ਦੀ ਵੈਲਿਊ 6। ਤਾਂ ਆਪਾਂ ਇੱਥੇ ਕਿਤੇ ਵੀ ਪੁੱਟ ਕਰਕੇ ਦੇਖ ਲਾਂਗੇ x 3 ਐਂਡ y 6। x ਨੂੰ ਜੇਕਰ ਆਪਾਂ ਇੱਥੇ 3 ਪੁੱਟ ਕਰਕੇ y ਨੂੰ ਜੇਕਰ ਆਪਾਂ 6 ਪੁੱਟ ਕਰਕੇ ਤਾਂ ਆਨਸਰ ਨਹੀਂ ਸਹੀ ਆ ਸਕਦਾ, ਕਿਉਂਕਿ ਦੋਨਾਂ ਨੂੰ ਐਡ ਕਰਕੇ 9 ਬਣੂਗਾ ਬਟ ਇੱਥੇ 27 ਲਿਖਿਆ ਹੋਇਆ। ਇੱਥੇ ਦੋਨਾਂ ਨੂੰ ਐਡ ਕਰਕੇ 9 ਬਣਦਾ, ਇਟ ਮੀਨਸ ਇਹ ਆਨਸਰ ਆਪਣੇ ਕੋਲੇ ਸਹੀ ਆ। ਅੱਗੇ ਆਪਾਂ ਫਿਰ ਦੇਖਣ ਦੀ ਲੋੜ ਬਣੇਗੀ। ਤਾਂ ਆਈ ਥਿੰਕ ਕਿ ਤੁਹਾਨੂੰ ਇਹ ਚੀਜ਼ ਸਮਝ ਲੱਗ ਗਈ ਹੋਊਗੀ। ਜੇਕਰ ਨਹੀਂ ਲੱਗੀ ਇੱਕ ਵਾਰੀ ਰਿਪੀਟ ਕਰ ਲਓ, 2-3 ਵਾਰ ਰਿਪੀਟ ਕਰ ਲਿਓ। ਮੈਂ ਜ਼ਿਆਦਾ ਟਾਈਮ ਇੱਥੇ ਵੇਸਟ ਨਹੀਂ ਕਰਾਂਗਾ ਕਿਉਂਕਿ ਥੋੜੀ ਵੀਡੀਓ ਜ਼ਿਆਦਾ ਲੈਂਥੀ ਹੋ ਜਾਊਗੀ, ਥੋੜਾ ਫਾਸਟ ਕਰਾਂਗਾ। ਇੱਥੇ ਆਪਣੇ ਕੋਲ ਕੀ ਲਿਖਿਆ ਹੋਇਆ ਕਿ ਇੰਟਰਸੈਕਟਿੰਗ ਲਾਈਨ ਆ ਜਿਹੜੀ ਪੇਅਰ ਆਫ ਇੰਟਰਸੈਕਟਿੰਗ ਲਾਈਨ ਇਕੁਏਸ਼ਨ। ਇੰਟਰਸੈਕਟਿੰਗ ਲਾਈਨ ਦੇ ਆਪਣੇ ਕੋਲ ਜਿਹੜੀ ਲਾਈਨ ਹੁੰਦੀ ਆ ਉਹ ਆਪਣੇ ਕੋਲੇ ਕੋਇਨਸੀਡੈਂਟ ਹੁੰਦੀ ਆ ਜਾਂ ਕੰਸਿਸਟੈਂਟ ਹੁੰਦੀ ਆ, ਇਨਕਨਸਿਸਟੈਂਟ ਹੁੰਦੀ ਆ ਜਾਂ ਫਿਰ ਸਮਾਨਾਂਤਰ ਹੁੰਦੀ ਆ। ਤਾਂ ਉਹ ਆਪਣੇ ਕੋਲ ਕੀ ਹੁੰਦੀ ਆ, ਕੋਇਨਸਿਸਟੈਂਟ ਹੁੰਦੀ ਆ, ਠੀਕ ਆ। ਕੰਸਿਸਟੈਂਟ ਹੁੰਦੀ ਆ ਜਿਹੜੀ ਆਪਣੇ ਕੋਲੇ ਇੰਟਰਸੈਕਟ ਕਰਦੀ ਆ, ਠੀਕ ਆ। ਜਿਹੜੀ ਇੰਟਰਸੈਕਟ ਕਰਦੀ ਕੰਸਿਸਟੈਂਟ ਹੁੰਦੀ ਆ। x ਦੀ ਵੈਲਿਊ 6 ਆ, y ਦੀ ਵੈਲਿਊ 5 ਆ। ਤਾਂ ਕਿੰਨੇ ਹੱਲ ਹੋਣਗੇ ਇਸ ਦੇ, ਇਨਫਾਨਾਈਟ। ਇੱਦਾਂ ਦੇ ਕੁਐਸਚਨ ਹਮੇਸ਼ਾ ਇਨਫਾਨਾਈਟ ਹੁੰਦੇ, ਠੀਕ ਆ। ਇਹਦਾ ਤੁਸੀਂ ਖੁਦ ਦੇਖਣਾ ਕੀ ਆਨਸਰ ਆਊਗਾ। ਚੱਕਰ ਨੂੰ ਟੈਂਜੈਂਟ ਕਿੰਨੇ ਪੁਆਇੰਟ ਤੇ ਟੱਚ ਕਰਦਾ ਹੁੰਦਾ, 1 ਤੇ ਕਰਦਾ ਹੁੰਦਾ, ਠੀਕ ਹੈ। ਇਹਦੀ ਵੈਲਿਊ ਤੁਸੀਂ ਖੁਦ ਫਾਈਂਡ ਆਊਟ ਕਰਿਓ, ਕਮੈਂਟ ਬਾਕਸ ਵਿੱਚ ਇਹਦਾ ਆਨਸਰ ਲਿਖਿਓ। ਜਾਂ ਤਾਂ ਵੀਡੀਓ ਲੈਂਥੀ ਮੈਂ ਨਹੀਂ ਜਾਣ ਦੇਵਾਂਗਾ। ਅੱਗੇ ਦੇਖਦੇ ਹਾਂ, ਚੱਕਰ ਦੀ ਸਪਰਸ਼ ਰੇਖਾ ਸਪਰਸ਼ ਬਿੰਦੂ ਦੇ ਚੱਕਰ ਦੇ ਅਰਧ ਵਿਆਸ ਨਾਲ ਕਿੰਨੇ ਡਿਗਰੀ ਦਾ ਕੋਣ ਬਣਾਉਂਦੀ ਹੈ। ਚੱਕਰ ਦੀ ਵਟ ਇਜ਼ ਦੀ ਮੇਜਰ ਆਫ ਐਂਗਲ ਮੇਡ ਬਾਈ ਦੀ ਟੈਂਜੈਂਟ ਵਿਦ ਦੀ ਰੇਡੀਅਸ ਦੇ ਨਾਲ ਕਿੰਨੇ ਡਿਗਰੀ ਦਾ ਐਂਗਲ ਬਣਦਾ ਹੁੰਦਾ, ਆਪਾਂ ਨੂੰ ਪਤਾ ਹੀ ਹੈ 90 ਡਿਗਰੀ ਦਾ ਐਂਗਲ ਬਣਦਾ ਹੁੰਦਾ। ਫਰੋਮ ਪੁਆਇੰਟ P, ਇਹ ਤੁਸੀਂ ਖੁਦ ਦੇਖਣਾ, ਫਾਈਂਡ ਆਊਟ ਕਰਨਾ, ਠੀਕ ਹੈ, ਵੀ ਆਪਣੇ ਕੋਲੇ ਰੇਡੀਅਸ ਕੀ ਆਊਗਾ। ਅੱਗੇ ਦੇਖਦੇ ਹਾਂ, y ਧੁਰੇ ਤੇ ਸਥਿਤ ਬਿੰਦੂ ਕਿੰਨੇ ਭੁਜ ਅਬਸੀਸਾ ਆਫ ਐਨੀ ਪੁਆਇੰਟ ਔਨ ਦੀ x ਐਕਸਿਸ। ਦੇਖੋ ਅਬਸੀਸਾ y ਐਕਸਿਸ ਦੇ ਉੱਪਰ ਆਪਣੇ ਕੋਲੇ ਅਬਸੀਸਾ ਕੋਈ ਹੁੰਦਾ ਹੀ ਨਹੀਂ। ਅਬਸੀਸਾ ਮਤਲਬ x ਦੀ ਵੈਲਿਊ ਕੋਈ ਹੁੰਦੀ ਹੈ, ਨਹੀਂ ਹੁੰਦੀ, 0 ਹੁੰਦੀ, ਠੀਕ ਹੈ। ਆਰਡੀਨੇਟ ਮਤਲਬ y ਦੀ ਵੈਲਿਊ, ਠੀਕ ਹੈ। ਮੱਧ ਬਿੰਦੂ ਫਾਈਂਡ ਆਊਟ ਕਰੋ, ਇਹਨਾਂ ਦੋਨਾਂ ਨੂੰ ਐਡ ਕਰੋ। 10 ਨੂੰ 2 ਦੇ ਡਿਵਾਈਡ ਕੀਤਾ 5, ਤਾਂ 5 ਤਾਂ ਸਿਰਫ ਇਹਨਾਂ ਦੋਨਾਂ 'ਚ ਹੀ ਆ, ਦੋਵਾਂ ਦੇ ਵਿੱਚ, ਇਹਦਾ ਮਤਲਬ ਆਨਸਰ ਇਹਨਾਂ ਦੋਨਾਂ 'ਚ ਆਊਗਾ। ਇਹਨਾਂ ਦੋਨਾਂ ਨੂੰ ਐਡ ਕਰਾਂਗੇ 6 ਐਂਡ 0 ਨੂੰ, ਤਾਂ 6 ਨੂੰ 2 ਦੇ ਡਿਵਾਈਡ ਕੀਤਾ 3 ਦਾ ਮਤਲਬ ਇਹ ਆਨਸਰ ਆ ਜਾਊਗਾ। ਵਿਚਕਾਰਲੀ ਦੂਰੀ ਪਤਾ ਕਰੋ, ਆਪਾਂ ਨੂੰ ਪਤਾ ਵਿਚਕਾਰਲੀ ਦੂਰੀ ਕਿੱਦਾਂ ਫਾਈਂਡ ਆਊਟ ਕਰਦੇ ਆ, ਤਾਂ ਤੁਸੀਂ ਫਾਈਂਡ ਆਊਟ ਕਰ ਸਕਦੇ ਆ, ਠੀਕ ਆ। ਫਾਰਮੂਲਾ ਆਪਣੇ ਕੋਲ ਹੁੰਦਾ, ਸਿੰਪਲੀ ਤੁਸੀਂ ਫਾਈਂਡ ਆਊਟ ਕਰ ਸਕਦੇ ਆ। ਐਂਡ ਬਹੁਤ ਹੀ ਜ਼ਿਆਦਾ ਸਿੰਪਲ, ਦੇਖ ਕੇ ਆਨਸਰ ਪਤਾ ਲੱਗੀ ਜਾਂਦਾ ਕੀ ਆਊਗਾ, ਠੀਕ ਆ। ਇਹ ਆਨਸਰ ਆਊਗਾ, ਬਟ ਤੁਸੀਂ ਇੱਕ ਵਾਰੀ ਸੋਲਵ ਕਰ ਲਓ ਇਹਨੂੰ, ਕੀ ਆਊਗਾ ਆਨਸਰ ਇਸਦਾ। ਅੱਗੇ ਦੇਖਦੇ ਹਾਂ, ਇਹਦਾ ਖੇਤਰਫਲ ਫਾਈਂਡ ਆਊਟ ਕਰਨਾ, ਠੀਕ ਹੈ। ਏਰੀਆ ਫਾਈਂਡ ਆਊਟ ਕਰਨਾ, ਏਰੀਆ ਦਾ ਫਾਰਮੂਲਾ ਮੈਂ ਤੁਹਾਨੂੰ ਪ੍ਰੀਵੀਅਸ ਵੀਡੀਓ 'ਚ ਦੱਸ ਚੁੱਕਾ। ਅੱਗੇ ਨੈਕਸਟ ਹੈਗਾ ਆਪਣੇ ਕੋਲੇ ਦੀ ਅਬਸੀਸਾ ਸੈਂਟਰੋਇਡ। ਹੁਣ ਧਿਆਨ ਦੇਣਾ, ਦੇਖੋ ਸੈਂਟਰੋਇਡ ਦਾ ਅਬਸੀਸਾ ਦੱਸਣਾ, ਤਾਂ ਮੈਂ ਤੁਹਾਨੂੰ ਸੈਂਟਰੋਇਡ ਦਾ ਫਾਰਮੂਲਾ ਦੱਸ ਕੇ ਆਇਆ ਸੀ ਕੀ ਹੁੰਦਾ, ਠੀਕ ਆ। ਸੈਂਟਰੋਇਡ ਅਬਸੀਸਾ ਕਿਹਾ ਨਾ ਇਕੱਲਾ, ਉਹਨੇ ਅਬਸੀਸਾ ਮਤਲਬ ਸਿਰਫ x ਦੀ ਵੈਲਿਊ, ਤੇ ਇਹਨਾਂ ਨੂੰ ਐਡ ਕਰ ਲਓ। x ਕਿੰਨਾ ਹੋ ਗਿਆ 4 ਦੇ ਵਿੱਚ 2 ਐਡ ਕੀਤਾ 6 ਨੂੰ 3 ਤੇ ਡਿਵਾਈਡ ਕੀਤਾ 2, ਤਾਂ ਆਨਸਰ ਆਪਣੇ ਕੋਲ ਕੀ ਆ ਜਾਊਗਾ 2। x1 + x2 + x3 ਡਿਵਾਈਡਡ ਬਾਈ 3, ਠੀਕ ਹੈ। ਸਾਈਨ ਏ ਦੀ ਵੈਲਿਊ ਦਿੱਤੀ ਹੋਈ ਆ, ਕਾਸ ਫਾਈਂਡ ਆਊਟ ਕਰੋ, ਆਪਾਂ ਨੂੰ ਪਤਾ ਇਹ ਪਰਪੈਂਡੀਕੂਲਰ ਹੁੰਦਾ, ਇਹ ਹਾਈਪੋਟਨਿਊਜ਼ ਹੁੰਦਾ, ਤਾਂ ਬੇਸ ਫਾਈਂਡ ਆਊਟ ਕਰ ਲਓ ਐਂਡ ਸੋਲਵ ਹੋ ਜਾਊਗਾ, ਠੀਕ ਆ। ਸਿੰਪਲ ਪਤਾ 3/5 ਹੀ ਆਊਗਾ। ਇੱਦਾਂ ਦੇ ਕੁਐਸਚਨ ਤਾਂ ਦੇਖ ਕੇ ਸੋਲਵ ਹੋ ਜਾਂਦੇ, ਠੀਕ ਆ, ਜ਼ਿਆਦਾ ਟਾਈਮ ਵੇਸਟ ਕਰਨ ਦੀ ਲੋੜ ਨਹੀਂ ਹੁੰਦੀ। ਸਾਈਨ ਏ ਆਪਣੇ ਕੋਲ x ਆ ਐਂਡ ਕਾਸ ਏ ਕੀ ਹੋਊਗਾ, ਸਾਈਨ ਏ ਦੀ ਵੈਲਿਊ ਆਪਣੇ ਕੋਲੇ x ਐਂਡ ਦੈਨ ਫਾਈਂਡ ਦੀ ਕਾਸ ਏ ਆਪਣੇ ਕੋਲੇ ਕਿੰਨਾ ਆਊਗਾ। ਦੇਖੋ ਤਾਂ ਬਹੁਤ ਜ਼ਿਆਦਾ ਸਿੰਪਲ ਜੀ ਗੱਲ ਆ। ਜੇਕਰ ਆਪਣੇ ਕੋਲੇ ਸਾਈਨ ਏ ਆ, ਇਹ ਆਪਣੇ ਕੋਲੇ ਸਾਈਨ ਇਹ ਐਂਗਲ ਏ ਮੰਨ ਲੈਂਦੇ ਆ, ਠੀਕ ਆ। ਸਾਈਨ ਏ ਦੀ ਵੈਲਿਊ ਆਪਣੇ ਕੋਲ ਹੈਗੀ x, ਤਾਂ ਉਹ ਕਹਿੰਦੇ ਕਾਸ ਏ ਦੀ ਵੈਲਿਊ ਕਿੰਨੀ ਹੋਊਗੀ। ਤਾਂ ਆਪਾਂ ਨੂੰ ਪਤਾ, ਦੇਖੋ ਜਦੋਂ ਆਪਾਂ ਇੱਥੋਂ ਕਾਸ ਵਿੱਚ ਇਹਨੂੰ ਚੇਂਜ ਕਰਨਾ ਹੁੰਦਾ, ਦੇਖੋ ਆਪਣੇ ਕੋਲ ਹੈਗਾ ਸਾਈਨ ਏ, ਉਹ ਹੈਗਾ ਆਪਣੇ ਕੋਲ x,
ਤਾਂ cos A ਦੀ ਵੈਲਿਊ ਆਪਾਂ ਫਾਈਂਡ ਆਊਟ ਕਰਾਂਗੇ ਕਿੰਨੀ ਹੋਊਗੀ। ਤਾਂ ਦੇਖੋ ਜੇਕਰ ਇੱਥੋਂ ਮੈਂ ਦੇਖਾਂ ਧਿਆਨ ਦੇ ਨਾਲ, ਤਾਂ ਸਿੰਪਲੀ ਆਪਾਂ ਇੱਥੇ ਕੀ ਲਿਖ ਸਕਦੇ ਹਾਂ, ਇੱਥੇ x ਲਿਖ ਲਾਂਗੇ ਐਂਡ ਬੇਸ ਆਪਣਾ ਲਿਖ ਲਾਂਗੇ x² - 1, ਇੱਥੇ ਆਪਣੇ ਕੋਲ ਆ ਜਾਊਗਾ x। ਠੀਕ ਆ, ਥੋੜੀ ਵੀਡੀਓ ਇੱਥੇ ਪੌਜ਼ ਹੋ ਗਈ ਸੀ ਕਿਉਂਕਿ ਵੀਡੀਓ ਜ਼ਿਆਦਾ ਲੈਂਥੀ ਹੋ ਗਈ ਐਂਡ ਥੋੜੀ MB ਦੇ ਕਰਕੇ। ਤਾਂ ਇਹਨੂੰ ਆਪਾਂ ਲਿਖ ਲਾਂਗੇ ਐਂਡ ਇੱਥੇ ਆਪਾਂ ਜੇਕਰ cos A ਦੀ ਵੈਲਿਊ ਫਾਈਂਡ ਆਊਟ ਕਰਾਂਗੇ ਤਾਂ ਆਪਣੇ ਕੋਲ ਕੀ ਆ ਜਾਊਗਾ, ਬੇਸ ਬਾਈ ਹਾਈਪੋਟੀਨਿਊਸ। ਤਾਂ ਬੇਸ ਆਪਣੇ ਕੋਲ ਕਿੰਨਾ ਵਾ A ਤੇ ਹਾਈਪੋਟੀਨਿਊਸ ਕਿੰਨਾ ਆਪਣੇ ਕੋਲ 1। ਤਾਂ ਆਪਣੇ ਕੋਲ ਜੋ ਆਪਣੇ ਕੋਲ ਆ ਜਾਊਗਾ √x² - 1 ਡਿਵਾਈਡਡ ਬਾਈ 1। ਤਾਂ ਇੱਥੇ ਵੈਲਿਊ ਆਪਾਂ ਚੈੱਕ ਕਰ ਲੈਂਦੇ ਹਾਂ। ਦੇਖੋ ਤਾਂ ਮੈਨੂੰ ਲੱਗਦਾ ਵੈਲਿਊ ਦੇ ਵਿੱਚ ਕੋਈ ਗਲਤੀ ਦਿੱਤੀ, x ਤਾਂ ਆ ਨਹੀਂ ਸਕਦਾ। ਠੀਕ ਆ, x ਤਾਂ ਆ ਸਕਦਾ ਜੇਕਰ ਆਪਣੇ ਕੋਲ A ਦੀ ਵੈਲਿਊ 45 ਦਿੱਤਾ ਹੋਵੇ, ਬਟ ਇੱਥੇ 45 ਤਾਂ ਲਿਖਿਆ ਨਹੀਂ। ਇਹ ਵੀ ਨਹੀਂ ਆ ਸਕਦਾ ਕਿਉਂਕਿ ਤਾਂ B ਦੀ ਵੈਲਿਊ ਆਊਗੀ, ਇਹ ਵੀ ਨਹੀਂ ਆ ਸਕਦਾ। ਮੈਨੂੰ ਲੱਗਦਾ ਆਪਸ਼ਨ ਦੇ ਵਿੱਚ ਥੋੜੀ ਗਲਤੀ ਹੈ। ਤਾਂ ਮੈਂ ਤੁਹਾਨੂੰ ਇੱਕ ਵਾਰ ਚੈੱਕ ਕਰਾਂਗਾ ਕੁਐਸਚਨ ਨੂੰ ਐਂਡ ਉਸ ਤੋਂ ਬਾਅਦ ਜੇਕਰ ਕੋਈ ਇਸ ਦੇ ਅੰਦਰ ਪ੍ਰੋਬਲਮ ਨਾ ਹੋਈ ਤਾਂ ਮੈਂ ਤੁਹਾਨੂੰ ਨੈਕਸਟ ਵੀਡੀਓ ਵਿੱਚ ਇਸ ਦਾ ਆਨਸਰ ਦੇ ਦੇਵਾਂਗਾ। ਠੀਕ ਆ, ਕੋਈ ਪ੍ਰੋਬਲਮ ਲੱਗ ਰਹੀ ਹੈ ਸੱਚ ਤਾਂ ਇਹ ਦੇਖੋ ਅੱਗੇ ਆਪਾਂ ਦੇਖਾਂਗੇ ਤਾਂ ਅੱਗੇ ਆਪਣੇ ਕੋਲ ਇਹਦੀ ਵੈਲਿਊ ਸਿੰਪਲੀ ਆਪਾਂ ਨੂੰ ਹਰ ਵਾਰੀ ਪਤਾ ਹੁੰਦਾ ਕਿ ਇਸ ਦੀ ਵੈਲਿਊ ਹਮੇਸ਼ਾ 1 ਹੀ ਹੁੰਦੀ ਆ। ਕੰਡੀਸ਼ਨ ਇਹ ਹੈ ਕਿ ਇਹਨਾਂ ਦੋਵਾਂ ਦਾ ਸਮ ਆਪਣੇ ਕੋਲ 90 ਹੋਣਾ ਚਾਹੀਦਾ। ਠੀਕ ਆ, ਅੱਗੇ ਜੇਕਰ ਆਪਾਂ ਦੇਖੀਏ ਤਾਂ ਆਪਣੇ ਕੋਲ NCERT ਦੇ ਵਿੱਚ ਸਿੰਪਲੀ ਕੁਐਸਚਨ ਪਿਆ ਹੋਇਆ, ਤੁਸੀਂ NCERT ਦੇ ਵਿੱਚੋਂ ਇਸ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਨੀ ਐਂਡ ਇਸ ਦਾ ਆਨਸਰ ਫਾਈਂਡ ਆਊਟ ਕਰਨਾ ਕੀ ਹੋਊਗਾ ਤੁਹਾਡੇ ਐਕਸਰਸਾਈਜ਼ ਚੈਪਟਰ 8 ਦੇ ਵਿੱਚ। ਠੀਕ ਆ, ਸਿੰਪਲ ਡਾਇਰੈਕਟ ਪਿਆ ਹੋਇਆ। ਇਹਦੀ ਵੈਲਿਊ ਵੀ ਆਪਾਂ ਨੂੰ ਪਤਾ ਕੀ ਹੁੰਦੀ ਹੈ, ਆਪਣੇ ਕੋਲੇ cos A ਹੋਊਗੀ ਐਂਡ ਸਿਮਿਲਰਲੀ ਆਪਾਂ ਇਹਦੀ ਵੈਲਿਊ ਅੱਗੇ ਫਾਈਂਡ ਆਊਟ ਕਰਾਂਗੇ। ਤਾਂ ਸਿੰਪਲ ਤੁਸੀਂ ਇੱਥੇ ਵੈਲਿਊ ਪੁੱਟ ਕਰਕੇ ਕਰ ਸਕਦੇ ਹੋ, ਜਾਂ ਤੁਹਾਨੂੰ ਮੈਂ ਦੱਸਿਆ ਸੀ ਕਿ ਇਹਨੂੰ ਕਨਵਰਟ ਕਰਕੇ ਵੀ ਤੁਸੀਂ ਕਰ ਸਕਦੇ ਹੋ। ਕਨਵਰਟ ਕਰਕੇ ਵੀ ਕਰੋਗੇ ਤਾਂ ਵੀ ਆਨਸਰ ਸਹੀ ਆ ਜਾਊਗਾ, ਨਾ ਕਨਵਰਟ ਕਰੋਗੇ ਸਿੰਪਲ ਵੈਲਿਊ ਪੁੱਟ ਕਰਕੇ ਕਰ ਦੋਗੇ ਤਾਂ ਵੀ ਇਸ ਦਾ ਆਨਸਰ ਬਿਲਕੁਲ ਸਹੀ ਆਊਗਾ। ਠੀਕ ਆ, ਤਾਂ ਇਸ ਦਾ ਆਨਸਰ ਤੁਸੀਂ ਫਾਈਂਡ ਆਊਟ ਕਰ ਲਿਓ। ਵੈਸੇ ਮੈਂ ਤੁਹਾਨੂੰ ਦੱਸ ਦਿੰਦਾ ਕਿ 1 ਹੀ ਆਊਗਾ। ਜੇਕਰ ਅੱਧ ਵਿਆਸ R ਦੇ ਚੱਕਰ ਦਾ ਘੇਰਾ ਦੋ ਅਜਿਹੇ ਚੱਕਰਾਂ ਦੇ ਘੇਰਿਆਂ ਦੇ ਜੋੜ ਦੇ ਬਰਾਬਰ ਹੈ ਜਿਨ੍ਹਾਂ ਦਾ ਦੇਖੋ ਇਹ ਤਾਂ ਬਹੁਤ ਹੀ ਸਿੰਪਲ ਜੀ ਗੱਲ ਆ ਕਿ ਆਪਣੇ ਕੋਲ ਇੱਕ ਚੱਕਰ R ਆ ਐਂਡ ਦੋ ਛੋਟੇ ਛੋਟੇ ਚੱਕਰ ਆ। ਇਹਦਾ ਜਿਹੜਾ ਘੇਰਾ ਵਾ ਉਹ ਆਪਣੇ ਕੋਲੇ ਦੂਜੇ ਚੱਕਰ ਦੇ ਘੇਰਿਆਂ ਦੇ ਬਰਾਬਰ ਆ ਐਂਡ ਜੋੜ ਦੇ ਬਰਾਬਰ ਆ। ਠੀਕ ਆ, ਇਹਦਾ ਕਹਿਣ ਦਾ ਮਤਲਬ ਕੀ ਹੈ ਕਿ ਜੇ ਆਪਾਂ 2πr ਕੱਢਾਂਗੇ, ਇਹਦਾ ਕੈਪੀਟਲ R ਲਿਖਿਆ ਉਹਨੇ ਤਾਂ ਆਪਾਂ ਕੈਪੀਟਲ R ਲਿਖ ਲਾਂਗੇ। ਜੇ ਆਪਾਂ ਕਹਿੰਦੇ ਕੈਪੀਟਲ R ਆ ਤਾਂ ਇਹਨਾਂ ਦੋਨਾਂ ਦੇ ਜੋੜ ਦੇ ਬਰਾਬਰ, ਇਹਦਾ ਮਤਲਬ 2πr1 ਐਂਡ 2πr2। ਠੀਕ ਆ, ਤਾਂ ਪਾਈ ਨਾ ਪਾਈ ਆਪਣਾ ਕੈਂਸਲ ਹੋ ਜਾਊਗਾ। ਸਿੰਪਲ ਆਪਾਂ ਨੂੰ ਪਤਾ 2π ਨਾਲ 2π 2π, ਇਹਦਾ ਮਤਲਬ ਜਿਹੜਾ R ਹੋਊਗਾ ਉਹ ਆਪਣੇ ਕੋਲ ਕਿਹਦੇ ਇਕੁਅਲ ਹੋਊਗਾ, R1 + R2 ਦੇ ਇਕੁਅਲ ਹੋਊਗਾ। ਠੀਕ ਹੈ, ਦੇਖੋ ਚੈੱਕ ਕਰ ਲਓ ਤਾਂ ਆਪਣੇ ਕੋਲ ਸਹੀ ਆਨਸਰ ਆ ਜਾਊਗਾ। ਉਸ ਤੋਂ ਬਾਅਦ ਅੱਗੇ ਆਪਣੇ ਕੋਲ 30 ਡਿਗਰੀ ਦਾ ਕੇਂਦਰੀ ਕੋਣ ਦਿੱਤਾ ਹੋਇਆ ਵਾ, ਖੇਤਰਫਲ ਦਿੱਤਾ ਹੋਇਆ। ਤਾਂ ਆਪਾਂ ਨੂੰ ਫਾਈਂਡ ਆਊਟ ਕਰਨ ਵਾਸਤੇ ਕਿਹਾ ਉਹਨਾਂ ਨੇ ਕੀ ਫਾਈਂਡ ਆਊਟ ਕਰਨਾ, ਫਾਈਂਡ ਦੀ ਏਰੀਆ ਆਫ ਦੀ ਸੈਕਟਰ ਆਫ ਦੀ ਸਰਕਲ ਵਿਦ ਸੈਂਟਰਲ ਕੋਣ ਇਹ ਦਿੱਤਾ ਹੋਇਆ ਐਂਡ ਏਰੀਆ ਆਫ ਸਰਕਲ ਦਾ ਏਰੀਆ ਦਿੱਤਾ ਹੋਇਆ 2πr² ਦਾ ਫਾਰਮੂਲਾ ਲਾ ਕੇ। ਤਾਂ ਸਿੰਪਲ ਲੋੜ ਨਹੀਂ ਕਿ ਇੱਥੇ ਕੋਈ ਵੀ ਫਾਰਮੂਲਾ ਲਾਉਣ ਦੀ, ਸੌਰੀ ਆਪਣੇ ਕੋਲੇ 30 ਡਿਗਰੀ ਦਾ ਫਾਈਂਡ ਆਊਟ ਕਰਨਾ। ਟੋਟਲ ਏਰੀਆ ਆਪਣੇ ਕੋਲ ਦਿੱਤਾ ਹੀ ਹੋਇਆ ਵਾ, ਤਾਂ ਆਪਾਂ ਕੀ ਕਰਾਂਗੇ 30/360 ਐਂਡ ਇਹਨੂੰ ਮਲਟੀਪਲਾਈ ਕਰ ਦਾਂਗੇ 288 ਦੇ ਨਾਲ। ਠੀਕ ਆ, ਤੇ ਇੱਥੋਂ ਮਲਟੀਪਲਾਈ ਕਰਕੇ ਸੋਲਵ ਕਰ ਲਾਂਗੇ ਕਿਉਂਕਿ ਟੋਟਲ ਏਰੀਆ ਤਾਂ ਆਪਣੇ ਕੋਲੇ ਗਿਵਨ ਆਪਾਂ 30 ਡਿਗਰੀ ਦਾ ਫਾਈਂਡ ਆਊਟ ਕਰਨਾ। ਠੀਕ ਆ, ਅੱਗੇ ਆਪਾਂ ਦੇਖਦੇ ਹਾਂ ਹੇਠ ਲਿਖੀਆਂ ਕੇਂਦਰੀ ਕੋਣ ਫॉर ਦੀ ਗਿਵਨ ਸੈਂਟਰਲ ਐਂਗਲ ਵਿਚ ਸਟੇਟਮੈਂਟ ਇਜ਼ ਅ ਟਰੂ। ਕਿਹੜੀ ਸਟੇਟਮੈਂਟ ਇਹਨਾਂ ਦੇ ਵਿੱਚੋਂ ਟਰੂ ਆ, ਏਰੀਆ ਆਫ ਦੀ ਸੈਕਟਰ ਇਜ਼ ਇਕੁਅਲ ਟੂ ਦੀ ਏਰੀਆ ਆਫ ਸੈਗਮੈਂਟ। ਇਹ ਤਾਂ ਕਦੇ ਵੀ ਨਹੀਂ ਸਹੀ ਹੋ ਸਕਦਾ। ਏਰੀਆ ਆਫ ਦੀ ਸੈਕਟਰ ਇਜ਼ ਅ ਗ੍ਰੇਟਰ ਦੈਨ ਏਰੀਆ ਆਫ ਸੈਗਮੈਂਟ। ਏਰੀਆ ਜਿਹੜਾ ਸੈਕਟਰ ਦਾ ਹੁੰਦਾ ਉਹ ਸੈਗਮੈਂਟ ਨਾਲੋਂ ਜ਼ਿਆਦਾ ਹੁੰਦਾ ਤੇ ਸਹੀ ਸਟੇਟਮੈਂਟ ਆ ਕਿਉਂਕਿ ਸੈਕਟਰ ਵੱਡਾ ਹੁੰਦਾ ਆਪਾਂ ਨੂੰ ਪਤਾ। ਦੇਖੋ ਜਿਹੜਾ ਸੈਕਟਰ ਹੁੰਦਾ ਉਹ ਇਹ ਹੁੰਦਾ, ਸੈਗਮੈਂਟ ਆਪਣੇ ਕੋਲੇ ਇੱਥੇ ਲਾਈਨ ਲੱਗ ਜਾਂਦੀ ਹੁੰਦੀ। ਤਾਂ ਹੁਣ ਆਪਾਂ ਨੂੰ ਪਤਾ ਕਿ ਇਹ ਵੱਡਾ ਤਾਂ ਹੋ ਨਹੀਂ ਸਕਦਾ, ਛੋਟਾ ਜਿਹਾ, ਤਾਂ ਜਿਹੜਾ ਟੋਟਲ ਹੁੰਦਾ ਇਹ ਵੱਡਾ ਹੁੰਦਾ, ਤਾਂ B ਆਪਣੇ ਕੋਲੇ ਸਹੀ ਸਟੇਟਮੈਂਟ ਆਊਗੀ। ਅੱਗੇ ਆਪਾਂ ਨੂੰ ਪੜ੍ਹਨ ਦੀ ਲੋੜ ਬਣੀ। ਅੱਗੇ ਆਪਣੇ ਕੋਲ ਦੇਖੋ ਇਕੁਏਸ਼ਨ ਦਿੱਤੀ ਹੇਠ ਲਿਖੇ ਚਿੱਤਰ ਵਿੱਚ ਕੇਂਦਰ ਰੰਗ ਕਿਹੜਾ ਇਨ ਅ ਗਿਵਨ ਫਿਗਰ AOB ਇਕੁਏਟਰ ਟ੍ਰਾਇੰਗਲ ਹੈਗੀ ਆਪਣੇ ਕੋਲੇ। O ਇਜ਼ ਦੀ ਸੈਂਟਰ ਆਫ ਦੀ ਸਰਕਲ ਐਂਡ ਵਿਚ ਆਫ ਦੀ ਫੋਲੋਇੰਗ ਕਰੈਕਟ ਏਰੀਆ ਸ਼ੇਡਡ ਏਰੀਆ। ਇੱਥੇ ਵੈਸੇ ਸਾਰਾ ਹੀ ਸ਼ੇਡ ਕੀਤਾ ਹੋਇਆ, ਪਤਾ ਹੀ ਨਹੀਂ ਲੱਗ ਰਿਹਾ। ਵੈਸੇ ਮੈਨੂੰ ਇਹ ਲੱਗਦਾ ਕਿ ਸ਼ੇਡ ਉੱਪਰ ਵਾਲਾ ਇਹਨਾਂ ਨੇ ਕਿਹਾ ਹੋਣਾ। ਠੀਕ ਹੈ, ਥੱਲੇ ਵਾਲਾ ਤਾਂ ਹੋ ਨਹੀਂ ਸਕਦਾ। ਤਾਂ ਇੱਥੇ ਤਾਂ ਸਾਰੇ ਸ਼ੇਡ ਕੀਤਾ ਹੋਇਆ ਬਟ ਉੱਪਰ ਵਾਲੇ ਸ਼ੇਡਡ ਏਰੀਏ ਦੀ ਹੀ ਇਹਨਾਂ ਨੇ ਗੱਲ ਕੀਤੀ ਹੋਣੀ ਇੱਥੇ। ਤਾਂ ਉਹਦੇ ਵਿੱਚ ਫਿਰ ਸਿੰਪਲੀ ਆਪਾਂ ਕੀ ਕਰ ਸਕਦੇ ਹਾਂ, ਉੱਪਰ ਵਾਲੇ ਪਹਿਲਾਂ ਸਰਕਲ ਦਾ ਏਰੀਆ ਫਾਈਂਡ ਆਊਟ ਕਰ ਲਾਂਗੇ πr² ਐਂਡ ਉਹਦੇ ਵਿੱਚੋਂ ਆਪਾਂ ਆਹ ਏਰੀਆ ਮਾਈਨਸ ਕਰ ਦਾਂਗੇ ਜਿਹੜਾ ਸਿਰਫ ਇਹ ਇੰਨਾ ਕੁ ਬਣਦਾ ਹੋਇਆ। ਤਾਂ ਇਹ ਏਰੀਆ ਮਾਈਨਸ ਕਿਵੇਂ ਕਰਾਂਗੇ, ਇਹ ਤਾਂ ਬਹੁਤ ਹੀ ਸਿੰਪਲ ਜੀ ਗੱਲ ਆ। ਹੁਣ ਇੱਕ ਥੋੜ੍ਹਾ ਇੱਥੇ ਦੇਖਣਾ ਪਊਗਾ ਕਿ ਸ਼ੇਡਡ ਏਰੀਆ ਕਿਹਦੀ ਗੱਲ ਕਰ ਰਿਹਾ। ਤਾਂ ਜੇਕਰ ਆਪਾਂ ਇੰਨਾ ਇੱਥੋਂ ਮਾਈਨਸ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਆਪਾਂ ਨੂੰ ਪਤਾ ਕਿ ਇਹ ਜੇ ਆਪਣੇ ਕੋਲੇ ਇਕੁਏਟਰ ਟ੍ਰਾਇੰਗਲ ਆ ਤਾਂ ਐਂਗਲ ਆਪਣੇ ਕੋਲੇ 60 ਡਿਗਰੀ ਹੋਊਗਾ। ਤੇ ਜੇ 60 ਡਿਗਰੀ ਹੋਊਗਾ ਤਾਂ ਇਟ ਮੀਨਸ ਆਪਾਂ ਮਾਈਨਸ ਕਰਾਂਗੇ 60 ਡਿਗਰੀ ਡਿਵਾਈਡਡ ਬਾਈ 360 ਡਿਗਰੀ ਐਂਡ ਇੱਥੇ ਆਪਣੇ ਕੋਲ ਕੀ ਬਣ ਜਾਊਗਾ πr²। ਤਾਂ ਇਹਨੂੰ ਕੈਂਸਲ ਆਊਟ ਕਰਾਂਗੇ ਤਾਂ 1/6 ਬਣ ਜਾਊਗਾ। ਤਾਂ ਇੱਥੋਂ ਆਪਾਂ ਦੇਖ ਲਾਂਗੇ ਕਿੱਥੇ ਆਪਣੇ ਕੋਲ ਇਹ ਕੰਡੀਸ਼ਨ ਬਣੀ ਹੋਈ ਹੈ ਐਂਡ ਉੱਥੋਂ ਆਪਾਂ ਇਸ ਦੀ ਵੈਲਿਊ ਫਾਈਂਡ ਆਊਟ ਕਰ ਲਾਂਗੇ। ਬਟ ਇੱਥੇ ਮੈਨੂੰ ਲੱਗਦਾ ਨਹੀਂ। ਤਾਂ ਜੇਕਰ ਆਪਾਂ ਇੱਥੋਂ ਥੋੜ੍ਹਾ ਧਿਆਨ ਨਾਲ ਦੇਖੀਏ ਤਾਂ ਸ਼ੇਡਡ ਏਰੀਆ ਇਹ ਨਹੀਂ ਹੋਊਗਾ, ਸ਼ੇਡਡ ਏਰੀਆ ਕੋਈ ਹੋਰ ਗੱਲ ਕਰ ਰਿਹਾ ਇਹ ਕਿਉਂਕਿ ਇੱਥੇ ਪੂਰੇ ਆਪਣੇ ਕੋਲੇ ਕਰੈਕਟ ਥੋੜ੍ਹਾ ਸ਼ੇਡਡ ਏਰੀਆ ਦਾ ਕਨਫਿਊਜ਼ਨ ਆ ਮੈਨੂੰ ਇੱਥੇ ਕਿਉਂਕਿ ਏਰੀਆ ਕਿਹੜਾ ਸ਼ੇਡ ਕੀਤਾ ਹੋਇਆ ਉਹਦੇ ਬਾਰੇ ਨਹੀਂ ਪਤਾ ਲੱਗ ਰਿਹਾ।
ਤਾਂ ਇਸ ਕਰਕੇ ਇਹਦਾ ਆਨਸਰ ਮੈਂ ਤੁਹਾਨੂੰ ਦੇ ਨਹੀਂ ਪਾਵਾਂਗਾ ਇੱਥੇ, ਬਟ ਮੈਂ ਤੁਹਾਨੂੰ ਦੱਸ ਦੇਵਾਂਗਾ ਆਪਾਂ ਫਾਈਂਡ ਆਊਟ ਕਿੱਦਾਂ ਕਰਦੇ ਆ, ਠੀਕ ਹੈ। ਇਹਦਾ ਸ਼ੇਡਡ ਏਰੀਆ ਕਿਹੜਾ ਹੋਊਗਾ ਉਸ ਦੇ ਅਕੋਰਡਿੰਗ ਹੀ ਆਨਸਰ ਦੇਣਾ ਪਊਗਾ ਆਪਾਂ ਨੂੰ। ਸਰਕਲ ਦਾ ਏਰੀਆ ਫਾਈਂਡ ਆਊਟ ਕਰਨ ਦਾ ਆਪਣੇ ਕੋਲੇ ਪਾਈ ਆਰ ਸਕੁਅਰ ਹੁੰਦਾ। ਨੈਕਸਟ ਆਪਾਂ ਵੀਡੀਓ ਦੇ ਵਿੱਚ ਮੈਂ ਚੈੱਕ ਕਰ ਲਵਾਂਗਾ ਇਸ ਦਾ ਆਨਸਰ ਕਿਹੜੇ ਸ਼ੇਡਡ ਏਰੀਆ ਦੀ ਗੱਲ ਕਰਦੇ ਆ, ਕਿਉਂਕਿ ਇੱਥੇ ਟੋਟਲ ਜਿਹੜਾ ਏਰੀਆ ਨਾ ਉਹ ਮੈਨੂੰ ਕਲੀਅਰ ਹੀ ਨਹੀਂ ਹੋ ਰਿਹਾ ਕਿ ਸ਼ੇਡਡ ਕਿਹੜਾ ਵਾ, ਸਾਰੇ ਸ਼ੇਡ ਕੀਤਾ ਹੋਇਆ ਉਹਨਾਂ ਨੇ। ਤਾਂ ਉਸ ਦੇ ਅਕੋਰਡਿੰਗ ਹੀ ਆਨਸਰ ਆਊਗਾ, ਤਾਂ ਫਿਰ ਆਪਾਂ ਨੈਕਸਟ ਵੀਡੀਓ ਵਿੱਚ ਦੇਖ ਲਵਾਂਗੇ। ਬਾਕੀ ਜੇਕਰ ਤੁਹਾਨੂੰ ਕੋਈ ਕਨਫਿਊਜ਼ਨ ਹੋਈ ਤਾਂ ਇਹਦੇ ਅੰਦਰ ਆਪਾਂ ਉਹ ਕਰ ਲਾਂਗੇ, ਕਿਉਂਕਿ ਮੈਂ ਜੇਕਰ ਉੱਪਰ ਵਾਲਾ ਇਕੱਲਾ ਸ਼ੇਡ ਮੰਨ ਕੇ ਚੱਲਾਂ ਜਿਹੜਾ ਉੱਪਰ ਆ, ਤਾਂ ਜੇ ਸਿਰਫ ਇਸ ਨੂੰ ਸ਼ੇਡ ਮੰਨ ਕੇ ਚੱਲੀਏ ਤਾਂ ਉਸ ਦਾ ਜਿਹੜਾ ਵੈਲਿਊ ਆ ਉਹ ਆਪਾਂ ਇੱਦਾਂ ਫਾਈਂਡ ਆਊਟ ਕਰ ਸਕਦੇ ਹਾਂ। ਬਟ ਇਹ ਕਿਤੇ ਵੀ ਅਵੇਲੇਬਲ ਨਹੀਂ ਗੀ ਆਨਸਰ ਦੇ ਵਿੱਚ, ਤਾਂ ਕਰਕੇ ਮੈਂ ਤੁਹਾਨੂੰ ਕਿਹਾ ਕਿ ਇਹਦੇ ਅੰਦਰ ਕੋਈ ਹੋਰ ਆਪਸ਼ਨ ਅਵੇਲੇਬਲ ਹੋਊਗਾ ਜਿਹਦੇ ਕਰਕੇ ਇਸ ਦਾ ਆਨਸਰ ਅਲੱਗ ਆਊਗਾ। ਤਾਂ ਅੱਗੇ ਆਪਾਂ ਦੇਖਦੇ ਹਾਂ ਨੈਕਸਟ। ਆਪਣੇ ਕੋਲ ਨੰਬਰ ਦਿੱਤੇ ਹੋਇਆ 15 ਤੱਕ, ਉਹ ਕਹਿੰਦੇ 4 ਦੇ ਮਲਟੀਪਲ ਦੀ ਪੋਸੀਬਿਲਿਟੀ ਫਾਈਂਡ ਆਊਟ ਕਰੋ। 4 ਦਾ ਟੇਬਲ ਦੇਖ ਲਓ ਐਂਡ ਥੱਲੇ ਤਾਂ 15 ਹੀ ਆਊਗਾ, ਐਂਡ 4 ਦਾ ਟੇਬਲ ਦੇਖ ਲਓ 14 ਤੱਕ ਕਿੰਨੇ ਤੱਕ ਆਉਂਦਾ ਵਾ, ਠੀਕ ਆ। ਤਾਂ 4 ਆ ਜਾਊਗਾ, 8 ਆ ਜਾਊਗਾ, 12 ਆ ਜਾਊਗਾ, ਤਾਂ 3 ਆ, 3 ਉੱਪਰ ਲਿਖ ਲਾਂਗੇ ਤਾਂ ਆਪਣੇ ਕੋਲੇ 1/5 ਇਸ ਦਾ ਆਨਸਰ ਆ ਜਾਊਗਾ। ਗੇਂਦਾਂ ਵਾਲਾ ਤੁਸੀਂ ਖੁਦ ਕਰਨਾ, ਉਸ ਤੋਂ ਬਾਅਦ ਇਹ ਵੀ ਤੁਸੀਂ ਖੁਦ ਕਰਨਾ ਵਾ, ਠੀਕ ਹੈ। ਮੈਂ ਤੁਹਾਨੂੰ ਦੱਸਿਆ ਹੋਇਆ ਕਿੱਦਾਂ ਸੋਲਵ ਕਰਨੇ ਇੱਦਾਂ ਦੇ ਸਮ। ਐਸ ਦੀ ਪ੍ਰੋਬੇਬਿਲਿਟੀ ਫਾਈਂਡ ਆਊਟ ਕਰਨੀ ਹੈ ਤਾਂ ਐਸ ਆਪਣੇ ਕੋਲ ਇੱਕ ਵਾਰੀ ਆਇਆ, ਠੀਕ, ਉੱਦਾਂ ਕਰ ਸਕਦੇ ਹੋ ਤੁਸੀਂ। ਕਿਹੜੀ ਸੰਭਾਵਨਾ ਨਹੀਂ ਹੋ ਸਕਦੀ, ਮੈਂ ਤੁਹਾਨੂੰ ਦੱਸਿਆ ਹੋਇਆ ਸੀ ਕਿਹੜੀ ਪੋਸੀਬਿਲਿਟੀ ਨਹੀਂ ਹੋ ਸਕਦੀ। ਤਾਸ਼ ਦੇ ਪੱਤਿਆਂ ਦੇ ਵਿੱਚੋਂ ਇੱਕ ਆਉਣ ਦੀ ਸੰਭਾਵਨਾ ਕੀ ਹੋਊਗੀ ਤੁਸੀਂ ਖੁਦ ਦੇਖਣਾ। ਐਂਡ ਜਿਹੜੀ ਪ੍ਰੋਬੇਬਿਲਿਟੀ ਆ ਉਹ ਕਿੱਥੋਂ ਤੋਂ ਕਿੱਥੋਂ ਤੱਕ ਹੋ ਸਕਦੀ, ਪ੍ਰੋਬੇਬਿਲਿਟੀ 0 ਤੋਂ ਲੈ ਕੇ 1 ਤੱਕ ਹੋ ਸਕਦੀ, 1 ਤੋਂ ਵੱਡੀ ਨਹੀਂ ਹੋ ਸਕਦੀ, ਠੀਕ ਆ। ਤਾਂ ਸਿੰਪਲ ਜਿਹਾ ਦੇਖਾਂਗੇ ਤਾਂ ਆਪਣੇ ਕੋਲ ਇੱਥੇ ਆਨਸਰ B ਆ ਜਾਊਗਾ। ਤਾਂ ਇਹ ਸੀ ਆਪਣੇ ਕੋਲੇ ਕੁਐਸਚਨ ਜਿਹੜੇ ਮੈਕਸਿਮਮ ਮੈਂ ਤੁਹਾਨੂੰ ਕਰਵਾਉਣ ਦੀ ਕੋਸ਼ਿਸ਼ ਕੀਤੀ ਆ। ਮੈਥ ਦੇ ਅੱਧੇ ਕੁ ਚੈਪਟਰ ਹੋ ਗਏ ਇਹਦੇ ਅੰਦਰ, ਤਾਂ ਟੋਟਲ 1 ਘੰਟੇ ਦੀ ਵੀਡੀਓ ਹੋ ਗਈ ਆ। ਐਂਡ ਬਾਕੀ ਆਪਾਂ ਕੁਐਸਚਨ ਫਿਰ ਦੇਖਾਂਗੇ ਜਲਦੀ ਹੀ। ਮੈਥ ਦੀ ਸੈਕੰਡ ਸਾਇੰਸ ਦੀਆਂ ਵੀਡੀਓਜ਼ ਐਂਡ ਮੈਥ ਦੀਆਂ ਲੈ ਕੇ ਆਉਣ ਦੀ ਕੋਸ਼ਿਸ਼ ਕਰਾਂਗਾ, ਕਿਉਂਕਿ ਮੈਨੂੰ ਪਤਾ ਤੁਹਾਡਾ ਐਗਜ਼ਾਮ ਬਹੁਤ ਜ਼ਿਆਦਾ ਨੇੜੇ ਆ। ਐਂਡ ਜਿਹੜੀਆਂ ਪ੍ਰੀਵੀਅਸ ਵੀਡੀਓ ਇੱਕ ਵਾਰ ਜ਼ਰੂਰ ਦੇਖਿਓ ਤਾਂ ਕਿ ਉਹਦੇ ਵਿੱਚੋਂ ਵੀ ਤੁਹਾਡੇ ਕਾਫੀ ਜ਼ਿਆਦਾ ਕਨਸੈਪਟ ਕਲੀਅਰ ਹੋ ਜਾਣਗੇ। ਇੱਥੇ ਮੈਂ ਥੋੜ੍ਹਾ ਫਾਸਟ ਤਾਂ ਕਰਵਾਇਆ ਕਿਉਂਕਿ ਲਾਈਵ ਵੀਡੀਓ ਦੇ ਵਿੱਚ ਇੰਨੇ ਫਾਸਟ ਕੁਐਸਚਨ ਨਹੀਂ ਕਰਵਾਏ ਜਾਂਦੇ। ਤਾਂ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਆਪਣੇ ਦੋਸਤਾਂ ਨਾਲ ਸ਼ੇਅਰ ਕਰਿਓ। ਕਿਸੇ ਤਰ੍ਹਾਂ ਦੀ ਕੋਈ ਜਲਦੀ ਦੇ ਵਿੱਚ ਗਲਤੀ ਹੋ ਗਈ ਹੋਈ ਤਾਂ ਕਮੈਂਟ ਬਾਕਸ ਵਿੱਚ ਜ਼ਰੂਰ ਟਾਈਪ ਕਰਿਓ ਤਾਂ ਕਿ ਆਪਾਂ ਨੈਕਸਟ ਵੀਡੀਓ ਵਿੱਚ ਉਸ ਨੂੰ ਸਹੀ ਕਰ ਸਕੀਏ। ਨਾਲ ਦੀ ਨਾਲ ਜਿਹੜੇ ਆਨਸਰ ਮੈਂ ਤੁਹਾਨੂੰ ਖੁਦ ਸੋਲਵ ਕਰਨ ਵਾਸਤੇ ਕਿ ਖੁਦ ਟਰਾਈ ਜ਼ਰੂਰ ਕਰਿਓ। ਐਂਡ ਮੈਨੂੰ ਆਸ ਹੈ ਕਿ ਜਲਦੀ ਹੀ ਆਪਾਂ ਨੈਕਸਟ ਵੀਡੀਓ ਅਪਲੋਡ ਕਰਾਂਗੇ। ਐਂਡ ਇਹ ਵੀ ਮੈਂ ਆਸ ਕਰਦਾ ਹਾਂ ਕਿ ਜਿਹੜੇ ਬੱਚੇ ਵੀਡੀਓ ਦੇਖ ਰਹੇ ਆ ਸਾਰੇ ਦੇ ਸਾਰੇ ਬੱਚੇ ਮੈਰੀਟੋਰੀਅਸ ਦੇ ਐਗਜ਼ਾਮ ਦੇ ਵਿੱਚੋਂ ਪਾਸ ਹੋ ਜਾਣਗੇ। ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।